ਤਰਸ ਦੇ ਸਾਧ ਪਸੀ ਦੀਦਾਰ। ਮੈਂ ਗਰੀਬ ਸੱਚ ਟੇਕ ਤੂੰ ਮੇਰੇ ਸਤਿਗੁਰ ਪੂਰੇ। ਦੇਖ ਤੁਮਾਰਾ ਦਰਸਨੋ ਮੇਰਾ ਮਨ ਧੀਰੇ। ਦੇਖ ਤੁਮਾਰਾ ਦਰਸਨੋ ਮੇਰਾ ਮਨ ਧੀਰੇ। ਵਾਹਿਗੁਰੂ ਜੀ ਸਲੋਕ ਦਇਆ ਕਰਣੰ ਦੁਖ ਹਰਣੰ ਉਚਰਣੰ ਨਾਮ ਕੀਰਤਨ ਹੈ। ਦਇਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਾ ਮਾਇਆ। ਦਇਆ ਕਰਣੰ ਦੁਖ ਹਰਣੰ ਉਚਰਣੰ ਨਾਮ ਕੀਰਤਨ ਹੈ। ਦਇਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਾ ਮਾਇਆ। ਪਾਹੇ ਬਲੰਦੜੀ ਬੁਝ ਗਈ ਰਖੰਦੜੋ ਪ੍ਰਭ ਆਪ। ਜਿਨ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ। ਪੌੜੀ ਜਾ ਪ੍ਰਭ ਭਏ ਦਇਆਲ ਨਾ ਵਿਆਪੈ ਮਾਇਆ। ਕੋਟ ਅਘਾਂ ਗਏ ਨਾਸ ਹਰ ਇੱਕ ਧਿਆਇਆ। ਨਿਰਮਲ ਭਏ ਸਰੀਰ ਜਨ ਧੂਰੀ ਨਾਇਆ। ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ। ਤਰੇ ਕੁਟੰਬ ਸੰਗ ਲੋਗ ਕੁਲ ਸਬਾਇਆ। ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ। ਤਰੇ ਕੁਟੰਬ ਸੰਗ ਲੋਗ ਕੁਲ ਸਬਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ਼ ਸ਼ਹਿਨਸ਼ਾਹ ਚਵਰ ਛਤਰ ਤਖਤ ਦੇ ਮਾਲਕ ਖੰਡਾਂ ਬ੍ਰਹਮੰਡਾਂ ਦੇ ਮਾਲਕ ਰਾਜਾਨ ਰਾਜ ਪਾਨ ਆਨ ਪਾਨ ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ ਸ਼ਹਿਨਸ਼ਾਹ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਸਮਰੱਥ ਮਾਲਕ ਪਾਤਸ਼ਾਹ ਦੀ ਪਾਵਨ ਗੋਦ ਅੰਦਰ ਹਜ਼ੂਰ ਗੁਰ ਕਲਗੀਧਰ ਪਾਤਸ਼ਾਹ ਜੀ ਦੇ ਮੁਬਾਰਕ ਬਖਸ਼ਿਸ਼ਾਂ ਨਾਲ ਨਿਵਾਜੇ ਹੋਏ ਪਾਵਨ ਅਸਥਾਨ ਗੁਰਦੁਆਰਾ ਸ਼੍ਰੀ ਬਾਲ ਲੀਲਾ ਸਾਹਿਬ ਰਾਣੀ ਮੈਣੀ ਜੀ ਦੀ ਮਾਤਾ ਵਿਸ਼ੰਭਰਾ ਜੀ ਦੀ ਪਾਵਨ ਗੋਦ ਅੰਦਰ ਹਜ਼ੂਰ ਦੀ ਬਖਸ਼ਿਸ਼ ਨੂੰ ਮਾਨਣ ਦੇ ਲਈ ਜੁੜ ਬੈਠੇ ਗੁਰੂ ਪਿਆਰੇ ਖਾਲਸਾ ਜੀ ਸਾਹਿਬ ਜੀ ਨੇ ਤੁਠ ਕਰਕੇ ਮਿਹਰਾਮਤ ਦੇ ਘਰ ਵਿੱਚ ਆ ਕੇ ਬਖਸ਼ਿਸ਼ ਦੇ ਘਰ ਵਿੱਚ ਆ ਕੇ ਇਹਨਾਂ ਪਾਵਨ ਅਸਥਾਨਾਂ ਤੋਂ ਜੋ ਆਪਣੀ ਬਖਸ਼ਿਸ਼ ਦੇ ਨਾਲ ਅੰਮ੍ਰਿਤ ਵੇਲੇ ਅਸੀਸਾਂ ਦੇ ਕਰਕੇ ਨਿਵਾਜਣਾ ਕੀਤਾ ਹੈ। ਹਜ਼ੂਰ ਦੀ ਇਸ ਪਾਵਨ ਬਖਸ਼ਿਸ਼ ਦੇ ਪਾਤਰ ਬਣਨ ਦਾ ਯਤਨ ਕਰੀਏ। ਮਾਲਕ ਪਾਤਸ਼ਾਹ ਜੀ ਦਾ ਸ਼ੁਕਰਗੁਜ਼ਾਰ ਹੋਈਏ ਕਿ ਦਾਤੇ ਨੇ ਤੁਠ ਕਰਕੇ ਜਿੱਥੇ ਸਰੀਰਾਂ ਨੂੰ ਤਾਨ ਬਖਸ਼ਿਸ਼ ਕੀਤਾ ਹੈ, ਸਰੀਰਾਂ ਨੂੰ ਬਲ ਬਖਸ਼ਿਸ਼ ਕੀਤਾ ਹੈ ਕਿ ਸੰਸਾਰਕ ਤੌਰ 'ਤੇ ਬਹੁਤ ਲੰਬੇਰੇ ਪੰਧ ਤੈਅ ਕਰਕੇ
ਬੜੀਆਂ ਮੁਸੀਬਤਾਂ, ਬੜੀਆਂ ਔਖੀਆਂ ਘਾਟੀਆਂ 'ਚੋਂ ਗੁਜ਼ਰਦਿਆਂ ਹੋਇਆਂ ਮਾਲਕ ਦੀ ਇਸ ਪਾਵਨ ਧਰਤੀ ਦੀ ਛੋਹ ਲੈਣ ਦਾ ਦਾਤੇ ਨੇ ਸੁਭਾਗ ਬਖਸ਼ਿਆ ਹੈ। ਅਰਦਾਸ ਕਰੀਏ ਕਿ ਸਮਰੱਥ ਪਾਤਸ਼ਾਹ, ਇਹ ਸੱਚ ਹੈ, ਤੂੰ ਸਦਾ ਦਿਆਲੂ ਹੈ, ਤੂੰ ਸਦਾ ਕਿਰਪਾਲੂ ਹੈ। ਜਦੋਂ ਤੂੰ ਬਖਸ਼ਿਸ਼ਾਂ ਮਿਹਰਾਮਤਾਂ ਕਰਨ ਤੇ ਆਉਂਦਾ ਹੈ ਤੇ ਨਾ ਤੂੰ ਜੀਵ ਦੇ ਗੁਣ ਵੇਖੇ, ਨਾ ਤੂੰ ਜੀਵ ਦੇ ਔਗਣ ਵੇਖੇ। ਤੇ ਵੱਡਾ ਸੁਭਾਅ ਤੇਰਾ ਇਹ ਹੈ ਕਿ ਜਦੋਂ ਤੂੰ ਮਿਹਰਾਮਤਾਂ ਕਰਨ ਲੱਗ ਪਵੇਂ ਤੇ ਫਿਰ ਤੂੰ ਕਦੀ ਹੱਥ ਪਿਛਾਂਹ ਨਹੀਂ ਕਰਦਾ। ਤੂੰ ਇੱਕ ਤੋਂ ਵੱਧ ਕੇ ਇੱਕ ਬਖਸ਼ਿਸ਼ ਜਿਹੜੀ ਉਹ ਜੀਵ ਦੀ ਝੋਲੀ 'ਚ ਪਾਉਂਦਾ ਹੈ। ਸੋ ਦਾਤਾ, ਜੇ ਸਾਡੀ ਝੋਲੀ 'ਚ ਇਹ ਬਖਸ਼ਿਸ਼ ਪਾਈ ਹੈ ਕਿ ਸਾਨੂੰ ਇੱਥੋਂ ਤੱਕ ਤੂੰ ਲੈ ਕਰਕੇ ਆਇਆ, ਇਸ ਤੋਂ ਵੱਡੀ ਬਖਸ਼ਿਸ਼ ਇਹ ਕੀਤੀ ਕਿ ਸਾਨੂੰ ਆਪਣੀ ਸਤ ਸੰਗਤ ਵਿੱਚ ਬੈਠਣ ਦਾ ਬਲ ਬਖਸ਼ਿਸ਼ ਕੀਤਾ ਹੈ, ਤਾਂ ਦਾਤਾ ਟੁੱਟ ਕੇ ਸਾਡੇ ਇਸ ਮਨ ਦੇ ਉੱਤੇ ਵੀ ਇੱਕ ਦਇਆ, ਇੱਕ ਤਰਸ, ਇੱਕ ਮਿਹਰਾਮਤ ਕਰ ਕਿ ਅਸੀਂ ਜਿੰਨਾ ਚਿਰ ਵੀ ਤੇਰੀ ਗੋਦ ਦੇ ਵਿੱਚ ਬੈਠੀਏ, ਐ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪ ਜੀ ਦੇ ਧਰਮਵਾਤ ਮਾਤਾ ਵਿਸ਼ੰਭਰਾ ਦੇਵੀ ਜੀ ਦੀ ਪਾਵਨ ਗੋਦ ਅੰਦਰ, ਜਿਸ ਗੋਦ ਦੇ ਅੰਦਰ ਕਦੀ ਤੁਸੀਂ ਆਪ ਆ ਕੇ ਬੈਠਦੇ ਸੀ। ਤੇ ਦੇਖੋ, ਸੰਸਾਰ ਦੇ ਉੱਤੇ ਕਈ ਵਾਰ ਅਸੀਂ ਇਹ ਗੱਲ ਸੋਚਦੇ ਹਾਂ ਕਿ ਜਿਸ ਗੋਦ ਦੇ ਵਿੱਚ ਪਿਤਾ ਬੈਠਾ ਹੋਵੇ ਤੇ ਕਈ ਵਾਰ ਪਿਤਾ ਦਾ ਅੱਗੇ ਜਿਹੜਾ ਪੁੱਤਰ ਹੋਏਗਾ ਉਹਨੂੰ ਸ਼ਾਇਦ ਉਸੇ ਤਰ੍ਹਾਂ ਉਸ ਗੋਦ ਵਿੱਚ ਬਹਿਣ ਦਾ ਸੁਭਾਗ ਨਹੀਂ ਨਸੀਬ ਹੁੰਦਾ। ਪਰ ਹਜ਼ੂਰ ਨੇ ਐਸੀ ਬਖਸ਼ਿਸ਼ ਕੀਤੀ ਹੈ ਕਿ ਜਿਸ ਗੋਦ ਦੇ ਅੰਦਰ, ਆਪਣੇ ਧਰਮ ਮਾਤ ਦੀ ਪਾਵਨ ਗੋਦ ਅੰਦਰ ਹਜ਼ੂਰ ਪਾਤਸ਼ਾਹ ਜੀ ਆ ਕਰਕੇ ਬੈਠੇ ਨੇ, ਉਸੇ ਪਾਵਨ ਗੋਦ ਦੇ ਅੰਦਰ ਭਾਵੇਂ ਅਸੀਂ ਬਜ਼ੁਰਗ ਹੋ ਜਾਈਏ, ਭਾਵੇਂ ਅਸੀਂ ਸਿਆਣੀ ਉਮਰ ਦੇ ਹੋਈਏ, ਭਾਵੇਂ ਅਸੀਂ ਬੱਚੀਆਂ ਧੀਆਂ ਦੇ ਰੂਪ ਅੰਦਰ ਹੋਈਏ, ਮਾਲਕ ਪਾਤਸ਼ਾਹ ਨੇ ਕੈਸੀ ਸਾਡੇ 'ਤੇ ਕਿਰਪਾ ਕੀਤੀ ਕਿ ਸਾਨੂੰ ਵੀ ਇਸ ਮਾਂ ਦੀ ਗੋਦ ਵਿੱਚ ਬਹਿਣ ਦਾ ਬਲ ਦਿੱਤਾ ਹੈ, ਸਾਨੂੰ ਵੀ ਇਹ ਮਰਤਬਾ ਦਿੱਤਾ ਹੈ, ਸਾਨੂੰ ਵੀ ਇੰਨਾ ਕੁ ਸਨਮਾਨ ਦਿੱਤਾ ਹੈ, ਜਾਂ ਇਹ ਸ਼ਬਦ ਕਹਿ ਲਈਏ ਸਾਡੇ 'ਤੇ ਵੀ ਇਹ ਕਿਰਪਾ ਕਰਕੇ ਹੱਕ ਹਦੂਦ ਦਿੱਤਾ ਹੈ ਕਿ ਤੁਸੀਂ ਵੀ ਇਸ ਮੇਰੀ ਮਾਂ ਦੀ ਗੋਦ ਵਿੱਚ ਬਹਿ ਸਕਦੇ ਹੋ। ਤਾਂ ਹਜ਼ੂਰ ਪਾਤਸ਼ਾਹ ਜੋ ਅਸੀਸ ਬਖਸ਼ਿਸ਼ ਕਰਦੇ ਨੇ, ਅਰਦਾਸ ਕਰੀਏ ਮਾਲਕ ਜੀ ਤਰਸ ਕਰਿਓ, ਮਨ ਬਿਰਤੀਆਂ ਸੁਰਤ ਇੰਦਰੀਆਂ ਦੀ ਇਕਾਗਰਤਾ ਦਿਓ, ਪ੍ਰੇਮ ਭਾਵਨਾ ਪ੍ਰਤੀਤ ਦੀ ਦਾਤ ਦਿਓ, ਕੁਝ ਕਹਿਣ ਸੁਣਨ ਦਾ ਬਲ ਬਖਸ਼ਿਸ਼ ਕਰੋ, ਤਾਂ ਕਿ ਆਪ ਜੀ ਦੇ ਅਗਾਧ ਬੁੱਧ ਪਾਵਨ ਸ਼ਬਦ ਦੀ ਵਿਚਾਰ ਸਾਂਝ ਕਰ ਸਕੀਏ। ਸੋ ਜਿਤਨੇ ਵੀ ਸਰੀਰ ਸਰਵਣ ਕਰ ਰਹੇ ਹਾਂ, ਪਿਆਰ ਸਹਿਤ ਮਿਲ ਜੁਲ ਕੇ ਇੱਕ ਦਫਾ ਉਚਾਰਨ ਕਰੋ ਔਰ ਅੱਖ ਨਾ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਲੋਕ ਦਇਆ ਕਰਣੰ ਦੁਖ ਹਰਣੰ ਉਚਰਣੰ ਨਾਮ ਕੀਰਤਨ ਹੈ। ਹਜ਼ੂਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 709 ਅੰਗ 'ਤੇ ਇਹ ਪਾਵਨ ਬਾਣੀ ਜਦੋਂ ਅਸੀਂ ਜੈਤਸਰੀ ਕੀ ਵਾਰ ਪ੍ਰਾਰੰਭ ਕਰਦੇ ਹਾਂ 705 ਅੰਗ 'ਤੇ, ਉਸ ਜੈਤਸਰੀ ਕੀ ਵਾਰ ਅੰਦਰ ਹਜ਼ੂਰ ਦਾ ਇਹ ਮੁਬਾਰਕ 18ਵਾਂ ਸ਼ਲੋਕ ਹੈ। ਤੇ ਕਮਾਲ ਦੀ ਗੱਲ, ਵੱਡੀ ਗੱਲ ਇਹ ਹੈ, ਹਜ਼ੂਰ ਨੇ ਜਦੋਂ ਜੈਤਸਰੀ ਕੀ ਵਾਰ ਉਚਾਰਨ ਕੀਤੀ ਤੇ ਆਪਾਂ ਜਦੋਂ ਤਕਰੀਬਨ ਮੱਧ ਦੀ ਅਰਦਾਸ ਵਿੱਚ ਸ਼ਾਮਲ ਹੋਈਏ ਤੇ ਅਰਦਾਸ ਤੋਂ ਬਾਅਦ ਮੁੱਖ ਵਾਕ ਸਾਹਿਬ ਜਦੋਂ ਅਸੀਂ ਸਰਵਣ ਕਰਦੇ ਤੇ ਗ੍ਰੰਥੀ ਸਿੰਘ ਵੱਲੋਂ, ਗੁਰੂ ਕੇ ਵਜ਼ੀਰ ਵੱਲੋਂ ਹਜ਼ੂਰ ਦੀ ਪਾਵਨ ਬਾਣੀ ਦਾ ਮੁੱਖ ਵਾਕ ਲੈਂਦਿਆਂ ਜੋ ਪੰਕਤੀ ਪੜ੍ਹੀ ਜਾਂਦੀ ਹੈ ਕਿ ਜੈਤਸਰੀ ਕੀ ਵਾਰ ਦੇ ਅੰਦਰ ਪਾਤਸ਼ਾਹ ਜੀ ਕਹਿੰਦੇ ਸਾਰੇ ਸ਼ਲੋਕ ਜਿਹੜੇ ਨੇ ਵਾਰ ਸ਼ਲੋਕਾਂ ਨਾਲ, ਭਾਵ ਇਹ ਸਾਰੀ ਵਾਰ ਤੇ ਸ਼ਲੋਕ ਜਿਹੜੇ ਨੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਨੇ। ਜ਼ਿਆਦਾਤਰ ਜਦੋਂ ਅਸੀਂ ਵਾਰਾਂ ਪੜ੍ਹਦੇ ਹਾਂ ਤੇ ਪੌੜੀਆਂ ਹਜ਼ੂਰ ਦੀਆਂ, ਪਰ ਜਿਵੇਂ ਆਸਾ ਕੀ ਵਾਰ ਅੰਦਰ ਕਿਤੇ ਮਹੱਲਾ ਪਹਿਲਾ, ਕਿਤੇ ਮਹੱਲਾ ਦੂਜਾ, ਕਿਤੇ ਮਹੱਲਾ ਤੀਜਾ, ਕਿਤੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਸ਼ਬਦ ਵੀ ਆਉਂਦੇ ਨੇ, ਹਜ਼ੂਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵੀ ਫਿਰ ਬਖਸ਼ਿਸ਼ਾਂ ਨਾਲ ਨਿਵਾਜਦੇ ਨੇ। ਪਰ ਇਸ ਸਾਰੀ ਦੀ ਸਾਰੀ ਵਾਰ ਦੇ ਅੰਦਰ ਸਾਰੇ ਸ਼ਲੋਕ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਉਚਾਰਨ ਕੀਤੇ ਤੇ ਪੌੜੀਆਂ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਉਚਾਰਨ ਕੀਤੀਆਂ। ਸੋ ਹਜ਼ੂਰ ਪਾਤਸ਼ਾਹ ਇਸ ਪਾਵਨ ਸ਼ਲੋਕ ਅੰਦਰ ਜੋ ਕਿਰਪਾ ਕਰਦੇ ਨੇ, ਪ੍ਰਾਰੰਭਤਾ ਦਾ ਇਹ ਮੁਬਾਰਕ ਸ਼ਬਦ ਹੈ ਦਇਆ ਕਰਨੰ, ਕਿ ਉਸ ਕਰਤੇ ਅਕਾਲ ਪੁਰਖ ਪਰਮੇਸ਼ਰ ਦਾ ਇੱਕ ਸੁਭਾਅ ਹੈ, ਉਹ ਦਿਆਲੂ ਹੈ। ਤੇ ਇਕੱਲਾ ਦਿਆਲੂ ਹੈ ਹੀ ਨਹੀਂ,
ਦੇਖੋ ਸੰਸਾਰ ਦੇ ਵਿੱਚ ਕਈ ਵਾਰ ਕੁਝ ਲੋਕ ਹੁੰਦੇ ਨੇ ਜਿਨ੍ਹਾਂ ਦੇ ਨਾਮ ਦੇ ਮਗਰ ਕੁਝ ਟਾਈਟਲ ਜਿਹੜਾ ਉਹ ਲੱਗ ਜਾਂਦਾ ਹੈ, ਪਰ ਜ਼ਰੂਰੀ ਨਹੀਂ ਹੁੰਦਾ ਕਿ ਜਿਸ ਬੰਦੇ ਦੇ ਨਾਮ ਅਗਰ ਜਿਹੜਾ ਟਾਈਟਲ ਲੱਗਾ ਹੋਇਆ ਉਹ ਬੰਦਾ ਉਹੀ ਹੋਵੇ। ਜੇ ਅਸੀਂ ਉਦਾਹਰਨ ਦੇ ਤੌਰ ਤੇ ਵੇਖੀਏ, ਹਿੰਦੂ ਸਮਾਜ 'ਚ ਤੁਸੀਂ ਵੇਖਿਆ ਹੋਵੇਗਾ ਕਿਸੇ ਨੂੰ ਕਿਹਾ ਜਾਂਦਾ ਹੁੰਦਾ ਦਿਵੇਦੀ, ਕਿਸੇ ਨੂੰ ਕਿਹਾ ਜਾਂਦਾ ਹੁੰਦਾ ਤ੍ਰਿਵੇਦੀ, ਕਿਸੇ ਨੂੰ ਕਿਹਾ ਜਾਂਦਾ ਹੁੰਦਾ ਚਤੁਰਵੇਦੀ। ਭਾਵ ਜਿਹਨੇ 2 ਵੇਦ ਪੜ੍ਹੇ ਨੇ ਉਹਨੂੰ ਦਿਵੇਦੀ ਸ਼ਬਦ ਕਿਹਾ ਜਾਂਦਾ ਹੈ, ਜਿਹਨੇ 3 ਵੇਦ ਪੜ੍ਹੇ ਹੋਣ ਉਹਨੂੰ ਤ੍ਰਿਵੇਦੀ ਸ਼ਬਦ ਕਹਿੰਦੇ, ਤੇ ਜਿਹਨੇ 4 ਪੜ੍ਹੇ ਹੋਣ ਉਹਨੂੰ ਚਤੁਰਵੇਦੀ ਸ਼ਬਦ ਕਹਿੰਦੇ ਨੇ। ਪਰ ਇਹ ਗੱਲ ਵੇਖੋ ਵੀ ਜੇ ਤਾਂ ਉਹਨਾਂ ਦੇ ਬਜ਼ੁਰਗਾਂ ਨੇ ਕਿਸੇ ਨੇ ਵੇਦਾਂਤ ਪੜ੍ਹਿਆ ਹੋਵੇ ਤਾਂ ਉਹ ਆਪਣੇ ਨਾਮ ਅਗਰ ਚਤੁਰਵੇਦੀ ਜਾਂ ਤ੍ਰਿਵੇਦੀ ਸ਼ਬਦ ਲਾਵੇ, ਪਰ ਕਈ ਵਾਰ ਦਾਦੇ ਦੇ ਵੀ ਦਾਦੇ ਨੇ ਵੇਦਾਂਤ ਪੜ੍ਹਿਆ ਹੁੰਦਾ, ਪਰ ਅੱਗੇ ਉਹਨਾਂ ਦੇ ਗਾਂ ਦੀ ਗਾਂ ਜਿਹੜੇ ਪੋਤਰੇ ਹੁੰਦੇ ਉਹ ਵੀ ਆਪਣੇ ਨਾਮ ਅਗਰ ਤ੍ਰਿਵੇਦੀ ਸ਼ਬਦ ਲਾਉਂਦੇ। ਤੇ ਜੇ ਉਹਨਾਂ ਨੂੰ ਪੁੱਛੀਏ ਵੀ ਤੁਸੀਂ ਤ੍ਰਿਵੇਦੀ ਲਾਉਂਦੇ ਹੋ, ਤੁਸੀਂ ਵੇਦਾਂਤ ਪੜ੍ਹੇ ਆ, 3 ਵੇਦ ਪੜ੍ਹੇ ਨੇ, ਤੇ ਉਹ ਕਹਿਣਗੇ ਵੀ ਨਹੀਂ, ਨਾ ਸਾਡਾ ਜ਼ਰੂਰ ਤ੍ਰਿਵੇਦੀ ਹੈ ਪਰ ਅਸੀਂ 3 ਵੇਦ ਅੱਜ ਤੱਕ ਵੇਖੇ ਨਹੀਂ ਹੋਣੇ। ਬੜੇ ਸੰਸਾਰ ਤੇ ਐਸੇ ਲੋਕ ਹੁੰਦੇ ਨੇ ਜਿਨ੍ਹਾਂ ਦੇ ਨਾਮ ਦੇ ਅੱਗੇ ਜਾਂ ਪਿੱਛੇ ਕੋਈ ਸਰਨੇਮ, ਕੋਈ ਟਾਈਟਲ, ਕੋਈ ਤਖੱਲਸ ਲੱਗਦਾ, ਪਰ ਉਹਨਾਂ ਵਿੱਚ ਉਹ ਗੁਣ ਨਹੀਂ ਹੁੰਦੇ। ਬਹੁਤਾਂਤ 'ਚ ਵੀ ਆਪਾਂ ਕਈ ਵਾਰ ਗਿਆਨੀ ਸ਼ਬਦ ਵਰਤ ਲੈਂਦੇ ਆ, ਪਰ ਜ਼ਰੂਰੀ ਨਹੀਂ ਕਿ ਜੇ ਸਾਡੇ ਵਰਗੇ ਦੇ ਨਾਂ ਅਗਰ ਗਿਆਨੀ ਲੱਗ ਗਿਆ ਤੇ ਉਹ ਗਿਆਨੀ ਹੋਵੇਗਾ, ਇਹ ਜ਼ਰੂਰੀ ਨਹੀਂ। ਸੋ ਇਸ ਤਰ੍ਹਾਂ ਸੰਸਾਰ ਤੇ ਬੜੇ ਛੋਟੇ ਵੱਡੇ ਸ਼ਬਦ ਨੇ, ਪਰ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਜਿਹੜਾ ਵੀ ਸ਼ਬਦ ਲੱਗਾ ਉਹ ਉਸ ਸ਼ਬਦ ਤੋਂ ਵੀ ਹਜ਼ਾਰਾਂ ਲੱਖਾਂ ਗੁਣਾ ਵੱਧ ਕੇ ਉਸ ਸ਼ਬਦ ਨੂੰ ਕਮਾਉਂਦਾ ਹੈ। ਹਜੂਰ ਨੇ ਪ੍ਰਾਰੰਭਤਾ 'ਚ ਕਿਹਾ ਦਇਆ ਕਰਨ, ਉਹ ਕਰਤਾ ਅਕਾਲ ਪੁਰਖ ਪਰਮੇਸ਼ਰ ਜਿਹੜਾ ਉਹ ਦਇਆ ਕਰਦਾ, ਤੇ ਉਹਦੀ ਦਇਆ ਦਾ ਸੁਭਾਅ ਐਸਾ ਹੈ, ਇੰਨਾ ਕੁ ਦਿਆਲੂ ਹੈ ਕਿ ਹਜੂਰ ਗੁਰ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ ਔਗਣ ਦੇਖਤ ਹੈ ਪਰ ਦੇਤ ਨਾ ਹਾਰੈ। ਆਪਾਂ ਸੰਸਾਰ ਦੇ ਵਿੱਚ ਮਾੜਾ ਜਿਹਾ ਕਿਸੇ ਦਾ ਗੁਨਾਹ ਔਗਣ ਵੇਖ ਲਈਏ ਨਾ, ਤੇ ਆਪਾਂ ਕਦੀ ਉਹਨੂੰ ਰੋਜ਼ੀ ਰੋਟੀ ਨਹੀਂ ਦੇਵਾਂਗੇ, ਕਦੀ ਉਹਨੂੰ ਕੋਈ ਚੀਜ਼ ਨਹੀਂ ਦੇਵਾਂਗੇ। ਇੱਥੋਂ ਤੱਕ ਆਪਣੀਆਂ ਅੱਖਾਂ ਦੇ ਸਾਹਮਣੇ ਕਈ ਵਾਰ ਬੰਦਾ ਤੜਫਦਾ ਵੀ ਹੋਵੇ ਤੇ ਆਪਾਂ ਕਹਿੰਦੇ ਮੈਂ ਸਾਰਿਆਂ ਨੂੰ ਚੀਜ਼ ਦੇ ਦਾਂਗਾ ਪਰ ਇਹਨੂੰ ਨਹੀਂ ਦੇਣੀ। ਕਾਰਨ ਕੀ ਹੈ? ਇਹਦੇ ਨਾਲ ਮੇਰੀ ਬਣਦੀ ਨਹੀਂ, ਇਹਦੇ ਨਾਲ ਮੇਰੀ ਵੰਡੀ ਹੈ ਬਹੁਤ ਜ਼ਿਆਦਾ। ਜਦੋਂ ਅਸੀਂ ਇਸਲਾਮ ਨੂੰ ਪੜ੍ਹਦੇ ਹਾਂ, ਉਹਨਾਂ ਦੇ ਜੀਵਨ ਵਿੱਚ ਇੱਕ ਘਟਨਾ ਆਉਂਦੀ ਸ਼ਾਇਦ ਮੁਹੰਮਦ ਸਾਹਿਬ ਜੀ ਦੇ, ਕਿ ਇੱਕ ਦਫਾ ਉਹ ਕੁਝ ਵੰਡ ਰਹੇ ਸੀਗੇ ਤੇ ਕਿਸੇ ਸਾਡੇ ਤੁਹਾਡੇ ਵਰਗੇ ਨੇ ਕਹਿ ਦਿੱਤਾ ਕਿ ਮੈਨੂੰ ਬਖਸ਼ਿਸ਼ ਕਰੋ ਤੇ ਮੈਂ ਵੰਡ ਦੇਵਾਂ। ਜਿਵੇਂ ਆਪਾਂ ਆਮ ਹੀ ਕਹਿੰਦੇ ਲਿਆਓ ਜੀ ਸਾਨੂੰ ਚੀਜ਼ ਫੜਾ ਦਿਓ ਮੈਂ ਵੰਡ ਦੇਵਾਂ। ਉਹਨੇ ਵੰਡ ਦਿੱਤੀ। ਸਹਿਜੇ ਸਹਿਜੇ ਵੰਡਦਿਆਂ ਉਹਦੇ ਮਨ 'ਚ ਭਾਵਨਾ ਆਈ, ਕਹਿੰਦਾ ਵੀ ਖੁਦਾ ਮੇਰੇ ਤੇ ਤਰਸ ਕਰੇ ਤੇ ਪਰਮਾਤਮਾ ਜਿਹੜੀ ਖੁਦਾ ਜਿਹੜੀ ਡਿਊਟੀ ਸਾਂਭ ਕੇ ਬੈਠਾ ਕਿ ਉਹ ਸਾਰੇ ਸੰਸਾਰ ਨੂੰ ਰਿਜ਼ਕ ਦਿੰਦਾ ਹੈ, ਰਿਜ਼ਕ ਅਪੜਾਉਂਦਾ ਹੈ, ਉਹ ਇੱਕ ਦਿਨ ਵਾਸਤੇ ਮੈਨੂੰ ਇਹ ਡਿਊਟੀ ਦੇਵੇ। ਇਹ ਬੜੀ ਸੌਖੀ ਜੀ ਡਿਊਟੀ ਹੈ, ਮੈਂ ਇੱਕ ਦਿਨ ਇਹ ਵੀ ਕਰਨੀ ਚਾਹੁੰਦਾ। ਤੇ ਉੱਥੇ ਲਿਖਿਆ ਵੀ ਖੁਦਾ ਪਰਮੇਸ਼ਰ ਪ੍ਰਸੰਨ ਹੋਇਆ, ਉਹਨੇ ਇੱਕ ਦਿਨ ਵਾਸਤੇ ਉਹਨੂੰ ਡਿਊਟੀ ਦਿੱਤੀ ਵੀ ਤੂੰ ਸਾਰੀ ਸ੍ਰਿਸ਼ਟੀ ਦੇ ਅੰਦਰ ਕੋਈ ਜੀਵ ਜਿਹੜਾ ਹੈ ਉਹ ਭੁੱਖਾ ਨਾ ਰਵੇ, ਸਾਰਿਆਂ ਨੂੰ ਵੰਡਣਾ ਹੈ। ਤੇ ਉਹ ਕਹਿੰਦੇ ਵੀ ਜਦੋਂ ਵੰਡਣ ਵਾਸਤੇ ਉਹ ਤੁਰਿਆ, ਉਹਨੂੰ ਬਖਸ਼ਿਸ਼ਾਂ ਮਿਲੀਆਂ, ਜਿਵੇਂ ਵੀ ਸ਼ਬਦ ਆਪਾਂ ਸਮਝ ਲਈਏ, ਉਹਨੇ ਸਾਰੀ ਸ੍ਰਿਸ਼ਟੀ ਦੇ ਅੰਦਰ ਜੋ ਜਿਵੇਂ ਇਸਲਾਮ ਕਹਿੰਦਾ ਵੀ ਸ੍ਰਿਸ਼ਟੀ ਨੂੰ ਪਾਲਣ ਹਾਰਾ ਕੇਵਲ ਖੁਦਾ ਹੈ, ਹਿੰਦੂਇਜ਼ਮ ਕਹਿੰਦਾ ਸ੍ਰਿਸ਼ਟੀ ਨੂੰ ਪਾਲਣ ਵਾਸਤੇ ਵਿਸ਼ਨੂੰ ਹੈ। ਸੋ ਇਸ ਤਰ੍ਹਾਂ ਸਿੱਖ ਬੜੀ ਭਾਵਨਾ ਨਾਲ ਕਹਿੰਦਾ ਕਿ ਅਕਾਲ ਪੁਰਖ ਪਰਮੇਸ਼ਰ ਹੀ ਉਹ ਖੁਦਾ ਨੂੰ ਪਾਲਣਦਾ, ਉਹ ਮੁਹੰਮਦ ਨੂੰ ਪਾਲਦਾ, ਉਹ ਵਿਸ਼ਨੂੰ ਨੂੰ ਪਾਲਦਾ, ਉਹ ਬ੍ਰਹਮਾ ਨੂੰ ਪਾਲਦਾ। ਤਾਂ ਉਸ ਭਲੇ ਮਨੁੱਖ ਨੇ ਜਦੋਂ ਇਹ ਸਾਰਾ ਕੁਝ ਕੀਤਾ ਤੇ ਕਹਿੰਦੇ ਖੁਦਾ ਨੇ ਸ਼ਾਮ ਨੂੰ ਨਿਗਾਹ ਮਾਰੀ ਵੀ ਕੋਈ ਭੁੱਖਾ ਤੇ ਨਹੀਂ। ਉਹਨੇ ਵੇਖਿਆ ਵੀ ਇੱਕ ਬੰਦਾ ਭੁੱਖਾ ਰਹਿ ਗਿਆ ਤੇ ਉਹਨੂੰ ਪੁੱਛਿਆ ਵੀ ਜੇ ਤੂੰ ਸਾਰਿਆਂ ਨੂੰ ਰਿਜ਼ਕ ਦੇ ਦਿੱਤਾ ਹੈ, ਸਾਰਿਆਂ ਨੂੰ ਚੀਜ਼ਾਂ ਵੰਡਤੀਆਂ, ਇਹਨੂੰ ਕਿਉਂ ਨਹੀਂ ਵੰਡੀਆਂ? ਤੇ ਉਹ ਕਹਿੰਦਾ ਵੀ ਦੇਖੋ ਮੈਂ ਵੰਡਣ ਗਿਆ ਸੀ, ਪਰ ਜਦੋਂ ਮੈਂ ਇਹਦੇ ਕੋਲ ਗਿਆ ਇਹ ਕਾਫਰ ਸੀ, ਤੇ ਕਾਫਰ ਤੇ ਹੋਰ ਵੀ ਬੜੇ ਸੀਗੇ ਇਸ ਸ੍ਰਿਸ਼ਟੀ ਅੰਦਰ, ਜ਼ਰੂਰੀ ਨਹੀਂ ਸਾਰੇ ਇਸਲਾਮ ਨੂੰ ਹੀ ਮੰਨਦੇ ਨੇ, ਤੇ ਜਿਹੜਾ ਨਹੀਂ ਮੰਨਦਾ ਉਹਨੂੰ ਲੋਕ ਕਾਫਰ ਸ਼ਬਦ ਕਹਿੰਦੇ ਨੇ। ਕਹਿੰਦਾ ਕਾਫਰ ਤੇ ਬੜੇ ਸੀ, ਪਰ ਇਹ ਐਡਾ ਵੱਡਾ ਕਾਫਰ ਸੀ ਕਿ ਇਹ ਖੁਦਾ ਨੂੰ ਗਾਲਾਂ ਕੱਢਦਾ ਸੀ, ਇਹ ਨਾਸਤਿਕ ਸੀਗਾ, ਤੇ ਇਹਨੇ ਬਹੁਤ ਮਾੜੇ ਸ਼ਬਦ ਜਿਹੜੇ ਨੇ ਖੁਦਾ ਦੇ ਪ੍ਰਤੀ ਵਰਤੇ ਨੇ। ਇਸ ਕਰਕੇ ਮੇਰਾ ਹਿਆ ਨਹੀਂ ਪਿਆ ਕਿ ਮੈਂ ਇਹਦੀ ਝੋਲੀ 'ਚ ਕੁਝ ਪਾਵਾਂ। ਤੇ ਉੱਥੇ ਲਿਖਦੇ ਵੀ ਖੁਦਾ ਨੇ ਕਿਹਾ ਤੂੰ ਅੱਜ ਇੱਕ ਦਿਨ ਵਾਸਤੇ ਵੰਡਣ ਵਾਲਾ ਬਣਿਆ ਤੇ ਤੂੰ ਪਹਿਲੇ ਦਿਨ ਹੀ ਇਸ ਬੰਦੇ ਨੂੰ ਛੱਡ ਆਇਆ। ਇਹ ਕਿਤੇ ਅੱਜ ਦਾ ਥੋੜ੍ਹੀ ਮੈਨੂੰ ਗਾਲਾਂ ਕੱਢਦਾ, ਇਹ ਕਿਤੇ ਅੱਜ ਦਾ ਥੋੜ੍ਹੀ ਮੈਨੂੰ ਕਬੂਲ ਬੋਲਦਾ, ਇਹ ਤੇ ਜਦੋਂ ਦਾ ਇਹਨੇ ਸੁਰਤ ਸੰਭਾਲੀ ਹੈ ਇਹ ਉਸੇ ਦਿਨ ਤੋਂ ਹੀ ਮੈਨੂੰ ਕਬੂਲ ਬੋਲਦਾ। ਪਰ ਮੈਂ ਤੇ ਅੱਜ ਤੱਕ ਇਹਦੀ ਰੋਜੀ ਬੰਦ ਨਹੀਂ ਕੀਤੀ, ਮੈਂ ਤੇ ਅੱਜ ਤੱਕ ਇਹਦਾ ਰਿਜ਼ਕ, ਇਹਦੀ ਰੋਟੀ ਬੰਦ ਨਹੀਂ ਕੀਤੀ। ਸੋ ਇਸ ਤਰ੍ਹਾਂ ਜਦੋਂ ਅਸੀਂ ਹਰ ਧਰਮ ਦੇ ਵਿੱਚ ਹੀ ਦੇਖਦੇ ਹਾਂ, ਐਸੀਆਂ ਕਹਾਵਤਾਂ ਜਾਂ ਐਸੀਆਂ ਸਾਖੀਆਂ ਜਿਹੜੀਆਂ ਨੇ ਹਰ ਧਰਮ ਵਿੱਚ ਮਿਲਦੀਆਂ ਕਿ ਪਰਮੇਸ਼ਰ ਜਿਹੜਾ ਹੈ ਉਹ ਦਇਆਲੂ ਹੈ।
ਤਾਂ ਹਜੂਰ ਪਾਤਸ਼ਾਹ ਜੀ ਕਹਿੰਦੇ ਦਇਆ ਕਰਨੰ, ਉਹਦਾ ਸੁਭਾਅ ਹੀ ਹੈ ਕਿ ਉਹ ਜੀਵਾਂ ਦੇ ਉੱਤੇ ਦਇਆ ਕਰਦਾ ਹੈ। ਤੇ ਦਇਆ ਉਹ ਕੈਸੀ ਕਰਦਾ ਹੈ, ਇਹ ਕੇਵਲ ਇੰਨਾ ਨਹੀਂ ਕਿ ਉਹ ਸਾਨੂੰ ਰੋਜੀ ਰੋਟੀ ਦੇ ਦਿੰਦਾ ਹੈ, ਉਹ ਸਾਨੂੰ ਭੋਜਨ ਪ੍ਰਸ਼ਾਦਾ ਦੇ ਦਿੰਦਾ ਹੈ ਤੇ ਉਹ ਬੜਾ ਦਿਆਲੂ ਹੈ, ਨਹੀਂ, ਉਹ ਸਾਨੂੰ ਸਾਹ ਦੇ ਰਿਹਾ, ਸਾਨੂੰ ਜ਼ਿੰਦਗੀ ਦੇ ਰਿਹਾ। ਜਿਨ ਜੀਓ ਦਿਆ ਤੇ ਸਰੀਰਕ ਅੰਬੜਾਵੈ, ਉਹ ਸਾਨੂੰ ਰਿਜ਼ਕ ਦਿੰਦਾ, ਸਾਨੂੰ ਜਿੰਦ ਦਿੰਦਾ। ਇਹ ਸਾਰੀ ਦੀ ਸਾਰੀ ਉਹਦੀ ਦਿਆਲਤਾ ਹੈ। ਤਾਂ ਜਦੋਂ ਅਸੀਂ ਗ੍ਰੰਥਾਂ ਵਿੱਚ ਪੜ੍ਹਦੇ ਹਾਂ, ਤੁਲਸੀਦਾਸ ਨੇ ਬੜਾ ਸੋਹਣਾ ਇੱਕ ਸ਼ਬਦ ਲਿਖਿਆ। ਉਹ ਕਹਿੰਦੇ ਵੀ ਸੰਸਾਰ ਦੇ ਉੱਤੇ ਨਾ, ਜਿਵੇਂ ਮਾਂ ਤੋਂ ਬਿਨਾਂ ਕਦੀ ਪੁੱਤ ਦਾ ਜਨਮ ਨਹੀਂ ਹੋ ਸਕਦਾ, ਧੀ ਪੁੱਤ ਦਾ ਜਨਮ, ਜਿੰਨੇ ਵੀ ਆਪਾਂ ਬੈਠੇ ਹਾਂ, ਆਖਰ ਤੇ ਆਪਾਂ ਨੂੰ ਕਿਸੇ ਮਾਂ ਨੇ ਜਨਮ ਦਿੱਤਾ। ਪਸ਼ੂ ਪੰਛੀਆਂ ਨੂੰ ਵੀ ਵੇਖੀਏ ਤੇ ਕੋਈ ਮਾਂ ਉਹਨਾਂ ਨੂੰ ਜਨਮ ਦੇ ਰਹੀ ਹੈ। ਤੇ ਤੁਲਸੀਦਾਸ ਜੀ ਕਹਿੰਦੇ ਵੀ ਜਿਹੜਾ ਧਰਮ ਹੈ ਨਾ, ਉਹਦੀ ਮਾਂ ਹੈ ਦਇਆ, ਤੇ ਜਿੱਥੇ ਦਇਆ ਨਾ ਹੋਵੇ ਉੱਥੇ ਕਦੀ ਧਰਮ ਨਹੀਂ ਆ ਸਕਦਾ। ਬਸ ਇਹੀ ਗੱਲ ਹੈ, ਜਿੱਥੇ ਬੀਜ ਨਾ ਹੋਵੇ ਉੱਥੇ ਕਦੀ ਰੁੱਖ ਨਹੀਂ ਉੱਗ ਸਕਦਾ। ਹਰ ਚੀਜ਼ ਦੀ ਕੋਈ ਨਾ ਕੋਈ ਜੜ ਹੋਏਗੀ। ਤਾਂ ਹਜੂਰ ਗੁਰੂ ਨਾਨਕ ਪਾਤਸ਼ਾਹ ਜੀ ਵੀ ਇਹ ਸਾਨੂੰ ਸਮਝਾ ਕੇ ਕਹਿੰਦੇ ਸੀ ਕਿ ਇਹ ਦੁਨੀਆ ਦੇ ਲੋਕੋ, ਇਸ ਸੰਸਾਰ ਦੇ ਅੰਦਰ ਧੌਲ ਧਰਮ ਦਇਆ ਕਾ ਪੂਤ, ਇੱਥੇ ਦਇਆ ਦੀ ਹੀ ਪ੍ਰਧਾਨ ਹੈ। ਤੁਲਸੀਦਾਸ ਨੇ ਬੜਾ ਸੋਹਣਾ ਸ਼ਬਦ ਕਿਹਾ ਕਿ ਦਇਆ ਧਰਮ ਕੋ ਮੂਲ ਹੈ, ਪਾਪ ਮੂਲ ਅਭਿਮਾਨ। ਉਹ ਕਹਿੰਦੇ ਵੀ ਧਰਮ ਦਾ ਮੁੱਢ ਜਿਹੜਾ ਨਾ, ਉਹ ਦਇਆ ਤੋਂ ਵੱਜਦਾ। ਜੇ ਦਇਆ ਹੋਵੇਗੀ ਤਾਂ ਧਰਮ ਅੰਦਰ ਟਿਕੇਗਾ, ਜੇ ਦਇਆ ਨਹੀਂ ਹੈਗੀ ਤੇ ਬੰਦਾ ਬਾਹਰੋਂ ਜਿੰਨਾ ਮਰਜ਼ੀ ਧਰਮੀ ਬਣ ਜੇ, ਉਹ ਧਰਮੀ ਨਹੀਂ ਹੋ ਸਕੇਗਾ। ਜਿੱਥੇ ਮਾਂ ਹੀ ਨਹੀਂ, ਉੱਥੇ ਪੁੱਤ, ਉੱਥੇ ਧੀ ਦਾ ਜਨਮ ਨਹੀਂ ਹੋ ਸਕਦਾ। ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ। ਤੇ ਉਹ ਕਹਿੰਦੇ ਵੀ ਜਿੱਥੇ ਪਾਪ ਹੋਏਗਾ ਨਾ, ਪਾਪ ਦਾ ਮੁੱਢ ਹੈ ਹੰਕਾਰ। ਜੇ ਬੰਦੇ 'ਚ ਹੰਕਾਰ ਨਾ ਹੋਵੇ ਤੇ ਬੰਦਾ ਕਦੀ ਪਾਪ ਨਹੀਂ ਕਰੇਗਾ। ਜਦੋਂ ਹੰਕਾਰੀ ਹੋ ਜਾਂਦਾ, ਉਦੋਂ ਹੀ ਪਾਪ ਹੈ ਨਾ। ਵੀ ਤੂੰ ਮੇਰਾ ਕੀ ਕਰ ਲੇਗਾ, ਮੈਂ ਇਸ ਜਾਨਵਰ ਨੂੰ ਮਾਰ ਦੇਵਾਂਗਾ, ਇਹ ਮੇਰਾ ਕੀ ਕਰ ਲੇਗਾ, ਮੈਂ ਇਸ ਗਰੀਬ ਦਾ ਹੱਕ ਖੋਹ ਲਵਾਂਗਾ, ਇਹ ਮੇਰਾ ਕੀ ਕਰ ਲੇਗਾ। ਇਹ ਜਿਹੜਾ ਹੱਕ ਖੋਹਣਾ, ਕਿਸੇ ਦੇ ਨਾਲ ਧੱਕੇਸ਼ਾਹੀ ਕਰਨੀ, ਇਹ ਸਾਰਾ ਕੁਝ ਪਾਪ ਦੇ ਰੂਪ ਅੰਦਰ ਹੀ ਹੈ। ਜ਼ਰੂਰੀ ਨਹੀਂ ਕਿ ਪਾਪ ਕਿਸੇ ਜੀਵ ਨੂੰ ਮਾਰਤਾ ਤੇ ਅਸੀਂ ਕਹਿ ਦਈਏ ਮੇਰੇ ਤੋਂ ਪਾਪ ਹੋ ਗਿਆ, ਤੇ ਕਿਸੇ ਗਰੀਬ ਦਾ ਹੱਕ ਖੋਹ ਲਿਆ ਤੇ ਉਹਨੂੰ ਅਸੀਂ ਕਹੀਏ ਵੀ ਮੇਰੇ ਤੋਂ ਪਾਪ ਨਹੀਂ ਹੋਇਆ, ਮੈਂ ਤੇ ਸਿਰਫ 4 ਪੈਸੇ ਹੀ ਉਹਦੇ ਤੋਂ ਖੋਹ ਕੇ ਲਿਆਇਆ। ਸੋ ਰਹੋ ਵਿਚਾਰ। ਤੁਲਸੀਦਾਸ ਕਹਿੰਦੇ ਨੇ ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ। ਤੁਲਸੀ ਦਇਆ ਨਾ ਛੋਡੀ ਹੈ, ਜਬ ਲਗ ਘਟ ਮੈਂ ਪ੍ਰਾਨ। ਉਹ ਕਹਿੰਦਾ ਵੀ ਜਿੰਨਾ ਚਿਰ ਸਰੀਰ ਵਿੱਚ ਸਾਹ ਹੈ, ਜਿੰਦ ਹੈ, ਉਹਨਾਂ ਚਿਰ ਤੂੰ ਦਇਆ ਕਰਨੀ ਨਾ ਛੱਡੀ। ਹਜੂਰ ਗੁਰੂ ਕਲਗੀਧਰ ਪਾਤਸ਼ਾਹ 5 ਪਿਆਰਿਆਂ ਦੀ ਸਾਜਨਾ ਕਰਦੇ ਨੇ। ਇਹ ਵੀ ਬੜੀ ਕਮਾਲ ਦੀ ਗੱਲ ਹੈ। ਦੇਖੋ, ਸੰਸਾਰ ਦੇ ਵਿੱਚ ਆਪਾਂ ਹਰ ਮਨੁੱਖ ਦੇ ਨਾਲ ਕੋਈ ਨਾ ਕੋਈ ਸ਼ਬਦ ਲਾ ਸਕਦੇ ਹਾਂ। ਆਪਾਂ ਜਿੰਨੇ ਬੈਠੇ ਹਾਂ, ਆਪਾਂ ਭਾਵੇਂ ਇੱਥੇ 50 ਜਣਿਆਂ ਨੂੰ ਕਹਿ ਦਈਏ ਵੀ ਤੁਸੀਂ ਗੁਰਮੁਖ ਹੋ, ਤੇ ਇਹਦੇ 'ਚ ਕੋਈ ਹਰਜ ਨਹੀਂ ਹੈ। ਤੇ ਭਾਵੇਂ ਆਪਾਂ 100 ਬੰਦੇ ਨੂੰ ਕਹਿ ਦਈਏ ਵੀ ਤੁਸੀਂ ਮਨਮੁਖ ਹੋ, ਕੋਈ ਹਰਜ ਨਹੀਂ ਹੋਵੇਗਾ। ਐਸੇ ਐਸੇ ਸ਼ਬਦ ਨੇ ਜਿਹੜੇ ਤੁਸੀਂ ਪੰਥ ਵਿੱਚ ਇੱਕ ਬੰਦੇ ਲਈ ਵੀ ਵਰਤ ਸਕਦੇ ਹੋ ਤੇ ਲੱਖ ਬੰਦੇ ਲਈ ਵੀ ਵਰਤ ਸਕਦੇ ਹੋ। ਐਸੇ ਐਸੇ ਸ਼ਬਦ ਨੇ। ਪਰ ਪੰਥ ਦੇ ਵਿੱਚ ਇੱਕ ਸ਼ਬਦ ਹੈ ਜਿਹੜਾ ਸਿਰਫ ਤੁਸੀਂ 5 ਦੇ ਵਾਸਤੇ ਹੀ ਵਰਤ ਸਕਦੇ ਹੋ, 6ਵੇਂ ਲਈ ਨਹੀਂ ਵਰਤ ਸਕਦੇ ਤੇ 4 ਲਈ ਨਹੀਂ ਵਰਤ ਸਕਦੇ। ਕਮਾਲ ਦਾ ਸ਼ਬਦ ਮਹਾਰਾਜ ਨੇ ਸਾਨੂੰ ਦਿੱਤਾ ਹੈ, ਉਹਨੂੰ ਅਸੀਂ ਕਹਿੰਦੇ ਪਿਆਰੇ। ਉਹ ਸਿਰਫ 5 ਦੇ ਨਾਲ ਹੀ ਲੱਗੇਗਾ। ਅਦਰਵਾਈਜ਼ ਕੋਈ ਕੌਮ ਦਾ ਕਿੱਡਾ ਵੀ ਵੱਡਾ ਸਰਮਾਏਦਾਰ ਹੋਵੇ, ਕੋਈ ਕੌਮ ਦੀ ਕਿੱਡੀ ਵੀ ਮਹਾਨ ਹਸਤੀ ਹੋਵੇ, ਭਾਵੇਂ ਕੋਈ ਕੌਮ ਦਾ ਬਹੁਤ ਵੱਡਾ ਸੇਵਾਦਾਰ ਹੋਵੇ, ਔਰ ਉਹਨੂੰ ਅਸੀਂ ਕੋਈ ਸੰਤ ਕਹਿ ਸਕਦੇ ਹਾਂ, ਉਹਨੂੰ ਮਹਾਂਪੁਰਖ ਕਹਿ ਸਕਦੇ ਹਾਂ, ਉਹਨੂੰ ਕੌਮ ਦਾ ਆਗੂ ਕਹਿ ਸਕਦੇ, ਗੁਰਮੁਖ ਕਹਿ ਸਕਦੇ, ਵਿਦਵਾਨ ਕਹਿ ਸਕਦੇ, ਵਿਦਿਆ ਮਾਰਤੰਡ ਕਹਿ ਸਕਦੇ, ਕੋਈ ਵੀ ਸ਼ਬਦ ਉਹਨੂੰ ਦੇ ਸਕਦੇ ਹਾਂ, ਪਰ ਅਸੀਂ ਉਹਨੂੰ ਪਿਆਰਾ ਸ਼ਬਦ ਨਹੀਂ ਕਹਿ ਸਕਦੇ। ਇਹ ਕੇਵਲ 5 ਦੇ ਨਾਲ ਹੀ ਮਹਾਰਾਜ ਨੇ ਜੋੜਿਆ। ਤੇ ਜੇ ਸਬਰ ਨੂੰ ਚਲੋ ਗੱਲ ਚੱਲੀ ਥੋੜ੍ਹਾ ਜਿਹਾ ਖੋਲ੍ਹਾਂ, 4 ਚੀਜ਼ਾਂ ਹੁੰਦੀਆਂ ਨੇ। ਇੱਕ ਹੁੰਦਾ ਸਨਮੁਖ, ਇੱਕ ਹੁੰਦਾ ਗੁਰਮੁਖ। ਪਹਿਲਾ ਸ਼ਬਦ ਹੁੰਦਾ ਗੁਰਮੁਖ ਤੇ ਦੂਜਾ ਹੁੰਦਾ ਸਨਮੁਖ। ਇਹ 2 ਇੱਕ ਪਾਸੇ ਹੋ ਜਾਂਦੇ ਨੇ। ਉਸ ਤੋਂ ਬਾਅਦ ਇੱਕ ਆਉਂਦੇ ਨੇ ਮਨਮੁਖ ਕੈਟਾਗਰੀ 'ਚ। 4 ਚੀਜ਼ਾਂ ਨੇ, 4 ਕੈਟਾਗਰੀਜ਼ ਨੇ। ਇੱਕ ਹੁੰਦੀ ਮਨਮੁਖ, ਤੇ ਇੱਕ ਜਿਹਨੂੰ ਕਹਿ ਲਈਏ ਅਸੀਂ ਗੁਰੂ ਨੂੰ ਪਿੱਠ ਦੇ ਗਏ ਬੇਦਾਵੀਏ ਸ਼ਬਦ ਕਹਿ ਲਈਏ, ਜਾਂ ਗੁਰੂ ਤੋਂ ਟੁੱਟੇ ਹੋਏ, ਜਾਂ ਬੇਮੁਖ ਸ਼ਬਦ ਵਰਤ ਲਈਏ ਸੌਖਾ ਜਿਹਾ। ਇਹ 4 ਚੀਜ਼ਾਂ ਹੁੰਦੀਆਂ ਨੇ। ਇਹਨਾਂ ਦੇ ਵਿੱਚੋਂ 2-2 ਨੂੰ ਤੁਸੀਂ ਡਿਵਾਈਡ ਕਰ ਲਓ। ਵੈਸੇ ਤੇ ਚਲੋ ਪ੍ਰਕਰਨ ਦਇਆ ਦਾ ਸੀ, ਗੱਲ ਚੱਲੀ। ਹਜੂਰ ਗੁਰੂ ਕਲਗੀਧਰ ਪਾਤਸ਼ਾਹ ਜੀ ਅੰਮ੍ਰਿਤ ਦੀ ਦਾਤ ਬਖਸ਼ਦੇ ਨੇ। ਹੁਣ ਜਿੰਨੇ ਵੀ ਬੈਠੇ ਹੁੰਦੇ ਨੇ, ਇਹਨਾਂ 'ਚ 4 ਤਰ੍ਹਾਂ ਦੇ ਸਰੀਰ ਹੁੰਦੇ ਨੇ। ਪਹਿਲੇ ਸੀਗੇ ਗੁਰਮੁਖ, ਜਿਹੜੇ ਗੁਰੂ ਵੱਲ ਸਰੀਰਕ ਤੌਰ ਤੇ ਵੀ ਮੁਖ ਕਰਕੇ ਬੈਠੇ ਨੇ, ਤੇ ਵੈਸੇ ਵੀ ਜੋ ਗੁਰ ਕਹੈ ਸੋਈ ਭਲ ਮਾਨੋ, ਇਸ ਅਵਸਥਾ ਅਨੁਸਾਰ ਜਿਉਂਦੇ ਨੇ। ਇੱਕ ਹੁੰਦੇ ਗੁਰਮੁਖ। ਇੱਕ ਹੁੰਦੇ ਸਨਮੁਖ।
ਸਨਮੁਖ ਆਪਾਂ ਸਾਰੇ ਹੀ ਮਹਾਰਾਜ ਦੇ ਬੈਠੇ ਹਾਂ, ਸਾਰੇ ਹੀ ਮਹਾਰਾਜ ਵੱਲ ਨੂੰ ਮੁੱਖ ਕਰਕੇ ਬੈਠੇ ਨੇ। ਸਨਮੁਖ ਦਾ ਅਰਥ ਕੀ ਹੈ? ਸਾਹਮਣੇ ਬਹਿਣਾ। ਇੱਕ ਹੁੰਦਾ ਮਨਮੁਖ, ਜਿਹੜੇ ਆਪਣੇ ਮਨ ਦੇ ਮਗਰ ਤੁਰਦੇ ਨੇ, ਤੇ ਇੱਕ ਹੁੰਦੇ ਨੇ ਜਿਨ੍ਹਾਂ ਨੂੰ ਮੈਂ ਸ਼ਬਦ ਵਰਤਿਆ ਸੀ ਹੁਣੇ ਕਿ ਗੁਰੂ ਨੂੰ ਛੱਡ ਕੇ ਤੁਰ ਜਾਣ ਵਾਲੇ, ਗੁਰੂ ਤੋਂ ਬੇਮੁਖ ਹੋ ਜਾਣ ਵਾਲੇ। ਹੁਣ ਜਦੋਂ ਗੁਰ ਕਲਗੀਧਰ ਪਾਤਸ਼ਾਹ ਅੰਮ੍ਰਿਤ ਦੀ ਦਾਤ ਬਖਸ਼ਦੇ ਨੇ, ਹੁਣ ਇੱਕ ਗੁਰਮੁਖ ਨੇ ਜਿਹੜੇ ਆਰਾਮ ਨਾਲ ਬੈਠੇ ਨੇ ਕਿ ਹਾਂ ਹਜੂਰ ਪਾਤਸ਼ਾਹ ਕੋਈ ਖੇਡ ਵਰਤਾਉਣਗੇ। ਉਹਨਾਂ ਗੁਰਮੁਖਾਂ ਦੇ ਵਿੱਚੋਂ ਉੱਠ ਕੇ ਆਉਂਦੇ ਨੇ ਸਭ ਤੋਂ ਪਹਿਲੇ ਨੰਬਰ ਤੇ ਭਾਈ ਦਇਆ ਰਾਮ। ਇੱਥੇ ਗੱਲ ਦਇਆ ਦੀ ਚੱਲੀ, ਤੇ ਦਇਆ ਤੋਂ ਬਾਅਦ ਭਾਈ ਧਰਮਚੰਦ ਆਏ। ਭਾਵ ਪਹਿਲਾਂ ਦਇਆ ਆਏਗੀ ਫਿਰ ਹੀ ਧਰਮ ਆਏਗਾ। ਤੇ ਮੈਂ ਖੈਰ ਚਲੋ ਉਸ ਗੱਲ ਨੂੰ ਨਿਬੇੜਾਂ। ਪਹਿਲਾਂ ਗੁਰਮੁਖ ਉੱਠੇ ਨੇ, ਸਨਮੁਖ ਤੇ ਬੜੇ ਬੈਠੇ ਸੀ, ਲੱਖਾਂ ਦੀ ਗਿਣਤੀ ਵਿੱਚ ਸਨਮੁਖ ਲੋਕ ਉੱਥੇ ਬੈਠੇ ਸੀ ਜਿਹੜੇ ਮਹਾਰਾਜ ਦੇ ਸਾਹਮਣੇ ਬੈਠੇ ਹੋਏ ਸੀ। ਪਰ ਗੁਰਮੁਖ ਕੇਵਲ 5 ਹੀ ਨਿੱਤਰ ਕੇ ਬਾਹਰ ਆਉਂਦੇ ਨੇ। ਉਸ ਤੋਂ ਬਾਅਦ ਮਨਮੁਖ ਵੀ ਬੜੇ ਸੀ ਜਿਹੜੇ ਭੱਜ ਕੇ ਮਾਤਾ ਦੇ ਕੋਲ ਗਏ ਕਿ ਮਾਤਾ ਗੁਰੂ ਗੋਬਿੰਦ ਰਾਏ ਨੂੰ ਕੀ ਹੋ ਗਿਆ? ਸਾਨੂੰ ਤੇ ਅੱਜ ਤੱਕ ਇਹ ਲੱਗਦਾ ਸੀ ਕਿ ਇਹ ਪੰਥ ਦਾ ਵਾਅਦਾ ਕਰਨਗੇ, ਪਰ ਮਾਂ ਤੂੰ ਫਟਾਫਟ ਬਾਹਰ ਚੱਲ ਤੇ ਜਾ ਕੇ ਰੋਕ। ਜੇ ਨਾ ਰੋਕਿਆ ਤੇ ਗੋਬਿੰਦ ਰਾਏ ਨੇ ਤੇ ਆਪਣੇ ਹੀ ਸਿੱਖਾਂ ਨੂੰ ਵੱਢ ਵੱਢ ਕੇ ਪੰਥ ਜਿਹੜਾ ਉਹ ਖਤਮ ਕਰ ਦੇਣਾ। ਕਈ ਐਸੇ ਵੀ ਸਨ ਜਿਹੜੇ ਹੈਗੇ ਬਾਹਰੋਂ ਦਿਸਣ ਵਾਲੇ ਗੁਰਸਿੱਖ ਸੀ, ਪਰ ਹੈ ਅੰਦਰੋਂ ਮਨਮੁਖ ਸੀ, ਮਨ ਦੇ ਮਗਰ ਚੱਲਣ ਵਾਲੇ ਸੀ ਕਿ ਮਨ ਕਹਿ ਰਿਹਾ ਹੈ ਮਹਾਰਾਜ ਜੋ ਕਰ ਰਹੇ ਨੇ ਗਲਤ ਕਰ ਰਹੇ ਨੇ, ਇਸ ਕਰਕੇ ਗਲਤ ਹੋਵੇਗਾ ਕਿਉਂਕਿ ਸਾਡਾ ਮਨ ਕਹਿ ਰਿਹਾ ਹੈ। ਉਹ ਮਨਮੁਖ ਸੀਗੇ। ਇੱਕ ਉਹ ਵੀ ਸੀਗੇ ਜਿਨ੍ਹਾਂ ਨੇ ਜਦੋਂ ਵੇਖਿਆ ਵੀ ਮਹਾਰਾਜ ਨੇ ਤਾਂ ਸ੍ਰੀ ਸਾਹਿਬ ਲੈ ਕੇ ਝਟਕਾਉਣੇ ਸ਼ੁਰੂ ਕਰ ਦਿੱਤੇ ਨੇ, ਇਹਨਾਂ ਤਾਂ ਸੀਸ ਵੱਢਣੇ ਸ਼ੁਰੂ ਕਰ ਦਿੱਤੇ, ਉਹ ਜਿਉਂ ਦੌੜੇ ਨੇ ਉਹਨਾਂ ਨੇ ਪਿੱਛਾ ਭੌਂ ਕੇ ਨਹੀਂ ਵੇਖਿਆ। ਤੇ ਕਾਫੀ ਦੂਰ ਕਿਤੇ 5-7 ਕਿਲੋਮੀਟਰ ਜਾ ਕੇ ਉਹਨਾਂ ਨੇ ਖੜ ਕੇ ਵੇਖਿਆ ਵੀ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਿੱਛੇ ਘੋੜਾ ਲੈ ਕੇ ਤਾਂ ਨਹੀਂ ਆ ਗਿਆ। ਇੱਕ ਉਹ ਲੋਕ ਸੀਗੇ ਜਿਨ੍ਹਾਂ ਨੂੰ ਅਸੀਂ ਇੰਜ ਕਹਿ ਲਈਏ ਕਿ ਉਹ ਗੁਰੂ ਤੋਂ ਟੁੱਟ ਕੇ ਗੁਰੂ ਨੂੰ ਪਿੱਠ ਦੇ ਕਰਕੇ ਉਹ ਬੇਮੁਖ ਹੋ ਕੇ ਚਲੇ ਗਏ। 4 ਤਰ੍ਹਾਂ ਦੇ ਲੋਕ ਨੇ। ਤਾਂ ਮੈਂ ਜ਼ਿਕਰ ਕਰਾਂ, ਮਹਾਰਾਜ ਨੇ ਜਦੋਂ ਖਾਲਸਾ ਸਾਜਿਆ ਤੇ ਸਾਰਿਆਂ ਤੋਂ ਪਹਿਲਾਂ ਦਇਆ ਪਾਈ, ਤੇ ਦਇਆ ਦੇ ਮਗਰ ਮਹਾਰਾਜ ਨੇ ਧਰਮ ਨੂੰ ਰੱਖਿਆ। ਚਾਹੁੰਦੇ ਤੇ ਮਹਾਰਾਜ ਉਹਨਾਂ ਨੂੰ ਅੱਗੇ ਪਿੱਛੇ ਵੀ ਕਰ ਸਕਦੇ ਸੀਗੇ, ਪਰ ਮਹਾਰਾਜ ਨੇ ਦਇਆ ਤੋਂ ਬਾਅਦ ਧਰਮ ਨੂੰ ਰੱਖਿਆ ਕਿ ਦਇਆ ਹੀ ਪਹਿਲਾਂ ਹੈ। ਹਜ਼ੂਰ ਦੀ ਬਾਣੀ ਜਦੋਂ ਅਸੀਂ ਸ਼ਬਦ ਪੜ੍ਹਦੇ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ, ਕਿ 68 ਤੀਰਥਾਂ ਦਾ ਪੁੰਨ ਹੈ, ਤੂੰ ਜੀਵਾਂ ਦੇ ਉੱਤੇ ਦਇਆ ਕਰ। ਇਹ ਜੀ ਦਇਆ ਪ੍ਰਵਾਨ ਤੇ ਇੱਕ ਛੋਟੀ ਜਿਹੀ ਮੈਂ ਹਿੰਦੂ ਧਰਮ ਦੇ ਗ੍ਰੰਥਾਂ 'ਚ ਤੁਹਾਨੂੰ ਇੱਕ ਛੋਟੀ ਜਿਹੀ ਗਾਥਾ ਸੁਣਾਵਾਂ, ਕਿਉਂਕਿ ਕਿਸੇ ਵੀ ਧਰਮ ਨੂੰ ਪੜ੍ਹਨਾ ਮਾੜਾ ਨਹੀਂ ਹੁੰਦਾ। ਧਰਮ ਪੁੱਤਰ ਯੁਧਿਸ਼ਟਰ ਦੇ ਜੀਵਨ 'ਚ ਇੱਕ ਗਾਥਾ ਹੁੰਦੀ ਹੈ ਕਿ ਉਹ ਰੋਜ਼ਾਨਾ ਸ਼੍ਰੀ ਕ੍ਰਿਸ਼ਨ ਜੀ ਨੂੰ ਮਿਲਣ ਵਾਸਤੇ ਜਾਣ, ਤੇ ਜਦੋਂ ਵੀ ਉਹਨੇ ਜਾਣਾ ਉਹਨੇ ਜਾ ਕੇ ਨਮਸਕਾਰ ਕਰਨੀ, ਤੇ ਜਿਵੇਂ ਕੋਈ ਆਵੇ ਆਪਾਂ ਅਗਲੇ ਨੂੰ ਜਾਣਦੇ ਹੋਈਏ ਤੇ ਆਪਾਂ ਨਾਂ ਲੈਨੇ ਆ ਫਲਾਣਾ ਸੀ ਉਹ ਕਿਵੇਂ ਆ ਭਾਈ ਗੁਰਮੁਖਾ। ਤੇ ਜਦੋਂ ਯੁਧਿਸ਼ਟਰ ਨੇ ਜਾਣਾ ਤੇ ਕ੍ਰਿਸ਼ਨ ਨੇ ਸ਼ਬਦ ਕਹਿਣਾ ਹੇ ਰਾਜਨ, ਉਹਦੇ ਮਨ ਵਿੱਚ ਬੜਾ ਖਿਆਲ ਆਉਣਾ ਵੀ ਮੈਂ ਭਗਵਾਨ ਦੀ ਐਡੀ ਭਗਤੀ ਕਰਦਾ ਤੇ ਮੈਨੂੰ ਭਗਤ ਕਿਉਂ ਨਹੀਂ ਕਹਿੰਦੇ। ਹਾਲਾਂਕਿ ਮੈਂ ਐਡਾ ਵੱਡਾ ਰਾਜਾ ਨਹੀਂ ਹਾਂ ਜਿੱਡਾ ਵੱਡਾ ਮੈਂ ਭਗਤ ਵਾਂ, ਪਰ ਮੈਨੂੰ ਭਗਤ ਨਹੀਂ ਕਹਿੰਦੇ। ਜਦੋਂ ਮੈਨੂੰ ਕਹਿੰਦੇ ਨੇ ਸ਼ਬਦ ਕਹਿੰਦੇ ਹੇ ਰਾਜਨ, ਮੈਂ ਚਾਹੁੰਦਾ ਮੈਨੂੰ ਭਗਤ ਕਹਿਣ। ਸਾਡੇ ਅੰਦਰ ਭਾਵਨਾ ਹੁੰਦੀ ਨਾ ਵੀ ਲੋਕ ਮੈਨੂੰ ਧਰਮੀ ਕਹਿਣ, ਲੋਕ ਮੈਨੂੰ ਸਾਧੂ ਕਹਿਣ, ਲੋਕ ਮੈਨੂੰ ਬ੍ਰਹਮ ਗਿਆਨੀ ਕਹਿਣ, ਬਣ ਜਾਂਦੀ ਭਾਵਨਾ ਵੀ ਮੈਨੂੰ ਧਰਮੀ ਕਹਿਣ, ਮੈਨੂੰ ਭਗਤ ਕਹਿਣ। ਚਲੋ ਕਾਫੀ ਸਮਾਂ ਜਿਹੜਾ ਇੰਜ ਲੰਘਦਾ ਗਿਆ। ਇੱਕ ਦਿਨ ਕੀ ਹੋਇਆ ਕਿ ਧਰਮ ਪੁੱਤਰ ਯੁਧਿਸ਼ਟਰ ਜਿਹੜਾ ਉਹ ਜੰਗਲ ਵਿੱਚ ਗਿਆ, ਉੱਥੇ ਸੁਭਾਵਕ ਇੱਕ ਐਸੀ ਬੀਬੀ ਜਿਹੜੀ ਕਿਤੇ ਜੰਗਲ ਵਿੱਚ ਲੱਕੜਾਂ ਇਕੱਠੀਆਂ ਕਰਨ ਆਈ ਹੈ, ਉਹ ਚੀਕਾਂ ਮਾਰ ਰਹੀ ਹੈ, ਜ਼ਮੀਨ ਦੇ ਉੱਤੇ ਲੇਟੀ ਹੋਈ ਹੈ, ਕੁਰਲਾ ਰਹੀ ਹੈ, ਉੱਚੀ ਉੱਚੀ ਮਦਦ ਦੇ ਵਾਸਤੇ ਹੱਥ ਹਿਲਾ ਰਹੀ ਹੈ। ਇਹਨੂੰ ਆਵਾਜ਼ ਸੁਣੀ, ਇਹ ਨੇੜੇ ਗਿਆ ਵੀ ਕੀ ਗੱਲ ਹੈ, ਕਿਸੇ ਜਾਨਵਰ ਨੇ ਸ਼ਾਇਦ ਹਮਲਾ ਕੀਤਾ ਹੋਵੇ ਜਾਂ ਕੋਈ ਜੰਗਲ ਦੇ ਵਿੱਚ ਲੁਟੇਰਾ ਡਾਕੂ ਆ ਗਿਆ ਹੋਵੇ, ਵੀ ਨੇੜੇ ਹੋਈਏ ਵੇਖੀਏ ਤਾਂ ਕਈ। ਉਹ ਜਦੋਂ ਨੇੜੇ ਹੋਇਆ ਤੇ ਉਸ ਬੀਬੀ ਉਸ ਬੱਚੀ ਨੇ ਕਿਹਾ ਵੀ ਉਹ ਜਾਣਦੀ ਹੈ ਰਾਜ ਦੇ ਵਿੱਚ ਰਹਿਣ ਵਾਲਾ। ਉਹ ਕਹਿੰਦੀ ਵੀ ਐ ਯੁਧਿਸ਼ਟਰ, ਅਸੀਂ ਹਾਂ ਸੰਸਾਰ ਦੇ ਵਿੱਚ ਇੱਕ ਪਸ਼ੂ ਬਿਰਤੀ ਜੇ ਵਾਲੇ ਲੋਕ, ਭਾਵ ਅਸੀਂ ਪਸ਼ੂਆਂ ਦੀ ਤਰ੍ਹਾਂ ਰਹਿਣਾ, ਇਸ ਤਰ੍ਹਾਂ ਦਾ ਸਾਡਾ ਰਹਿਣ ਸਹਿਣ ਜਿਹਾ, ਤੇ ਸਾਡੇ ਕੋਈ ਛੇਤੀ ਲਾਗੇ ਨਹੀਂ ਆਉਂਦਾ। ਤੇ ਇੱਕ ਪਸ਼ੂ ਬਿਰਤੀ ਦਾ ਭਾਵ ਇਹ ਵੀ ਉੱਥੇ ਵਿਦਵਾਨਾਂ ਨੇ ਲਿਖਿਆ ਕਿ ਜਿਵੇਂ ਪਸ਼ੂ ਕੇਵਲ ਬੱਚਿਆਂ ਨੂੰ ਜਨਮ ਦੇਣ ਤੱਕ ਸੀਮਿਤ ਰਹਿੰਦੇ ਨੇ, ਇਸ ਤਰ੍ਹਾਂ ਦਾ ਜੀਵਨ ਹੈ ਸਾਡਾ। ਮੁੱਕਦੀ ਗੱਲ ਉਹ ਕਹਿੰਦੀ ਵੀ ਇਸ ਵੇਲੇ ਮੈਂ ਪ੍ਰਸੂਤ ਪੀੜਾ 'ਚੋਂ ਗੁਜ਼ਰ ਰਹੀ ਹਾਂ, ਮੈਂ ਕਿਸੇ ਬੱਚੇ ਨੂੰ ਜਨਮ ਦੇਣ ਲੱਗੀ ਹਾਂ, ਪਰ ਨਾ ਮੇਰੇ ਕੋਲ ਕੋਈ ਦਾਈ ਹੈ, ਨਾ ਮੇਰੇ ਕੋਲ ਕੋਈ ਸੁਵਿਧਾ ਹੈ, ਨਾ ਮੇਰੇ ਕੋਲ ਕੋਈ ਇਸਤਰੀ ਕੋਈ ਔਰਤ ਹੈ, ਨਾ ਕੋਈ ਮੇਰੀ ਮਾਂ ਹੈ ਇਸ ਵੇਲੇ, ਨਾ ਕੋਈ ਮੇਰੀ ਭੈਣ ਹੈ। ਸੰਸਾਰ ਦੇ ਵਿੱਚ ਵੈਸੇ ਵੀ ਮੇਰਾ ਕੋਈ ਰਿਸ਼ਤਾ ਹੈ ਨਹੀਂ, ਤੇ ਤੂੰ ਮੇਰੇ ਤੇ ਕੋਈ ਦਇਆ ਕਰ, ਮੇਰੇ ਤੇ ਕੋਈ ਤਰਸ ਕਰ, ਮੈਨੂੰ ਉਸ ਪੀੜਾ ਦੇ ਵਿੱਚੋਂ ਕੱਢ ਦੇ। ਤੇ ਉੱਥੇ ਲਿਖਿਆ ਵੀ ਧਰਮ ਪੁੱਤਰ ਯੁਧਿਸ਼ਟਰ ਨੇ ਅੱਖਾਂ ਤੇ ਪੱਟੀ ਬੰਨ੍ਹ ਕੇ ਉਸ ਬੱਚੀ ਦੇ ਪੇਟ ਨੂੰ, ਉਸ ਮਾਈ ਦੇ ਪੇਟ ਨੂੰ ਜਿਹੜਾ ਸੀ ਮਲਣਾ ਸ਼ੁਰੂ ਕੀਤਾ।
ਤੇ ਜਿਵੇਂ ਜਿਵੇਂ ਉਹ ਸਮਝਾਉਂਦੀ ਗਈ ਉਹ ਕਰਦਾ ਗਿਆ। ਖੈਰ ਉਹਨੇ ਇੱਕ ਬੱਚੇ ਨੂੰ ਜਨਮ ਦਿੱਤਾ ਤੇ ਉਹ ਉਸ ਪੀੜਾ ਦੇ ਵਿੱਚੋਂ ਮੁਕਤ ਹੋ ਗਈ। ਉਹ ਪੀੜਾ ਉਹਦੀ ਜਿਹੜੀ ਸੀ ਉਹ ਖਤਮ ਹੋ ਗਈ ਤੇ ਧਰਮ ਪੁੱਤਰ ਯੁਧਿਸ਼ਟਰ ਜਿਹੜਾ ਸੀ ਉਹਨੇ ਵੀ ਸਕੂਨ ਮਹਿਸੂਸ ਕੀਤਾ ਵੀ ਚਲੋ ਮੈਂ ਅੱਜ ਕਿਸੇ ਤੇ ਕੋਈ ਦਇਆ ਕਰ ਪਾਇਆ, ਮੈਂ ਕਿਸੇ ਦਾ ਕੋਈ ਭਲਾ ਕਰ ਸਕਿਆ। ਤੇ ਇੰਨਾ ਕੁ ਕਰਕੇ ਜਦੋਂ ਵਾਪਿਸ ਆਪਣੇ ਰਾਜ ਵਿੱਚ ਆਇਆ, ਫਿਰ ਸ਼੍ਰੀ ਕ੍ਰਿਸ਼ਨ ਜੀ ਨੂੰ ਮਿਲਣ ਵਾਸਤੇ ਗਿਆ ਤੇ ਦੂਰੋਂ ਦੇਖ ਕੇ ਹੀ ਸ਼੍ਰੀ ਕ੍ਰਿਸ਼ਨ ਜੀ ਉਹਨੂੰ ਸ਼ਬਦ ਕਹਿੰਦੇ, ਹੇ ਭਗਤ, ਭਗਤ ਸ਼ਬਦ ਵਰਤਿਆ ਕਿ ਹੇ ਭਗਤ ਯੁਧਿਸ਼ਟਰ ਆ। ਉਹ ਬੜਾ ਹੈਰਾਨ ਹੋਇਆ ਵੀ ਮੈਂ ਕਿਹੜਾ ਅੱਜ ਕੋਈ ਭਗਤੀ ਕੀਤੀ, ਇਹ ਤਾਂ ਹੈ ਨਹੀਂ ਵੀ ਮੈਂ ਅੱਜ ਕੋਈ ਚੌਂਕੜਾ ਮਾਰ ਕੇ ਬੈਠਾ ਰਿਹਾ, ਮੈਂ ਬੜੀ ਭਗਤੀ ਕੀਤੀ, ਅੱਜ ਭਗਵਾਨ ਨੇ ਮੈਨੂੰ ਭਗਤ ਕਿਉਂ ਕਿਹਾ, ਹਾਲਾਂਕਿ ਰੋਜ਼ ਮੈਨੂੰ ਰਾਜਨ ਕਹਿੰਦੇ। ਤੇ ਉਹ ਫਿਰ ਸਵਾਲ ਕਰਦਾ, ਕਹਿੰਦਾ ਐ ਸ਼੍ਰੀ ਕ੍ਰਿਸ਼ਨ, ਰੋਜ਼ ਮੇਰੇ ਮਨ ਦੀ ਭਾਵਨਾ ਰਹਿੰਦੀ ਸੀ ਤੁਸੀਂ ਮੈਨੂੰ ਭਗਤ ਕਹੋ, ਪਰ ਤੁਸੀਂ ਕਹਿੰਦੇ ਨਹੀਂ ਸੀ। ਅੱਜ ਮੈਂ ਭਗਤੀ ਵੀ ਨਹੀਂ ਕੀਤੀ ਪਰ ਅੱਜ ਤੁਸੀਂ ਮੈਨੂੰ ਭਗਤ ਕਹਿ ਰਹੇ ਹੋ, ਇਹਦਾ ਕੋਈ ਕਾਰਨ ਤਾਂ ਦੱਸੋ। ਤੇ ਉੱਥੇ ਲਿਖਿਆ ਵੀ ਸ਼੍ਰੀ ਕ੍ਰਿਸ਼ਨ ਜੀ ਕਹਿਣ ਲੱਗੇ, ਅੱਜ ਤੈਨੂੰ ਤਾਂ ਭਗਤ ਕਿਹਾ ਕਿਉਂਕਿ ਤੂੰ ਬੜੀ ਵੱਡੀ ਦਇਆ ਕਰਕੇ ਆਇਆ। ਤੂੰ ਇੱਕ ਬੱਚੀ ਨੂੰ, ਇੱਕ ਇਸਤਰੀ ਨੂੰ ਪ੍ਰਸੂਤ ਪੀੜਾ ਦੇ ਵਿੱਚੋਂ ਕੱਢ ਕੇ ਆਇਆ, ਤੂੰ ਉਹਨੂੰ ਮੌਤ ਦੇ ਮੂੰਹ ਵਿੱਚੋਂ ਬਚਾ ਕੇ ਆਇਆ, ਤੂੰ ਉਹਨੂੰ ਜ਼ਿੰਦਗੀ ਦੇ ਕੇ ਆਇਆ। ਜਦੋਂ ਕੋਈ ਕਿਸੇ ਤੇ ਦਇਆ ਕਰਦਾ ਹੈ ਤੇ ਉਹ ਸੰਸਾਰ ਦੇ ਵਿੱਚ ਭਗਤ ਤੋਂ ਵੀ ਸ੍ਰੇਸ਼ਟ ਹੈ। ਜ਼ਰੂਰੀ ਨਹੀਂ ਜਿਹੜਾ ਮਾਲਾ ਫੇਰਦਾ ਉਹੀ ਭਗਤ ਹੈ, ਜਿਹੜਾ ਭਗਤੀ ਕਰਦਾ ਉਹੀ ਭਗਤ ਹੈ, ਜਿਹੜਾ ਦਇਆ ਕਰਦਾ ਉਹ ਵੀ ਭਗਤ ਦੀ ਕੈਟਾਗਰੀ ਵਿੱਚ ਆਉਂਦਾ। ਇਸ ਕਰਕੇ ਇਹ ਯੁਧਿਸ਼ਟਰ ਤੂੰ ਬਹੁਤ ਵੱਡਾ ਭਗਤ ਹੈ। ਤਾਂ ਹਜ਼ੂਰ ਪਾਤਸ਼ਾਹ ਇੱਥੇ ਇਹ ਕਹਿੰਦੇ, ਸੰਸਾਰ ਦੇ ਵਿੱਚ ਜੇ ਕੋਈ ਭਗਤੀ ਕਰੇ, ਜੇ ਕੋਈ ਦਇਆ ਕਰੇ ਤੇ ਸੰਸਾਰ ਉਹਨੂੰ ਆਪਣੀਆਂ ਅੱਖਾਂ ਦੀਆਂ ਪੁਤਲੀਆਂ ਤੇ ਬਿਠਾਉਂਦਾ ਕਿ ਇਹ ਦਇਆਲੂ ਹੈ, ਇਹ ਦਇਆਵਾਨ ਹੈ, ਇਹ ਸਮਾਜ ਸੇਵੀ ਹੈ, ਇਹ ਸੰਸਾਰ ਦੇ ਲੋਕਾਂ ਦੇ ਦੁੱਖ ਨੂੰ ਵੰਡਾਉਂਦਾ ਹਟਾਉਂਦਾ ਹੈ। ਤਾਂ ਪਾਤਸ਼ਾਹ ਕਹਿੰਦੇ ਇਹ ਲੋਕ ਤੇ ਕੁਛ ਵੀ ਨਹੀਂ, ਉਹ ਕਰਤਾ ਅਕਾਲ ਪੁਰਖ ਪਰਮੇਸ਼ਰ ਜਿਹੜਾ ਨਾ, ਉਹਦਾ ਤੇ ਕੰਮ ਹੀ ਇਹ ਹੈ ਦਇਆ ਕਰਨ। ਉਹ ਸਾਰਿਆਂ ਜੀਵਾਂ ਉੱਤੇ ਦਇਆ ਕਰਦਾ ਹੈ ਤੇ ਦਇਆ ਕਰਨ ਦੇ ਨਾਲ ਨਾਲ ਦੁੱਖ ਹਰਨ। ਉਹ ਕੱਲੀ ਦਇਆ ਹੀ ਨਹੀਂ ਕਰਦਾ। ਆਪਾਂ ਗਰੀਬ ਨੂੰ ਪੈਸੇ ਦੇ ਸਕਦੇ ਹਾਂ ਵੀ ਲੈ ਮੈਨੂੰ ਤੇਰੇ ਤੇ ਦਇਆ ਆਈ ਤੇ ਮੈਂ ਤੇਰੇ ਹੱਥ 'ਚ 10 ਦਾ ਨੋਟ ਫੜਾ ਦਿੱਤਾ, ਅਸੀਂ ਇੰਨਾ ਕੁ ਕਰ ਸਕਦੇ ਹਾਂ, ਪਰ ਅਸੀਂ ਉਹਦੀ ਗਰੀਬੀ ਨਹੀਂ ਦੂਰ ਕਰ ਸਕਦੇ, ਅਸੀਂ ਉਹਦੇ ਦੁੱਖਾਂ ਨੂੰ ਨਹੀਂ ਹਰ ਸਕਦੇ ਵੀ ਲਿਆ ਮੈਂ ਤੇਰੇ ਦੁੱਖਾਂ ਨੂੰ ਖਤਮ ਕਰਦਾ। ਹੋ ਸਕਦਾ ਹੈ ਜੇ ਉਹਨੂੰ ਕੋਈ ਬਿਮਾਰੀ ਹੋਵੇ ਤੇ ਆਪਾਂ ਕਹਿ ਦਈਏ ਵੀ ਠੀਕ ਹੈ ਅਸੀਂ ਤੇਰਾ ਇਲਾਜ ਕਰਾ ਦਾਂਗੇ, ਅਸੀਂ ਉਹਦੇ ਸਰੀਰ ਦੇ ਦੁੱਖਾਂ ਨੂੰ ਖਤਮ ਕਰਨ 'ਚ ਹੈਲਪ ਕਰ ਸਕਦੇ ਹਾਂ, ਪਰ ਸ਼ਾਇਦ ਉਹਦੇ ਜਿਹੜੇ ਮਾਨਸਿਕ ਦੁੱਖ ਨੇ ਅਸੀਂ ਉਹਨਾਂ ਨੂੰ ਖਤਮ ਨਹੀਂ ਕਰ ਸਕਦੇ ਕਿ ਜੋ ਉਹਦੇ ਅੰਦਰ ਦੀਆਂ ਪੀੜਾਂ ਨੇ, ਜੋ ਉਹਦੀਆਂ ਸਮਾਜਿਕ ਪੀੜਾਂ ਨੇ। ਤਾਂ ਪਾਤਸ਼ਾਹ ਜੀ ਕਹਿੰਦੇ ਕਰਤਾ ਪਰਮੇਸ਼ਰ ਜਿਹੜਾ ਹੈ ਉਹ ਜੀਵਾਂ ਤੇ ਦਇਆ ਵੀ ਕਰਦਾ ਤੇ ਦਇਆ ਕਰਨ ਤੋਂ ਬਾਅਦ ਦੁੱਖ ਹਰਣੰ, ਉਹ ਦੁੱਖਾਂ ਨੂੰ ਹਰ ਲੈਂਦਾ, ਦੁੱਖਾਂ ਨੂੰ ਖਤਮ ਕਰ ਦਿੰਦਾ। ਉਚਾਰਣੰ ਨਾਮ ਕੀਰਤਨ ਹੈ, ਤੇ ਜਿਨ੍ਹਾਂ ਦੇ ਉੱਤੇ ਉਹ ਦਿਆਲੂ ਹੋ ਜਾਵੇ ਉਹ ਫਿਰ ਉਹਦਾ ਨਾਮ ਕੀਰਤਨ ਜਿਹੜਾ ਉਚਾਰਨ ਕਰਦੇ ਨੇ। ਕੀਰਤਨ ਦਾ ਭਾਵ ਕੇਵਲ ਇਹ ਨਹੀਂ ਕਿ ਜਿਹੜਾ ਕੋਈ ਸਾਜ਼ਾਂ ਦੇ ਨਾਲ ਉਹਦਾ ਕੀਤਾ ਜਾਵੇ, ਨਹੀਂ, ਕੀਰਤਨ ਦਾ ਭਾਵ ਇਹ ਹੈ ਜਿਹੜੀ ਉਹਦੀ ਸਿਫਤ ਕੀਤੀ ਜਾਵੇ। ਆਪਾਂ ਬੈਠੇ ਹਾਂ ਉਹਦੀ ਸਿਫਤ ਕਰ ਰਹੇ ਹਾਂ, ਉਹਦੀ ਵਡਿਆਈ ਕਰ ਰਹੇ ਹਾਂ, ਵਡਿਆਈ ਸੁਣ ਰਹੇ ਹਾਂ, ਇਹ ਸਾਰਾ ਹੀ ਉਹਦਾ ਕੀਰਤਨ ਹੈ। ਫਿਰ ਇਹਦਾ ਇਹ ਵੀ ਅਰਥ ਜਿਹੜੇ ਭਲੇ ਜੀਵ ਉਸ ਕਰਤੇ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਉਚਾਰਨ ਕਰਦੇ ਨੇ ਇਸ ਰਸਨਾ ਦੇ ਨਾਲ, ਰਸਨਾ ਦਿਨ ਰਾਤ ਉਹਨਾਂ ਦੀ ਜਪਦੀ ਹੈ, ਉਹਨੂੰ ਧਿਆਉਂਦੀ ਹੈ, ਤੇ ਫਿਰ ਰਸਨਾ ਤੋਂ ਅਗਲਾ ਸਟੈਪ ਹੁੰਦਾ ਸੁਰਤ ਦੇ ਮਾਰਗ ਤੇ ਚੱਲਣਾ। ਤੇ ਮੈਂ ਕਈ ਦਫਾ ਜ਼ਿਕਰ ਕੀਤਾ ਹੈ ਕਿ ਜਿਸ ਬੰਦੇ ਨੇ ਕਦੀ ਰਸਨਾ ਨਾਲ ਜਪਿਆ ਨਹੀਂ, ਜੇ ਉਹ ਬੰਦਾ ਕਵੇ ਮੈਂ ਸੁਰਤ ਨਾਲ ਧਿਆਉਣਾ ਸ਼ੁਰੂ ਕਰ ਦਾਂਗਾ, ਬੜਾ ਮੁਸ਼ਕਲ ਹੋ ਜਾਣਾ। ਇਹ ਇਸ ਤਰ੍ਹਾਂ ਹੈ ਕਿ ਜਿਵੇਂ ਇੱਕ ਛੋਟਾ ਜਿਹਾ ਬੱਚਾ, ਜੇ ਉਹਨੇ ਰਿੜਨਾ ਨਹੀਂ ਸਿੱਖਿਆ, ਜਿਹੜਾ ਛੋਟਾ ਜਿਹਾ ਬੱਚਾ ਆਪਣੇ ਪੈਰਾਂ ਦੇ ਭਾਰ ਤੇ ਖੜਾ ਨਹੀਂ ਕਦੀ ਹੋਇਆ, ਜਿਸ ਛੋਟੇ ਜਿਹੇ ਬੱਚੇ ਨੇ ਕਦੀ ਮੰਜੇ ਦੀ ਬਾਹੀ ਨੂੰ ਫੜ ਕੇ ਤੁਰਨਾ ਨਹੀਂ ਸਿੱਖਿਆ, ਜਿਹਨੇ ਕਿਸੇ ਦੀ ਉਂਗਲ ਫੜ ਕੇ ਕਦੀ ਤੁਰਨਾ ਨਹੀਂ ਸ਼ੁਰੂ ਕੀਤਾ, ਇਹ ਕਦੀ ਉਹਦੇ ਤੋਂ ਉਮੀਦ ਨਾ ਲਾਇਓ ਵੀ ਉਹ ਦੌੜਨਾ ਵੀ ਸ਼ੁਰੂ ਕਰੇਗਾ। ਜਿਹੜਾ ਕਦੀ ਰਿੜਿਆ ਹੀ ਨਹੀਂ, ਜਿਹੜਾ ਕਦੀ ਉੱਠ ਕੇ ਪੈਰਾਂ ਦੇ ਭਾਰ ਖੜਾ ਹੀ ਨਹੀਂ ਹੋਇਆ, ਉਹ ਦੌੜ ਨਹੀਂ ਸਕੇਗਾ। ਭਾਵ ਇਹ ਹੈ ਦੌੜੇਗਾ ਉਹੀ ਜਿਹਨੇ ਹੌਲੀ ਹੌਲੀ ਪਹਿਲਾਂ ਰਿੜਨਾ ਸਿੱਖਿਆ, ਫਿਰ ਖੜੇ ਹੋਣਾ ਸਿੱਖਿਆ, ਫਿਰ ਕਿਸੇ ਦੀ ਉਂਗਲ ਜਾਂ ਮੰਜੇ ਦੀ ਬਾਹੀ ਫੜ ਕੇ ਛੋਟੇ ਛੋਟੇ ਕਦਮ ਪੁੱਟ ਕੇ ਤੁਰਨਾ ਸਿੱਖਿਆ, ਉਹ ਦੌੜੇਗਾ। ਜਿਹਨੇ ਸੰਗਤ ਵਿੱਚ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰਨਾ ਸਿੱਖਿਆ, ਜਾਂ ਜਿਹਨੇ ਇਕਾਂਤ ਵਿੱਚ ਬਹਿ ਕੇ ਕਦੀ ਵਾਹਿਗੁਰੂ 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 ਜਪਿਆ, ਜਿਹਨੇ ਰਸਨਾ ਨਾਲ ਜਪਿਆ, ਉਹਦੇ ਤੋਂ ਤਾਂ ਉਮੀਦ ਕੀਤੀ ਜਾ ਸਕਦੀ ਵੀ ਇਹ ਕਿਸੇ ਦਿਨ ਕਬੀਰ ਸੁਪਨਾ ਹੂੰ ਬਰੜਾਏਗਾ, ਜਿਹ ਮੁਖ ਨਿਕਸੈ ਰਾਮ ਦੀ ਅਵਸਥਾ ਨੂੰ ਪ੍ਰਾਪਤ ਕਰੇਗਾ। ਜਿਹੜਾ ਰਸਨਾ ਨਾਲ ਜਪਦਾ ਇੱਕ ਦਿਨ ਸੁੱਤਿਆਂ ਵੀ ਜਪੇਗਾ, ਜਿਹੜਾ ਰਸਨਾ ਨਾਲ ਜਪਦਾ ਹੈ ਉਹ ਇੱਕ ਦਿਨ ਇਸ ਅਵਸਥਾ ਤੇ ਵੀ ਪਹੁੰਚੇਗਾ ਜਿੰਨਾ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ।
ਇੱਕ ਦਿਨ ਇਸ ਅਵਸਥਾ ਤੇ ਵੀ ਪਹੁੰਚੇਗਾ, ਉਹ ਸਾਹਾਂ ਦੇ ਰਾਹੀਂ ਸਿਮਰਨ ਕਰੇਗਾ, ਉਹ ਗਿਰਾਸ ਉਹ ਭੋਜਨ ਆਦਿਕ ਖਾਂਦਿਆਂ ਵੀ ਸਿਮਰਨ ਕਰੇਗਾ। ਉਹ ਇੱਕ ਦਿਨ ਇਸ ਅਵਸਥਾ ਤੇ ਵੀ ਪਹੁੰਚੇਗਾ, ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਇੱਕ ਦਿਨ ਇਸ ਅਵਸਥਾ ਤੇ ਵੀ ਪਹੁੰਚੇਗਾ, ਉਹ ਅੱਗੇ ਦੀ ਅੱਗੇ ਬਹੁਤ ਕੁਝ ਪ੍ਰਾਪਤ ਕਰੇਗਾ। ਪਰ ਜਿੰਨੇ ਕਦੀ ਰਸਨਾ ਨਾਲ ਵਾਹਿਗੁਰੂ ਕਿਹਾ ਹੀ ਨਹੀਂ, ਉਹਦੇ ਤੋਂ ਕੀ ਉਮੀਦ ਲਾਈ ਜਾ ਸਕਦੀ। ਜਿਹੜਾ ਇਸ ਤਰ੍ਹਾਂ ਚੱਲਦਾ ਜਾਏਗਾ ਨਾ, ਉਹ ਜ਼ਿੰਦਗੀ ਦੇ ਅਖੀਰਲੇ ਪੜਾਅ ਤੇ ਇਸ ਅਵਸਥਾ ਤੇ ਵੀ ਪਹੁੰਚ ਜਾਏਗਾ, ਜਿਹਨੂੰ ਭਗਤ ਸਾਹਿਬ ਜੀ ਕਹਿੰਦੇ ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਬਦਤ ਤਿਲੋਚਨ ਤੇ ਨਰ ਮੁਕਤਾ ਪਿਤਾੰਬਰ ਵਾ ਕੇ ਹਿਰਦੈ ਬਸੈ। ਇੱਕ ਦਿਨ ਇਸ ਅਵਸਥਾ ਤੇ ਵੀ ਪਹੁੰਚੇਗਾ, ਜਿਹਨੂੰ ਹਜੂਰ ਗੁਰੂ ਅਰਜਨ ਦੇਵ ਪਾਤਸ਼ਾਹ ਬਾਣੀ 'ਚ ਇੱਕ ਬਚਨ ਕਹਿੰਦੇ ਨੇ, ਜਿਨ੍ਹਾਂ ਨਾ ਵਿਸਰੈ ਨਾਮ ਸੇਕ ਨੇਹਿਆ, ਵੀ ਜਿਹਨੂੰ ਬੰਦਗੀ ਨਹੀਂ ਵਿਸਰਦੀ ਉਹ ਕਿਸ ਤਰ੍ਹਾਂ ਦਾ ਹੁੰਦਾ ਹੈ। ਇੱਕ ਬੜਾ ਵੱਡਾ ਸਵਾਲ ਹੈ। ਤੇ ਆਪਾਂ ਕਹਾਂਗੇ ਵੀ ਜਿਵੇਂ ਦੇ ਅਸੀਂ ਆ, ਦੋ ਹੱਥ ਸਾਡੇ ਦੋ ਯੋਧੇ ਹੁੰਦੇ ਨੇ, ਦੋ ਪੈਰ ਸਾਡੇ ਨੇ ਦੋ ਯੋਧੇ ਹੁੰਦੇ ਨੇ, ਅੱਖਾਂ ਜਿਵੇਂ ਸਾਡੀਆਂ ਉਵੇਂ ਉਹਦੀਆਂ ਹੁੰਦੀਆਂ ਨੇ। ਤੇ ਇਹ ਸਵਾਲ ਕਰਨ ਦਾ ਕੀ ਮਤਲਬ ਵੀ ਸੇਕ ਨੇਹਿਆ ਕਿਹੋ ਜਿਹੇ ਹੁੰਦੇ ਨੇ। ਗੁਰੂ ਅਰਜਨ ਦੇਵ ਪਾਤਸ਼ਾਹ ਸਵਾਲ ਕਰਦੇ ਨੇ ਵੀ ਜਿਹਨੂੰ ਬੰਦਗੀ ਨਹੀਂ ਵਿਸਰਦੀ, ਜਿਹਨੂੰ ਨਾਮ ਨਹੀਂ ਵਿਸਰਦਾ, ਉਹ ਸਮਾਜ ਦੇ ਵਿੱਚ ਕਿਸ ਤਰ੍ਹਾਂ ਦਾ ਹੈ। ਤਾਂ ਹਜੂਰ ਪਾਤਸ਼ਾਹ ਜੀ ਆਪ ਹੀ ਉੱਤਰ ਦੇ ਕੇ ਕਹਿੰਦੇ, ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਉਹ ਰੱਬ ਵਰਗੇ ਨੇ, ਜਿਵੇਂ ਦਾ ਪਰਮੇਸ਼ਰ ਹੈ। ਤੇ ਪਰਮੇਸ਼ਰ ਕਿਵੇਂ ਦਾ? ਦਇਆ ਕਰਨੰ ਦੁਖਾਰਣੰ। ਤੇ ਉਹਦਾ ਜਿਹੜਾ ਸਾਧੂ ਹੈ ਉਹ ਵੀ ਸਦਾ ਦਇਆ ਕਰਦਾ, ਉਹ ਵੀ ਸਦਾ ਦੁੱਖਾਂ ਨੂੰ ਹੀ ਹਰਦਾ। ਜਦੋਂ ਭਗਤ ਕਬੀਰ ਸਾਹਿਬ ਜੀ ਦਾ ਅਸੀਂ ਜ਼ਿਕਰ ਪੜ੍ਹੀਏ ਤੇ ਭਗਤ ਜੀ ਕਹਿੰਦੇ ਨੇ, ਮੈਂ ਸਾਧੂ ਨੂੰ ਜਦੋਂ ਵੇਖਦਾ ਤੇ ਕਬੀਰ ਰੋੜਾ ਹੋਏ ਰਹੋ ਬਾਟ ਕਾ, ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਏ ਮਿਲੇ ਭਗਵਾਨ। ਖੈਰ ਉਹਨਾਂ ਨੇ ਸਲੋਕਾਂ ਜ਼ਿਕਰ ਕੀਤਾ ਵੀ ਜਿਹੜਾ ਰੱਬੀ ਪਿਆਰਾ ਉਹ ਰੋੜੇ ਵੱਤ ਹੋਵੇ। ਤੇ ਫਿਰ ਕਹਿੰਦੇ ਵੀ ਨਹੀਂ, ਰੋੜਾ ਤੇ ਜਦੋਂ ਰਾਹ ਵਿੱਚ ਪਿਆ ਹੁੰਦਾ ਹੈ, ਕੋਈ ਰਾਹੀ ਪਾਂਧੀ ਆਵੇ, ਉਹਦਾ ਨੰਗਾ ਪੈਰ ਹੋਵੇ, ਠੇਡਾ ਵੱਜੇ, ਉਹਦਾ ਨਹੁੰ ਲਾ ਕੇ ਰੱਖ ਦਿੰਦਾ। ਉਹਦੇ ਬੜੀ ਭੈੜੀ ਸੱਟ ਅੰਗੂਠੇ ਤੇ ਕਈ ਵਾਰ ਵੱਜਦੀ, ਪੱਟੀ ਬੰਨੀ ਹੋਵੇ, ਪੁੱਛੋ ਕੀ ਹੋਇਆ? ਠੇਡਾ ਲੱਗ ਗਿਆ ਜੀ। ਪਰ ਕਹਿੰਦੇ ਜਿਹੜਾ ਰੱਬ ਦਾ ਦਾਸ ਹੈ ਉਹ ਤੇ ਕਿਸੇ ਨੂੰ ਠੇਡੇ ਨਹੀਂ ਨਾ ਮਾਰਦਾ, ਉਹ ਕਿਸੇ ਨੂੰ ਦੁੱਖ ਨਹੀਂ ਦਿੰਦਾ। ਫਿਰ ਕਹਿੰਦੇ ਕਬੀਰ ਰੋੜਾ ਹੁਆ ਤਾਂ ਕਿਆ ਭਇਆ, ਪੰਥੀ ਕਉ ਦੁੱਖ ਦੇ, ਐਸਾ ਕੋਈ ਦਾਸ ਹੋਏ ਜਿਉ ਧਰਨੀ ਮੈਂ ਖੇ। ਦਾਸ ਰੱਬੀ ਪਿਆਰਾ ਸੰਤ ਤੇ ਇਸ ਤਰ੍ਹਾਂ ਹੁੰਦਾ ਜਿਵੇਂ ਖਾਕ ਹੈ, ਜਿਵੇਂ ਡਸਟ ਹੈ, ਜ਼ਮੀਨ ਤੇ ਪਈ ਹੈ। ਪਰ ਕਹਿੰਦੇ ਨਹੀਂ, ਇਹ ਵੀ ਦੁੱਖ ਦਿੰਦੀ ਹੈ। ਜਦੋਂ ਗੱਲ ਦੀ ਗਹਿਰਾਈ 'ਚ ਜਾਂਦੇ ਨੇ ਨਾ, ਕਹਿੰਦੇ ਨਹੀਂ, ਇਹ ਵੀ ਦੁੱਖ ਦਿੰਦੀ। ਹਵਾ ਆਈ, ਇੱਕਦਮ ਮਿੱਟੀ ਉੱਡੀ, ਕੋਈ ਰਾਹੀ ਪਾਂਦੀ ਜਾ ਰਿਹਾ ਹੈ, ਬਾਈਕ ਤੇ ਬੜਾ ਤੇਜ਼ ਜਾ ਰਿਹਾ, ਉਹਦੀਆਂ ਅੱਖਾਂ ਵਿੱਚ ਮਿੱਟੀ ਪਈ, ਉਹਨੂੰ ਦਿਸਣੋਂ ਹਟਿਆ, ਰੱਬ ਨਾ ਕਰੇ ਉਹ ਡਿੱਗੇਗਾ ਵੀ, ਉਹ ਕਿਸੇ ਵਿੱਚ ਵੱਜੇਗਾ, ਉਹਦਾ ਐਕਸੀਡੈਂਟ ਹੋਏਗਾ। ਪਰ ਰੱਬੀ ਪਿਆਰਾ ਤੇ ਕਿਸੇ ਨੂੰ ਡੇਗਦਾ ਨਹੀਂ ਨਾ, ਉਹ ਕਿਸੇ ਨੂੰ ਮੌਤ ਨਹੀਂ ਦਿੰਦਾ, ਉਹ ਜੀਵਨ ਹੀ ਦਿੰਦਾ ਸਾਰਿਆਂ ਨੂੰ। ਤਾਂ ਕਹਿੰਦੇ ਕਬੀਰ ਖੇਹ ਹੋਈ ਤਾਂ ਕਿਆ ਪਿਆ, ਜਉ ਡ ਲਾਗੈ ਅੰਗ, ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਬੰਗ। ਕਹਿੰਦੇ ਨਹੀਂ, ਮਿੱਟੀ ਨਹੀਂ, ਪਾਣੀ ਵਰਗਾ ਹੋਣਾ ਚਾਹੀਦਾ। ਪਾਣੀ ਦੁੱਖ ਨਹੀਂ ਦਿੰਦਾ ਕਿਸੇ ਨੂੰ। ਭਾਵ ਇਹ ਹੈ ਕਿ ਪਰਮੇਸ਼ਰ ਵੀ ਦਇਆ ਕਰਦਾ ਹੈ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਜਿਸ ਤਰ੍ਹਾਂ ਦਾ ਹਰੀ ਪਰਮੇਸ਼ਰ ਹੈ, ਜਿਨ੍ਹਾਂ ਨਾ ਵਿਸਰੈ ਨਾਮ ਸੇਕ ਨੇਹਿਆ, ਕਹਿੰਦੇ ਭੇਦ ਨਾ ਜਾਣੋ ਮੂਲ ਸਾਈਂ ਜੇ ਆ। ਤੇ ਭਗਤ ਕਬੀਰ ਜੀ ਕਹਿੰਦੇ ਵੀ ਫਿਰ ਉਹਨੂੰ ਮਿੱਟੀ ਤਰ੍ਹਾਂ ਹੋਣਾ ਚਾਹੀਦਾ। ਕਹਿੰਦੇ ਨਹੀਂ, ਮਿੱਟੀ ਦੁੱਖ ਦਿੰਦੀ ਹੈ। ਕਬੀਰ ਖੇਹ ਹੋਈ ਤਾਂ ਕਿਆ ਪਿਆ, ਜੋ ਡ ਲਾਗੈ ਅੰਗ, ਹਰ ਜਨ ਐਸਾ ਚਾਹੀਏ ਜੋ ਪਾਣੀ ਸਰਬੰਗ। ਕਹਿੰਦੇ ਪਾਣੀ ਵਰਗਾ ਹੋਵੇ। ਤੇ ਪਾਣੀ ਤੋਂ ਬਾਅਦ ਗੱਲ ਆਈ ਵੀ ਪਾਣੀ ਦਾ ਇੱਕ ਔਗਣ ਹੈ। ਕਬੀਰ ਪਾਣੀ ਹੁਆ ਤਾਂ ਕਿਆ ਭਇਆ, ਸੀਰਾ ਤਾਤਾ ਹੋਏ। ਜੇ ਪਾਣੀ ਗਰਮ ਹੋ ਗਿਆ ਧੁੱਪ ਦੇ ਨਾਲ, ਜਾਂ ਕਿਵੇਂ ਆਪਾਂ ਗੀਜ਼ਰ 'ਚ ਕਰ ਲਿਓ, ਕਈ ਵਾਰ ਅਚਾਨਕ ਆਪਾਂ ਹੱਥ ਥੱਲੇ ਕਰ ਦਈਏ ਤੇ ਹੱਥ ਸਾੜ ਦਿੰਦਾ, ਆਪਾਂ ਕਹਿੰਦੇ ਪਤਾ ਹੀ ਨਹੀਂ ਲੱਗਾ ਇਸ ਟੂਟੀ 'ਚ ਗਰਮ ਪਾਣੀ ਆਉਂਦਾ ਸੀਗਾ। ਤੇ ਕਈ ਵਾਰ ਠੰਡਾ ਪਾਣੀ ਜਿਹੜਾ ਹੈ ਉਹ ਕਈ ਵਾਰ ਕਿਸੇ ਮਰੀਜ਼ ਨੂੰ ਧੱਕੇ ਨਾਲ ਜਾਂ ਕਿਤੇ ਗਲਤੀ ਨਾਲ ਦੇ ਦਿੱਤਾ ਜਾਵੇ ਤਾਂ ਉਹਦੇ ਸਰੀਰ ਨੂੰ ਬੜਾ ਨੁਕਸਾਨ ਕਰਦਾ। ਪਰ ਸਾਧੂ ਤੇ ਕਿਸੇ ਨੂੰ ਦੁੱਖ ਨਹੀਂ ਦਿੰਦਾ, ਨੁਕਸਾਨ ਨਹੀਂ ਕਰਦਾ। ਅਖੀਰ ਭਗਤ ਜੀ ਕਹਿੰਦੇ ਵੀ ਜਦੋਂ ਮੈਂ ਵੇਖਾਂ ਨਾ ਸਾਧੂ ਕਿਵੇਂ ਦਾ ਹੁੰਦਾ, ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਕਹਿ ਰਹੇ ਨਾ ਦਇਆ ਕਰਨ। ਤੇ ਫਿਰ ਪਾਤਸ਼ਾਹ ਜੀ ਕਹਿੰਦੇ ਭੇਤ ਨਾ ਜਾਣੋ ਮੂਲ ਸਾਈਂ ਜੇ ਆ। ਤਾਂ ਭਗਤ ਕਬੀਰ ਜੀ ਕਹਿੰਦੇ ਕਬੀਰ ਪਾਣੀ ਹੁਆ ਤਾਂ ਕਿਆ ਭਇਆ, ਸੀਰਾ ਤਾਤਾ ਹੋਏ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਹਰੀ ਦਾ ਪਿਆਰਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਜਿਵੇਂ ਹਰੀ ਪਰਮੇਸ਼ਰ ਆਪ ਹੈ। ਜੋ ਤੁਸੀਂ ਰੋਜ਼ ਸੰਧਿਆ ਸਮੇਂ ਪੜ੍ਹਦੇ ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੈ ਸਮਾਹੇ। ਭਾਵ ਹਰੀ ਤੇ ਹਰੀ ਦਾ ਪਿਆਰਾ ਇਸ ਤਰ੍ਹਾਂ ਦਾ ਹੈ ਜਿਵੇਂ ਸਮੁੰਦਰ 'ਚੋਂ ਲਹਿਰਾਂ ਉੱਠਣ ਤੇ ਪਰਤ ਕੇ ਸਮੁੰਦਰ ਦੇ ਵਿੱਚ ਸਮਾ ਜਾਣ, ਕੋਈ ਉਹਨਾਂ ਦੇ ਵਿੱਚ ਫਰਕ ਵਖਰੇਵਾ ਨਹੀਂ। ਤਾਂ ਭਾਵ ਹਜੂਰ ਪਾਤਸ਼ਾਹ ਕਹਿੰਦੇ ਜਿਹੜੇ ਉਚਰਨ ਨਾਮ ਕੀਰਤਨ ਹੈ, ਜਿਹੜੇ ਉਹਦਾ ਨਾਮ ਕੀਰਤਨ ਉਚਾਰਨ ਕਰਦੇ, ਪਹਿਲੇ ਅਰਥ ਅੰਦਰ ਪਰਮੇਸ਼ਰ ਦਿਆਲੂ ਹੈ, ਉਹ ਦੁੱਖਾਂ ਨੂੰ ਹਰਨ ਵਾਲਾ ਹੈ।
ਫਿਰ ਦੂਜਾ ਅਰਥ ਇਹਦਾ ਕਰੀਏ ਤਾਂ ਜਿਹੜੇ ਉਹਦੀ ਬੰਦਗੀ ਕਰਦੇ ਨੇ, ਉਹਦਾ ਨਾਮ ਉਚਾਰਨ ਕਰਦੇ ਨੇ, ਉਹਦੀ ਕੀਰਤੀ ਕਰਦੇ ਨੇ, ਉਹਨਾਂ ਨੂੰ ਵੀ ਉਹ ਐਸਾ ਬਲ ਦੇ ਦਿੰਦਾ ਹੈ ਕਿ ਉਹ ਸੰਸਾਰ ਦੇ ਜੀਵਾਂ ਤੇ ਦਇਆ ਕਰਨ ਲੱਗ ਪੈਂਦੇ ਨੇ। ਬੜੇ ਐਸੇ ਲੋਕਾਂ ਨੂੰ ਤੁਸੀਂ ਸ਼ਾਇਦ ਜ਼ਿੰਦਗੀ 'ਚ ਖੁਦ ਵੇਖਿਆ ਹੋਵੇ, ਜਿਹੜੇ ਪਹਿਲਾਂ ਲੋਕਾਂ ਦੇ ਦੁਸ਼ਮਣ ਬਣੇ ਹੁੰਦੇ ਨੇ, ਜਾਨ ਲੈਣ ਤੱਕ ਤੁਰੇ ਹੁੰਦੇ, ਪਰ ਜਿਸ ਦਿਨ ਪਰਮੇਸ਼ਰ ਉਹਨਾਂ ਦੀ ਮੰਦ ਬੁੱਧੀ ਤੋਂ ਉਹਨਾਂ ਨੂੰ ਸੱਦ ਬੁੱਧੀ ਦੇਵੇ, ਉਹ ਵੀ ਫਿਰ ਸੰਸਾਰ ਦੇ ਭਲੇ ਵਾਸਤੇ ਤੁਰ ਪੈਂਦੇ ਨੇ। ਬੜੇ ਐਸੇ ਲੋਕ ਸੰਸਾਰ 'ਚ ਮਿਲਦੇ ਨੇ। ਤਾਂ ਭਾਵ ਜਿਨ੍ਹਾਂ ਨੂੰ ਉਹ ਨਵਾਜ ਦਿੰਦਾ ਹੈ, ਜਿਵੇਂ ਉਹ ਆਪ ਦਿਆਲੂ ਕਿਰਪਾਲੂ ਹੈ, ਤਾਂ ਸਾਹਿਬ ਪਾਤਸ਼ਾਹ ਕਹਿੰਦੇ ਉਹ ਵੀ ਫਿਰ ਦਇਆ ਕਰਨ, ਉਹ ਦਇਆ ਕਰਨ ਵਾਲੇ ਬਣ ਜਾਂਦੇ ਨੇ। ਉਹ ਦੁੱਖ ਹਰਨ, ਉਹ ਦੁੱਖਾਂ ਨੂੰ ਹਰਨ ਵਾਲੇ ਬਣ ਜਾਂਦੇ। ਦਇਆ ਕਿਸ ਤਰ੍ਹਾਂ ਕਰਦੇ ਨੇ? ਉਹ ਸਾਰਿਆਂ ਦੇ ਉੱਤੇ ਹੀ ਦਇਆ ਕਰਦੇ ਨੇ। ਉਹ ਜ਼ਰੂਰੀ ਨਹੀਂ ਉਹ ਕਿਸੇ ਨੂੰ ਖਾਸ ਨੂੰ ਵੇਖ ਕੇ ਵੀ ਇਹ ਸਾਡਾ ਹੈ, ਇਹ ਆਪਣਾ ਹੈ, ਇਹ ਬੇਗਾਨਾ। ਉਹ ਸਾਰਿਆਂ ਦੇ ਉੱਤੇ, ਜਿਵੇਂ ਸੂਰਜ ਹੈ, ਉਹ ਸਾਰਿਆਂ ਨੂੰ ਪ੍ਰਕਾਸ਼ ਦਿੰਦਾ। ਉਹ ਕਦੀ ਨਹੀਂ ਵੇਂਦਾ ਵੀ ਇਹ ਧਰਤੀ ਗਰੀਬ ਦੀ ਹੈ ਜਾਂ ਧਰਤੀ ਅਮੀਰ ਦੀ ਹੈ, ਇਹ ਕਿਸੇ ਦਾ ਉੱਚਾ ਮਹਿਲ ਹੈ ਜਾਂ ਕਿਸੇ ਦੀ ਛੋਟੀ ਛੰਨ ਹੈ, ਕਿਸੇ ਦੀ ਕੋਠੜੀ ਹੈ। ਉਹ ਸਾਰਿਆਂ ਦੇ ਉੱਤੇ ਪ੍ਰਕਾਸ਼ ਪਾਉਂਦਾ। ਹਵਾ ਸਾਰਿਆਂ ਨੂੰ ਬਰਾਬਰ ਸੁੱਖ ਦਿੰਦੀ। ਇਸ ਤਰ੍ਹਾਂ ਸਾਹਿਬ ਪਾਤਸ਼ਾਹ ਕਹਿੰਦੇ ਉਹ ਪਰਮੇਸ਼ਰ ਵੀ ਸਾਰਿਆਂ 'ਤੇ ਦਇਆ ਕਰਦਾ ਹੈ, ਅਤੇ ਉਹਦੇ ਜੀਵ, ਉਹਦੇ ਭਲੇ ਪੁਰਖ, ਉਹਦੇ ਸੰਤ, ਉਹਦੇ ਕਮਾਈ ਵਾਲੇ ਜਿਹੜੇ, ਉਹ ਵੀ ਸਾਰਿਆਂ 'ਤੇ ਦਇਆ ਕਰਦੇ ਹਨ। ਦਇਆਲ ਪੁਰਖ ਭਗਵਾਨ ਹੈ, ਨਾਨਕ ਲਿਪਤ ਨਾ ਮਾਇਆ। ਜਿਹੜੇ ਉਸ ਅਕਾਲ ਪੁਰਖ ਭਗਵਾਨ ਪਰਮੇਸ਼ਰ ਦੀ ਦਇਆ ਦੇ ਪਾਤਰ ਬਣ ਜਾਂਦੇ ਨੇ, ਉਹ ਦਇਆਲ ਹੈ। ਅਤੇ ਜਿਨ੍ਹਾਂ 'ਤੇ ਉਹ ਦਇਆ ਕਰ ਦਿੰਦਾ, ਨਾਨਕ ਲਿਪਤ ਨਾ ਮਾਇਆ। ਉਹ ਮਾਇਆ ਦੇ ਵਿੱਚ ਰਹਿੰਦੇ ਹੋਏ ਵੀ ਜਿਉਂ ਕਮਲ ਰਹਿ ਵਿੱਚ ਪਾਣੀ ਹੈ, ਉਹ ਮਾਇਆ 'ਚ ਰਹਿੰਦੇ ਹੋਏ ਮਾਇਆ ਤੋਂ ਬਿਲਕੁਲ ਨਿਰਲੇਪ ਨੇ। ਰਹਿੰਦੇ ਉਹ ਮਾਇਆ 'ਚ ਹੀ ਨੇ। ਉਹਨਾਂ ਦੀ ਜੇਬ ਵਿੱਚ ਵੀ ਪੈਸੇ ਹੁੰਦੇ ਨੇ, ਇਹ ਨਹੀਂ ਕਿ ਉਹਨਾਂ ਕੋਲ ਹੁੰਦੇ ਨਹੀਂ, ਬੜਾ ਕੁਛ ਹੁੰਦਾ ਉਹਨਾਂ ਦੇ ਕੋਲ, ਪਰ ਉਹ ਰਹਿੰਦੇ ਬਿਲਕੁਲ ਨਿਰਲੇਪ ਨੇ। ਜਿਵੇਂ ਅਸੀਂ ਇੱਕ ਛੋਟੀ ਜਿਹੀ ਗਾਥਾ ਵੇਖੀਏ, ਰਾਜਾ ਜਨਕ ਦੀ ਸਭਾ ਲੱਗੀ ਅਤੇ ਸੁਣਿਆ ਕਿ ਰਾਜਾ ਜਨਕ ਜਿਹੜਾ ਹੈ ਉਹ ਧਰਮਾਤਮਾ ਹੈ। ਅਸੀਂ ਇਹ ਵੀ ਗ੍ਰੰਥਾਂ 'ਚ ਪੜ੍ਹਦੇ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਭਗਤ ਵੱਡਾ ਰਾਜਾ ਜਨਕ ਹੈ। ਭਗਤਾਂ ਵਿੱਚੋਂ ਬਹੁਤ ਵੱਡਾ ਭਗਤ ਹੈ ਰਾਜਾ ਜਨਕ। ਕੋਈ ਛੋਟੀ ਮੋਟੀ ਗੱਲ ਨਹੀਂ ਸੀ ਰਾਜੇ ਜਨਕ ਦੀ। ਤਾਂ ਗੱਲ ਚੱਲੀ ਸਾਰੇ ਪਾਸੇ ਵੀ ਰਾਜਾ ਜਨਕ ਬੜਾ ਧਰਮਾਤਮਾ ਹੈ, ਬਹੁਤ ਧਰਮੀ ਹੈ, ਉਹਦੇ ਅੰਦਰ ਕੋਈ ਮੋਹ ਮਾਇਆ ਨਹੀਂ ਹੈਗੀ। ਅਤੇ ਇੱਕ ਬ੍ਰਾਹਮਣ ਵਿਦਵਾਨ, ਉਹਦੇ ਮਨ 'ਚ ਸ਼ੰਕਾ ਆ, ਕਹਿੰਦਾ ਵੀ ਜੇ ਰਾਜਾ ਹੋਵੇ ਤਾਂ ਧਰਮੀ ਨਹੀਂ ਹੋ ਸਕਦਾ। ਜਿਵੇਂ ਆਪਾਂ ਆਮ ਹੀ ਸੰਸਾਰ 'ਤੇ ਗੱਲ ਕਰੀਏ, ਚਲੋ ਲੱਖਾਂ 'ਚੋਂ ਇੱਕ ਅੱਧਾ ਹੋਵੇ, ਗੱਲ ਵੱਖਰੀ। ਜਿਹੜਾ ਰੱਜ ਕੇ ਰਾਜਨੀਤਿਕ ਬੰਦਾ ਉਹ ਧਰਮੀ ਨਹੀਂ ਹੋ ਸਕਦਾ, ਇਹ ਪੱਕੀ ਗੱਲ ਹੈ। ਅਤੇ ਜਿਹੜਾ ਰੱਜ ਕੇ ਧਰਮੀ ਹੈ ਉਹ ਕਦੀ ਰਾਜਨੀਤਿਕ ਨਹੀਂ ਹੋ ਸਕਦਾ, ਇਹ ਵੀ ਗੱਲ ਪੱਕੀ ਹੈ। ਤਾਂ ਉਹਦੇ ਮਨ 'ਚ ਸਵਾਲ ਆ ਗਿਆ ਵੀ ਰਾਜਾ ਹੋਵੇ, ਐਡੇ ਰਾਜ ਭਾਗ ਨੂੰ ਸੰਭਾਲਦਾ ਹੋਵੇ, ਐਡੀ ਐਸ਼ਪ੍ਰਸਤੀ ਦੀ ਜ਼ਿੰਦਗੀ ਜਿਉਂਦਾ ਹੋਵੇ, ਧਰਮੀ ਕਿੱਥੋਂ ਹੋ ਜਾਊਗਾ? ਕਿਉਂਕਿ ਰਾਜ ਤਾਂ ਚੱਲਦੀ ਜ਼ਿਆਦਾਤਰ ਜ਼ੁਲਮ ਦੇ ਆਸਰੇ ਨੇ। ਇੱਕ ਸਿੱਖ ਰਾਜ ਹੈ ਜਿਹੜਾ ਬਿਨਾਂ ਜ਼ੁਲਮ ਤੋਂ ਚੱਲਿਆ, ਨਹੀਂ ਤੇ ਜਿੰਨੇ ਦੁਨੀਆ 'ਚ ਰਾਜ ਹੋਏ ਜਾਂ ਰਾਜੇ ਹੋਏ, ਜ਼ੁਲਮ ਦੇ ਆਸਰੇ 'ਤੇ ਹੀ ਉਹਨਾਂ ਨੇ ਜਿੰਨੇ ਸਾਲ ਵੀ ਹੰਡਾਏ, ਜ਼ੁਲਮ ਦੇ ਆਸਰੇ 'ਤੇ ਹੰਡਾਏ। ਖੈਰ, ਉਹਦੇ ਮਨ 'ਚ ਸਵਾਲ ਆਇਆ, ਕਹਿੰਦਾ ਮੈਂ ਰਾਜੇ ਜਨਕ ਦੀ ਪਰਖ ਕਰਨੀ ਹੈ, ਮੈਂ ਜਾਣਾ ਉਹਦੇ ਕੋਲ। ਉਹ ਜਦੋਂ ਗਿਆ ਰਾਜੇ ਜਨਕ ਨੂੰ ਵੇਖਣ ਵਾਸਤੇ, ਮਿਲਣ ਵਾਸਤੇ, ਉਹਦੇ ਮੋਢੇ ਦੇ ਉੱਤੇ ਇੱਕ ਗਮਛਾ, ਤੁਸੀਂ ਆਮ ਹੀ ਵੇਖਿਆ ਹੈਗਾ ਬ੍ਰਾਹਮਣਾਂ ਨੂੰ, ਉਹਨੇ ਇੱਕ ਧੋਤੀ ਬੰਨੀ ਹੁੰਦੀ ਅਤੇ ਇੱਕ ਉਸੇ ਤਰ੍ਹਾਂ ਦਾ ਹੀ ਕੱਪੜਾ ਜਿਹੜਾ ਮੋਢੇ 'ਤੇ ਰੱਖਿਆ ਹੁੰਦਾ। ਉੱਥੇ ਹੁਣ ਜਿਹੜਾ ਕੋਈ ਪਹਿਰੇਦਾਰ ਖੜਾ ਸੀ, ਉਹ ਕਹਿੰਦਾ ਵੀ ਤੁਸੀਂ ਇਹ ਅੰਦਰ ਨਹੀਂ ਲਿਜਾ ਸਕਦੇ, ਇਹ ਤੁਹਾਨੂੰ ਬਾਹਰ ਰੱਖ ਕੇ ਜਾਣਾ ਪਵੇਗਾ, ਵੀ ਚਲੋ ਸਿਕਿਉਰਿਟੀ ਦੇ ਪਰਪਸ ਤੋਂ ਜਾਂ ਜੋ ਵੀ ਹੈ, ਅੰਦਰ ਨਹੀਂ ਲਿਜਾ ਸਕਦੇ। ਉਹਨੇ ਬਾਹਰ ਰੱਖ ਦਿੱਤਾ। ਜਦੋਂ ਬ੍ਰਾਹਮਣ ਜਿਹੜਾ ਸੀ, ਵਿਦਵਾਨ ਜਿਹੜਾ ਸੀ, ਰਾਜੇ ਜਨਕ ਤੱਕ ਪਹੁੰਚਿਆ, ਗੱਲਾਂ ਬਾਤਾਂ ਸ਼ੁਰੂ ਹੋਈਆਂ ਵੀ ਧਰਮੀ ਵੀ ਹੈ, ਤੂੰ ਰਾਜਾ ਵੀ ਹੈ, ਅਤੇ ਇਹ ਤਾਂ ਨਹੀਂ ਹੋ ਸਕਦਾ ਵੀ ਰਾਜੇ ਦੇ ਅੰਦਰ ਤਾਂ ਤ੍ਰਿਸ਼ਨਾ ਹੁੰਦੀ, ਮੈਂ ਫਲਾਣਾ ਰਾਜ ਸਾਂਭਲਾਂ, ਮੈਂ ਰਾਜ ਵਧਾਲਾਂ। ਚਲੋ ਕਈ ਗੱਲਾਂ ਬਾਤਾਂ ਚੱਲੀਆਂ ਅਤੇ ਰਾਜਾ ਜਨਕ ਕਹਿੰਦਾ ਵੀ ਜ਼ਰੂਰੀ ਐਸਾ ਨਹੀਂ ਹੁੰਦਾ ਵੀ ਜਿਹੜਾ ਰਾਜਾ ਹੋਵੇ ਧਰਮੀ ਨਹੀਂ ਹੋ ਸਕਦਾ। ਇੰਨੀ ਦੇਰ ਨੂੰ ਰਾਜੇ ਜਨਕ ਨੇ ਇੱਕ ਮਨੁੱਖ ਨੂੰ ਪਹਿਲਾਂ ਹੀ ਸਮਝਾ ਕੇ ਰੱਖਿਆ ਸੀ। ਉਹ ਦੌੜਿਆ ਦੌੜਿਆ ਬਾਹਰੋਂ ਆਇਆ ਅਤੇ ਕਹਿੰਦਾ ਵੀ ਰਾਜਾ, ਆਪਣੇ ਰਾਜ ਵਿੱਚ ਅੱਗ ਲੱਗ ਗਈ ਆ। ਅਤੇ ਰਾਜਾ ਜਨਕ ਆਰਾਮ ਨਾਲ ਬੈਠਾ ਅਤੇ ਪੰਡਤ ਨੂੰ ਕਹਿੰਦਾ, ਹਾਂਜੀ ਕੀ ਕਹਿ ਰਹੇ ਸੀ ਤੁਸੀਂ? ਕਿਉਂਕਿ ਜਦੋਂ ਤੀਜੇ ਬੰਦੇ ਨੇ ਗੱਲ ਸੁਣਾਈ ਅਤੇ ਗੱਲ ਟੁੱਟ ਗਈ। ਉਹਨੇ ਕਿਹਾ ਵੀ ਰਾਜ ਨੂੰ ਅੱਗ ਲੱਗ ਗਈ ਹੈ। ਅਤੇ ਰਾਜੇ ਨੇ ਮਾੜਾ ਜਿਹਾ ਉਹਦੇ ਵੱਲ ਧਿਆਨ ਦਿੱਤਾ ਅਤੇ ਫਿਰ ਪੰਡਤ ਨੂੰ ਕਹਿੰਦਾ, ਤੁਸੀਂ ਦੱਸੋ ਕੀ ਕਹਿ ਰਹੇ ਸੀ, ਗੱਲ ਕੀ ਚੱਲ ਰਹੀ ਸੀ? ਉਹਨੇ ਫਿਰ ਗੱਲ ਸ਼ੁਰੂ ਕਰ ਲਈ। ਥੋੜ੍ਹੀ ਕੁ ਦੇਰ ਬਾਅਦ ਇੱਕ ਹੋਰ ਆਇਆ, ਉਹਨੇ ਫਿਰ ਆ ਕੇ ਕਿਹਾ ਵੀ ਰਾਜਾ, ਅੱਗ ਜਿਹੜੀ ਹੈ ਆਪਣੇ ਮਹਿਲਾਂ ਤੱਕ ਆ ਗਈ ਹੈ। ਰਾਜਾ ਜਨਕ ਫਿਰ ਚੁੱਪ ਕਰਕੇ ਕਹਿੰਦਾ, ਹਾਂਜੀ ਬ੍ਰਾਹਮਣ ਜੀ ਛੱਡੋ, ਤੁਸੀਂ ਗੱਲ ਦੱਸੋ ਕੀ ਕਰਦੇ ਪਏ ਸੀ? ਉਸ ਬ੍ਰਾਹਮਣ ਨੇ ਫਿਰ ਕੋਈ ਗੱਲ ਸ਼ੁਰੂ ਕੀਤੀ ਹੋਈ ਸੀਗੀ, ਜੋ ਵਿਦਵਤਾ ਦੇ ਪ੍ਰਥਾਏ ਜਾਂ ਜੋ ਵੀ ਤਰਕ ਵਿਤਰਕ ਦੀ ਸੀ। ਇੰਨੀ ਦੇਰ ਨੂੰ ਤੀਜਾ ਬੰਦਾ ਆਇਆ ਅਤੇ ਉਹ ਦੌੜਿਆ ਦੌੜਿਆ ਸਾਹੋ ਸਾਈ ਹੋਇਆ ਆਇਆ ਅਤੇ ਕਹਿੰਦਾ, ਰਾਜਾ ਜੀ, ਇਹ ਰਾਜਾ ਜਨਕ, ਜਿਹੜੀ ਅੱਗ ਹੈ ਨਾ, ਉਹ ਤਾਂ ਬਿਲਕੁਲ ਤੁਹਾਡੇ ਦਰਬਾਰ ਦੇ ਦਰਵਾਜ਼ੇ 'ਤੇ ਆ ਗਈ ਆ। ਜਦੋਂ ਉਹਨੇ ਇੰਨੀ ਗੱਲ ਕਹੀ ਅਤੇ ਬ੍ਰਾਹਮਣ ਇੱਕਦਮ ਉੱਠ ਕੇ ਖੜਾ ਹੋ ਗਿਆ
ਰਾਜਾ ਜਨਕ ਕਹਿੰਦਾ ਤੂੰ ਕਿਉਂ ਉੱਠ ਕੇ ਖੜਾ ਹੋ ਗਿਆ, ਅੱਗ ਤਾਂ ਮੇਰੇ ਦਰਬਾਰ 'ਚ ਆਈ ਹੈ, ਅੱਗ ਤੇ ਮੇਰੇ ਮਹਿਲ 'ਚ ਲੱਗੀ। ਉਹ ਕਹਿੰਦਾ ਰਾਜਾ ਬਾਹਰ ਨਾ ਮੇਰਾ ਗਮਛਾ ਪਿਆ ਹੋਇਆ, ਮੈਂ ਪਹਿਲਾਂ ਉਹ ਚੱਕ ਲਿਆਵਾਂ, ਕਿਤੇ ਐਸਾ ਨਾ ਹੋਵੇ ਵੀ ਅੰਦਰ ਅੱਗ ਆਵੇ ਜਾਂ ਨਾ ਆਵੇ ਪਰ ਮੇਰੀ ਤਾਂ ਧੋਤੀ ਸੜ ਜਾਣੀ ਨਾ, ਮੇਰਾ ਤੇ ਗਮਛਾ ਛੱਡ ਦੇਣਾ ਨਾ। ਤੇ ਉਹ ਰਾਜਾ ਜਨਕ ਕਹਿੰਦਾ ਵੀ ਬਸ ਆਹੀ ਫਰਕ ਹੈ ਭਾਵੇਂ ਸਾਰੀ ਗੱਲ ਝੂਠੀ ਸੀਗੀ, ਪਰ ਗੱਲ ਇਹ ਹੈ ਵੀ ਮੈਨੂੰ ਖਬਰ ਮਿਲੀ ਰਾਜ ਨੂੰ ਅੱਗ ਲੱਗ ਗਈ, ਮੈਂ ਬੇਪਰਵਾਹ ਹੋ ਕੇ ਬੈਠਾ ਰਿਹਾ, ਕੋਈ ਪਰਵਾਹ ਨਹੀਂ ਸੀ। ਇੱਕ ਹੁੰਦੀ ਲਾਪਰਵਾਹੀ, ਇੱਕ ਹੁੰਦੀ ਬੇਪਰਵਾਹੀ। ਲਾਪਰਵਾਹੀ ਬੜਾ ਸੰਸਾਰ ਕਰਦਾ ਹੈ, ਪਰ ਬੇਪਰਵਾਹੀ ਕੋਈ ਸਾਧੂ ਹੀ ਕਰਦਾ ਹੈ। ਬੇਪਰਵਾਹ ਸਦਾ ਰੰਗ ਹਰਕ ਹੈ ਜਾਂ ਕੋ ਪਾਕ ਸੁਆਮੀ। ਸੋ ਬੇਪਰਵਾਹੀ ਕਿਸੇ ਕਿਸੇ ਦੇ ਹਿੱਸੇ ਆਉਂਦੀ। ਉਹ ਕਹਿੰਦਾ ਮੇਰੇ ਰਾਜ ਨੂੰ ਅੱਗ ਲੱਗੀ, ਮੈਂ ਚੁੱਪ ਕਰਕੇ ਬੈਠਾ ਰਿਹਾ, ਮੇਰੇ ਮਹਿਲਾਂ ਤੱਕ ਅੱਗ ਆ ਗਈ, ਮੈਂ ਚੁੱਪ ਕਰਕੇ ਬੈਠਾ ਰਿਹਾ, ਮੇਰੇ ਦਰਬਾਰ ਤੱਕ ਅੱਗ ਆ ਗਈ, ਮੈਂ ਤਾਂ ਵੀ ਚੁੱਪ ਕਰਕੇ ਬੈਠਾ ਰਿਹਾ, ਪਰ ਤੈਨੂੰ ਇੰਨਾ ਹੀ ਪਤਾ ਲੱਗਾ ਵੀ ਮੇਰਾ ਬਾਹਰ ਗਮਛਾ ਪਿਆ, ਮੇਰੀ ਧੋਤੀ ਪਈ ਹੈ, ਉਹ ਪਤਾ ਨਹੀਂ ਰੁਪਈਏ ਧੇਲੀ ਦੀ ਹੈਗੀ ਵੀ ਹੈ ਕਿ ਨਹੀਂ, ਪਰ ਫਿਰ ਵੀ ਤੂੰ ਦੌੜ ਕੇ ਗਿਆ। ਭਾਵ ਇਹ ਸੀ ਕਿ ਜ਼ਰੂਰੀ ਨਹੀਂ ਕਿ ਮੋਹ ਜਿਹੜਾ ਹੈ ਉਹ ਆਮ ਸੰਸਾਰੀਆਂ ਦੇ ਅੰਦਰ ਹੋਵੇ ਜਾਂ ਉਹਨਾਂ 'ਚੋਂ ਖਤਮ ਹੋਵੇ। ਭਾਵ ਇਹ ਹੈ, ਹਜ਼ੂਰ ਪਾਤਸ਼ਾਹ ਕਹਿੰਦੇ ਨੇ ਜਿਹਦੇ ਤੇ ਤਰਸ ਆ ਜਾਵੇ ਉਹ ਰਾਜ ਪਾਗ ਨੂੰ ਹੰਡਾਉਂਦਿਆਂ ਹੋਇਆਂ ਵੀ। ਹੁਣ ਰਾਜਾ ਜਨਕ ਕੋਈ ਛੋਟਾ ਜਿਹਾ ਰਾਜਾ ਥੋੜ੍ਹੀ ਸੀਗਾ, ਐਡਾ ਵੱਡਾ ਰਾਜਾ ਜਨਕ ਹੈ ਕਿ ਉਹਦੇ ਪਰਥਾਏ ਗ੍ਰੰਥਾਂ 'ਚ ਜ਼ਿਕਰ ਆਉਂਦਾ ਜਿਸ ਦਿਨ ਉਹ ਸੰਸਾਰ ਤੋਂ ਤੁਰਿਆ ਤੇ ਉਹ ਸਵਰਗ ਨੂੰ ਜਾ ਰਿਹਾ ਸੀ, ਪੁਰੀ ਨੂੰ ਜਾ ਰਿਹਾ ਸੀ। ਚਲੋ ਉਹਦੀ ਜੀਵਨੀ ਹੈ ਬੜੀ ਲੰਬੀ। ਉਹ ਰਸਤੇ ਵਿੱਚ ਉਹਨੇ ਜਦੋਂ ਨਰਕਾਂ ਦੇ ਵਿੱਚੋਂ ਆਵਾਜ਼ਾਂ ਆਉਂਦੀਆਂ ਸੁਣੀਆਂ, ਉਹਨੇ ਆਪਣੇ ਨਾਲਦਿਆਂ ਨੂੰ ਪੁੱਛਿਆ ਜਿਹੜੇ ਉਹਨੂੰ ਲੈ ਕੇ ਜਾ ਰਹੇ ਸੀ ਕੋਈ ਵਿਮਾਨ ਤੇ, ਵੀ ਆਵਾਜ਼ਾਂ ਕਾਹਦੀਆਂ, ਚੀਕ ਚਿਹਾੜਾ ਕਾਹਦਾ? ਉਹ ਕਹਿੰਦੇ ਵੀ ਇੱਥੇ ਨਰਕ ਹੈ। ਜਿਵੇਂ ਆਪਾਂ ਪੁੱਛਦੇ ਹੁੰਦੇ ਨਾ ਵੀ ਸੜਕ ਦੇ ਨਾਲ ਨਾਲ ਕੀ ਜੀ ਇੱਥੋਂ ਦੁਰਗੰਧ ਬੜੀ ਆਉਂਦੀ, ਤੇ ਅਗਲਾ ਕਹਿੰਦਾ ਹੁੰਦਾ ਵੀ ਇੱਥੇ ਹੱਡਾ ਰੋੜੀ ਹੈ ਤਾਂ ਆਉਂਦੀ ਪਈ ਹੈ। ਕਈ ਵਾਰ ਆਪਾਂ ਪੁੱਛਦੇ ਹੁੰਦੇ ਵੀ ਇੱਥੇ ਭੀੜ ਬੜੀ ਹੈ, ਨਵੇਂ ਕਿਸੇ ਸ਼ਹਿਰ 'ਚ ਜਾਈਏ ਤੇ ਉੱਥੋਂ ਦਾ ਵਸਨੀਕ ਦੱਸਦਾ ਵੀ ਇੱਥੇ ਵੱਡੀ ਮਾਰਕੀਟ ਹੈ ਤਾਂ ਭੀੜ ਹੈ। ਉਹ ਕਹਿੰਦਾ ਵੀ ਇੱਥੇ ਭੀੜ ਬੜੀ, ਆਵਾਜ਼ਾਂ ਬੜੀਆਂ ਆਉਂਦੀਆਂ। ਉਹ ਕਹਿੰਦੇ ਵੀ ਇੱਥੇ ਨਰਕ ਹੈ। ਤੇ ਉਹ ਕਹਿੰਦਾ ਵੀ ਮੈਂ ਨਰਕ ਵੇਖਣੇ ਆ। ਜਦੋਂ ਨਰਕਾਂ ਦੇ ਵਿੱਚ ਰਾਜਾ ਜਨਕ ਗਿਆ ਨਾ, ਉਹਦੀ ਜੀਵਨੀ 'ਚ ਬਹੁਤ ਕੁਛ ਹੈ ਰਾਜੇ ਜਨਕ ਦੀ। ਚਲੋ ਗੱਲ ਚੱਲੀ, ਮੈਂ ਤਾਂ ਥੋੜ੍ਹੀ ਜਿਹੀ ਛੇੜ ਦਿੱਤੀ। ਉਹ ਕਹਿੰਦੇ ਵੀ ਜਦੋਂ ਰਾਜਾ ਜਨਕ ਨਰਕਾਂ 'ਚ ਗਿਆ, ਉਹਨੇ ਉੱਥੇ ਤੜਫਦੇ ਹੋਏ ਜੀਵਾਂ ਨੂੰ ਵੇਖਿਆ ਵੀ ਬੁਰਾ ਹਾਲ ਹੈ ਇਹਨਾਂ ਦਾ। ਉਹ ਕਹਿੰਦਾ ਵੀ ਮੈਂ ਇਹਨਾਂ ਨੂੰ ਛਡਾਉਣਾ ਚਾਹੁੰਦਾ, ਤੇ ਦੱਸੋ ਮੈਨੂੰ ਕੀ ਕਰਨਾ ਪਵੇਗਾ। ਵੀ ਮੈਂ ਚਾਹੁੰਦਾ ਇਹ ਸਾਰੇ ਮੁਕਤ ਹੋ ਜਾਣ, ਰਿਹਾ ਹੋ ਜਾਣ, ਇਹ ਸੁੱਖ ਭੋਗਣ, ਇਹ ਨਰਕ ਖਾਲੀ ਹੋ ਜਾਵੇ। ਤੇ ਉਹ ਜਿਹੜੇ ਨਾਲ ਦੇ ਸੀਗੇ ਉਹ ਕਹਿੰਦੇ ਵੀ ਰਾਜਾ ਜਨਕ, ਜੇ ਨਰਕ ਖਾਲੀ ਕਰਨਾ ਹੈ ਤੈਨੂੰ ਜਪ ਤਪ ਦੇਣਾ ਪਏਗਾ। ਤੇ ਉਹ ਕਹਿੰਦਾ ਵੀ ਦੱਸੋ ਕਿੰਨਾ? ਮੈਂ ਆਪਣੀ ਜ਼ਿੰਦਗੀ ਦਾ ਅੱਧੇ ਹਿੱਸੇ ਦਾ ਜਪ ਤਪ ਦੇ ਦਾਂ, ਮੈਂ ਆਪਣੀ ਜ਼ਿੰਦਗੀ ਦਾ ਕਿੰਨਾ ਹਿੱਸਾ ਦੇਵਾਂ? ਉਹ ਕਹਿੰਦੇ ਨਹੀਂ, ਅੱਧਾ ਹਿੱਸਾ ਤੇ ਬਹੁਤ ਜ਼ਿਆਦਾ ਹੋ ਜਾਣਾ, ਤੂੰ ਕੇਵਲ ਆਪਣੀ ਜ਼ਿੰਦਗੀ ਦਾ ਇੱਕ ਛਿਨ ਦਾ ਸਿਮਰਨ, ਇੱਕ ਛਿਨ ਦਾ ਸਿਮਰਨ ਦੇ ਦੇ, ਨਰਕ ਖਾਲੀ ਹੋ ਜਾਣਗੇ। ਇੰਨੀ ਸਿਮਰਨ ਵਿੱਚ ਤਾਕਤ ਹੈ। ਤੇ ਬੰਦਗੀ ਵਾਲਾ ਜਦੋਂ ਸਿਮਰਨ ਕਰਦਾ ਹੈ, ਉਹਦੇ ਸਿਮਰਨ ਵਿੱਚ ਤੇ ਲੱਖਾਂ ਗੁਣਾ ਵੱਧ ਕੇ ਤਾਕਤ ਹੈ। ਉੱਥੇ ਗ੍ਰੰਥਾਂ 'ਚ ਆਉਂਦਾ ਵੀ ਉਹਨੇ ਇੱਕ ਛਿਨ ਦਾ ਸਿਮਰਨ ਦਿੱਤਾ ਤੇ ਉਹਨੇ ਨਰਕ ਖਾਲੀ ਕਰਤੇ। ਭਾਵੇਂ ਇਹ ਹੈ, ਹਜ਼ੂਰ ਪਾਤਸ਼ਾਹ ਕਹਿੰਦੇ ਦਇਆਲ ਪੁਰਖ ਭਗਵਾਨ ਹੈ, ਨਾਨਕ ਲਿਪਤ ਨਾ ਮਾਇਆ। ਜਿਹਦੇ ਉੱਤੇ ਉਹ ਦਇਆ ਕਰਦੇ, ਜਿਹਦੇ ਤੇ ਭਗਵਾਨ ਅਕਾਲ ਪੁਰਖ ਟੁੱਟ ਪਵੇ, ਉਹ ਸੰਸਾਰ ਦੇ ਲੱਖਾਂ ਕਰੋੜਾਂ ਦੀਆਂ ਢੇਰੀਆਂ 'ਚ ਬੈਠਾ ਹੋਇਆ ਵੀ ਉਹ ਮਾਇਆ ਵਿੱਚ ਲਪਾਏਮਨ ਨਹੀਂ ਹੁੰਦਾ। ਤੇ ਕਈ ਵਾਰ ਆਮ ਮਨੁੱਖ ਦੀ ਗੱਲ ਕਰੀਏ, ਉਹ ਜਿੱਥੇ ਮਰਜ਼ੀ ਬੈਠਾ ਹੋਵੇ। ਹੁਣ ਮਾਇਆ 'ਚ ਲਪਾਏਮਨ ਹੋਣ ਦਾ ਅਰਥ ਕੀ ਹੈ? ਇਹ ਨਹੀਂ ਕਿ ਜਿਹੜਾ ਬੰਦਾ ਹਰ ਵੇਲੇ ਨੋਟ ਗਿਣਦਾ ਪਿਆ ਤੇ ਆਪਾਂ ਕਹੀਏ ਵੀ ਮਾਇਆਧਾਰੀ ਹੈ, ਬਿਲਕੁਲ ਗਲਤ ਹੈ। ਜਿਹੜਾ ਬੰਦਾ ਭਾਵੇਂ ਉਹਦੇ ਕੋਲ 10 ਰੁਪਈਏ ਨੇ ਤੇ ਭਾਵੇਂ ਉਹਦੇ ਕੋਲ 1000 ਹੋਵੇ, ਜਿਹਦੀ ਬਿਰਤੀ ਹਰ ਵੇਲੇ ਮਾਇਆ ਦੇ ਚੱਕਰ 'ਚ ਰਹਿੰਦੀ, ਵੀ ਸੰਗਤ 'ਚ ਬੈਠਾ ਧਿਆਨ ਫਿਰ ਵੀ ਮਾਇਆ 'ਚ ਹੋਵੇ, ਵੀ ਹਾਂ ਅੱਜ ਇੰਨੇ ਕਮਾਉਣੇ, ਅੱਜ ਇੰਨੇ ਬਣ ਜਾਣ, ਅੱਜ ਦੁਕਾਨ ਤੇ ਇੰਨੇ ਆ ਜਾਣਗੇ, ਜਾਂ ਉਹਦੇ ਦੇਣੇ ਨੇ, ਉਹਦੇ ਲੈਣੇ ਨੇ। ਕਿਤੇ ਵੀ ਬੰਦਾ ਬੈਠਾ, ਜਦੋਂ ਦੀ ਸੋਚ ਵਿੱਚ ਮਾਇਆ ਚੱਲਦੀ ਹੈ ਨਾ, ਉਹਨੂੰ ਮਾਇਆਧਾਰੀ ਕਹਿੰਦੇ। ਤੇ ਜਿਸ ਬੰਦੇ ਕੋਲ ਲੱਖਾਂ ਕਰੋੜਾਂ ਹੋਵੇ ਪਰ ਉਹਨੂੰ ਫਿਕਰ ਕੋਈ ਨਾ ਹੋਵੇ, ਪ੍ਰਵਾਹ ਕੋਈ ਨਾ ਹੋਵੇ ਵੀ ਹੈਗਾ ਜਾਂ ਨਹੀਂ, ਉਹ ਮਾਇਆਧਾਰੀ ਨਹੀਂ ਹੁੰਦਾਗਾ। ਸੋ ਖੈਰ, ਹਜ਼ੂਰ ਪਾਤਸ਼ਾਹ ਕਹਿੰਦੇ ਜਿਹਦੇ ਤੇ ਦਿਆਲ ਹੋ ਜਾਵੇ ਨਾ, ਉਹਨੂੰ ਫਿਰ ਇਹ ਸੰਸਾਰ ਦੀ ਜਿਹੜੀ ਬਾਹਰੀ ਮਾਇਆ, ਫਿਰ ਇਹ ਪਦਾਰਥੀ ਮਾਇਆ, ਇਹ ਮੋਹ ਆਦਿਕ, ਇਹ ਵਿਕਾਰਾਂ, ਇਹ ਪਦਾਰਥਾਂ ਦੀ ਜਿਹੜੀ ਮਾਇਆ ਹੈ, ਆਸ਼ਾ ਤ੍ਰਿਸ਼ਨਾ ਆਦਿਕ ਜਿਹੜੀ ਮਾਇਆ ਹੈ, ਇਹ ਉਹਨੂੰ ਨਹੀਂ ਪਾਉਂਦੀ ਹੈ। ਉਹ ਇਸ ਤੋਂ ਨਿਰਲੇਪ ਹੋ ਜਾਂਦਾ ਹੈ। ਪਾਹੇ ਬਲੰਦੜੀ ਬੁੱਝ ਗਈ, ਰਖੰਦੜੋ ਪ੍ਰਭ ਆਪ। ਜਿਨ੍ਹਾਂ ਨੂੰ ਸਕਰਤੇ ਪਰਮੇਸ਼ਰ ਨੇ ਆਪ ਇਸ ਸੰਸਾਰ ਦੀ ਤ੍ਰਿਸ਼ਨਾ, ਇਹ ਵਾਸ਼ਨਾ, ਇਹ ਪਦਾਰਥੀ ਮਾਇਆ ਜਿਹੜੀ ਸੀ, ਇਹਦੇ ਤੋਂ ਰੱਖ ਲਿਆ। ਉਹਨਾਂ ਦੇ ਅੰਦਰ ਪਾਹੇ ਬਲੰਦੜੀ ਬੁੱਝ ਗਈ, ਉਹਨਾਂ ਦੇ ਅੰਦਰ ਮੱਚਦੀ ਹੋਈ ਅੱਗ ਜਿਹੜੀ ਸੀ ਬੁੱਝ ਗਈ। ਹੁਣ ਜਿਵੇਂ ਅੱਗ ਲੱਗੀ ਹੋਵੇ ਤੇ ਉੱਥੇ ਕੋਈ ਸਿਆਣਾ ਆ ਕੇ ਕਵੇ ਵੀ ਅੱਗ ਨੂੰ ਬੁਝਾਓ, ਤੇ ਆਪਾਂ ਕਹੀਏ ਵੀ ਕਿਵੇਂ ਬੁਝਾਈਏ, ਤੇ ਉਹ ਮਗਰੋਂ ਕਹਿ ਦੇ ਆ ਕੇ ਵੀ ਲੱਕੜਾਂ ਲਿਆਓ ਤੇ ਇਹਦੇ ਤੇ ਪਾਈ ਜਾਓ। ਜਦੋਂ ਬਹੁਤ ਸਾਰੀਆਂ ਲੱਕੜਾਂ ਇਹਦੇ 'ਚ ਪੈ ਜਾਣਗੀਆਂ, ਨੇ ਥੱਲੇ ਦਬ ਜਾਣਾ ਤੇ ਨੇ ਬੁੱਝ ਜਾਣਾ। ਪਰ ਐਸਾ ਕਦੀ ਹੋਏਗਾ ਨਹੀਂ। ਜੇ ਕੋਈ ਇਹ ਸੋਚੇ
ਵੀ ਅੱਗ ਵਿੱਚ ਲੱਕੜਾਂ ਪਾਈ ਜਾਂਦੇ ਆ, ਆਖਰ ਇੱਕ ਦਿਨ ਖਤਮ ਹੋ ਜਾਏਗੀ, ਰੱਜ ਜੇਗੀ ਤੇ ਨੇ ਬੁੱਝ ਜਾਣਾ। ਇਹ ਨਹੀਂ ਕਦੀ ਬੁਝੇਗੀ। ਸੋ ਇਸੇ ਤਰ੍ਹਾਂ ਇਹ ਤ੍ਰਿਸ਼ਨਾ ਦੀ ਅੱਗ ਹੈ। ਪਰ ਹਜੂਰ ਪਾਤਸ਼ਾਹ ਕਹਿੰਦੇ ਜਿਨ੍ਹਾਂ ਤੇ ਮਾਲਕ ਦੀ ਦਇਆ, ਮਾਲਕ ਦਾ ਤਰਸ ਹੋ ਗਿਆ, ਉਹਨਾਂ ਦੇ ਅੰਦਰ ਇਹ ਜਿਹੜੀ ਅੱਗ ਸੀ ਪਦਾਰਥਾਂ ਦੀ ਲੋੜ ਹੋੜ ਜੋੜ ਵਾਲੀ, ਇਹ ਉਹਨਾਂ ਅੰਦਰੋਂ ਬੁਝ ਗਈ। ਤੇ ਰਖੰਦੜੋ ਪ੍ਰਭ ਆਪ, ਪਰਮੇਸ਼ਰ ਨੇ ਆਪ ਉਹਨਾਂ ਨੇ ਸੰਸਾਰ ਦੇ ਵਿੱਚ ਇਸ ਤ੍ਰਿਸ਼ਨਾ ਦੀ ਅੱਗ ਵਿੱਚ ਬਚਣ ਤੋਂ ਆਪ ਰੱਖ ਲੈਣਾ ਕੀਤਾ ਹੈ। ਤੇ ਉਹ ਕਿਵੇਂ ਰੱਖ ਲੈਂਦਾ? ਉਹਦੇ ਵਿੱਚ ਇੱਕ ਬਲ ਹੈ, ਉਹਦੇ ਵਿੱਚ ਇੱਕ ਸਮਰੱਥਾ ਹੈ। ਇਹਦਾ ਕਾਰਨ ਇਹ ਹੈ, ਜਿਵੇਂ ਕਈ ਵਾਰ ਕਿਤੇ ਅੱਗ ਲੱਗੀ ਹੋਵੇ ਤੇ ਤੁਸੀਂ ਵੇਖੋਗੇ ਆਮ ਲੋਕ ਉਸ ਅੱਗ ਤੋਂ ਡਰਦੇ ਹੁੰਦੇ ਆ, ਪਰ ਜਿਹੜਾ ਬੰਦਾ ਅੱਗ ਬੁਝਾਉਣ ਵਾਲਾ ਆਏਗਾ, ਫਾਇਰ ਬ੍ਰਿਗੇਡ ਵਾਲਾ ਆਏਗਾ, ਉਸ ਅੱਗ ਵਿੱਚ ਵੜ ਜਾਂਦੇ। ਕਈ ਵਾਰ ਉਹਨਾਂ ਨੇ ਚਲੋ ਕੱਪੜੇ ਵੀ ਉਸ ਤਰ੍ਹਾਂ ਦੇ ਪਾਏ ਹੁੰਦੇ, ਪਰ ਵੈਸੇ ਵੀ ਉਸ ਅੱਗ ਵਿੱਚ ਵੜ ਜਾਂਦੇ ਨੇ। ਹੁਣ ਜੇ ਪੁੱਛੀਏ ਵੀ ਸਾਨੂੰ ਡਰ ਲੱਗਦਾ, ਤੁਸੀਂ ਇਸ ਅੱਗ 'ਚ ਕਿਉਂ ਵੜ ਗਏ ਹੋ? ਉਹ ਕਹਿੰਦੇ ਵੀ ਅਸੀਂ ਇਸ ਅੱਗ ਦੇ ਭੇਤ ਰਹੱਸ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ, ਕਾਰਨ ਅਸੀਂ ਇਸ ਅੱਗ ਦੇ ਉੱਤੇ ਬੜੀ ਸਟੱਡੀ ਕੀਤੀ ਹੋਈ ਵੀ ਕਿਸ ਤਰ੍ਹਾਂ ਦੀ ਅੱਗ ਹੈ, ਕਿੰਨੀ ਉੱਚੀ ਉੱਠਦੀ ਹੋਵੇ, ਕਿੰਨਾ ਸੇਕ ਪੈਂਦਾ ਹੋਵੇ, ਕਿੰਨਾ ਨੁਕਸਾਨ ਸਰੀਰ ਨੂੰ ਕਰੇਗੀ। ਅਸੀਂ ਉਹ ਅੰਦਾਜ਼ਾ ਲਾ ਕੇ ਅੱਗ ਵਿੱਚ ਵੜ ਜਾਂਦੇ ਆ। ਆਪਣੇ ਵਰਗਾ ਬੰਦਾ ਤੇ ਡਰ ਜਾਂਦਾ ਨਾ ਵੀ ਬਸ ਲਾਟ ਨਿਕਲਦੀ ਪਈ, ਇਹਨੇ ਸਾੜ ਹੀ ਦੇਣਾ। ਉਹ ਕਹਿੰਦੇ ਵੀ ਸਾਨੂੰ ਇਹ ਆਈਡੀਆ ਹੁੰਦਾ ਹੈ ਵੀ ਕਿੱਡੀ ਉੱਚੀ ਲਾਟ ਹੈ, ਕਿੰਨਾ ਕੁ ਸੇਕ ਮਾਰ ਰਹੀ, ਜੇ ਇਹਦੇ 'ਚ ਵੜਾਂਗੇ ਇਹ ਸਾਡੇ ਸਰੀਰ ਨੂੰ ਕਿੰਨਾ ਕੁ ਨੁਕਸਾਨ ਦੇਗੀ, ਜ਼ਿਆਦਾ ਦੇਗੀ ਜਾਂ ਘੱਟ ਦੇਗੀ। ਸਾਡੇ ਕੋਲ ਤਕਨੀਕ ਹੈ, ਸਾਡੇ ਕੋਲ ਤਜਰਬਾ ਹੈ, ਡਿਗਰੀਆਂ ਨੇ, ਅਸੀਂ ਉਸ ਆਧਾਰ 'ਤੇ ਵੜ ਜਾਂਦੇ ਹਾਂ। ਤਾਂ ਇਸ ਸੰਸਾਰ ਦੀ ਅੱਗ ਨੂੰ ਵੇਖ ਕੇ ਆਮ ਸੰਸਾਰੀ ਮਨੁੱਖ ਜਿਹੜਾ ਡਰ ਗਿਆ, ਉਹ ਕਿਸੇ ਨੂੰ ਕੱਢਣ ਦੀ ਹਿੰਮਤ ਹੀ ਨਹੀਂ ਕਰਦਾ ਪਿਆ। ਪਰ ਹਜੂਰ ਪਾਤਸ਼ਾਹ ਕਹਿੰਦੇ ਪਰਮੇਸ਼ਰ ਐਸਾ ਹੈ, ਜਿਨ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ। ਉਹਨੇ ਆਪ ਇਸ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੋਇਆ। ਉਹ ਇਸ ਸ੍ਰਿਸ਼ਟੀ ਦੇ ਬਾਰੇ, ਇੱਕ ਇੱਕ ਜੀਵ ਦੇ ਰਹੱਸ ਭੇਦ ਬਾਰੇ ਬੜੀ ਚੰਗੀ ਤਰ੍ਹਾਂ ਜਾਣਦਾ ਹੈ। ਇਸ ਕਰਕੇ ਜਦੋਂ ਉਹ ਸੰਸਾਰ ਵਿੱਚ ਵੜਦਾ ਨਾ, ਉਹਨੂੰ ਸੰਸਾਰ ਦੀ ਮਾਇਆ ਪਦਾਰਥ ਜਿਹੜੇ ਨੇ ਉਹ ਆਪਣੀ ਗ੍ਰਿਫਤ, ਆਪਣੀ ਪਕੜ ਵਿੱਚ ਨਹੀਂ ਲੈ ਕੇ ਆਉਂਦੇ। ਅਤੇ ਉਹ ਸਾਨੂੰ ਜੀਵਾਂ ਨੂੰ ਬੜੇ ਸੋਹਣੇ ਤਰੀਕੇ ਨਾਲ ਸੰਸਾਰ ਵਿੱਚੋਂ ਕੱਢ ਕੇ ਲੈ ਜਾਂਦਾ। ਜਿਵੇਂ ਬਿੱਲੀ ਨੂੰ ਕਦੇ ਵੇਖੋ, ਜੇ ਉਹਦੇ ਆਪਣੇ ਜਬਾੜਿਆਂ ਦੇ ਵਿੱਚ ਕਿਤੇ ਚੂਹਾ ਆ ਜੇ ਤੇ ਮੇਰੇ ਹਿਸਾਬ ਨਾਲ ਸ਼ਾਇਦ ਮਿੰਟ ਵੀ ਜ਼ਿਆਦਾ ਹੋ ਜਾਂਦਾ, ਉਹ 10-20 ਸੈਕਿੰਡ 'ਚ ਉਹਨੂੰ ਨੱਪਦੀ ਹੈ ਤੇ ਬਸ ਉਹਦਾ ਸਾਰਾ ਕੁਝ ਖਤਮ ਕਰ ਦਿੰਦੀ। ਉਸੇ ਬਿੱਲੀ ਦੇ ਆਪਣੇ ਹੀ ਜਬਾੜਿਆਂ ਦੇ ਵਿੱਚ ਜਦੋਂ ਆਪਣਾ ਬਲੂੰਗੜਾ ਫੜਿਆ ਹੋਵੇ ਕਈ ਵਾਰ, ਤੇ ਤੁਸੀਂ ਵੇਖੋ ਵੀ ਉਹ ਲੋਕਾਂ ਦੀਆਂ ਘਰਾਂ ਦੀਆਂ ਛੱਤਾਂ ਉੱਤੇ ਛਾਲਾਂ ਮਾਰਦੀ, ਕਈ ਘਰਾਂ ਦੀਆਂ ਛੱਤਾਂ ਟੱਪ ਜਾਂਦੀ, ਪਰ ਮਜਾਲ ਹੈ ਕਿ ਉਸ ਬਲੂੰਗੜੇ ਦੇ ਕਿਤੇ ਦੰਦ, ਕਿਤੇ ਖਰੋਚ ਵੀ ਵੱਜਣ ਦੇਵੇ। ਭਾਵ ਇਹ ਹੈ ਪਰਮੇਸ਼ਰ ਇਸੇ ਤਰ੍ਹਾਂ ਜਦੋਂ ਸੰਸਾਰ ਦੇ ਵਿੱਚ ਕਿਸੇ ਭਗਤ ਨੂੰ ਇਸ ਸੰਸਾਰ ਦੇ ਵਿੱਚੋਂ ਕੱਢਦਾ, ਭਾਵੇਂ ਉਹ ਸਰੀਰ ਛੱਡ ਕੇ ਜਾ ਰਿਹਾ ਹੋਵੇ ਜਾਂ ਉਹ ਬਿਰਤੀ ਦੇ ਦੁਆਰਾ ਪਰਮੇਸ਼ਰ ਸੰਸਾਰ ਚੋਂ ਕੱਢਦਾ, ਉਹਨੂੰ ਖਰੋਚ ਨਹੀਂ ਆਉਣ ਦਿੰਦਾ। ਐਸੀ ਘਟਨਾ ਜਮਾਂ ਦੇ ਪ੍ਰਤੀ ਵੀ ਭੇ ਜਮਾਂ, ਉਹ ਜਿਹੜੇ ਜਮ ਨੇ, ਉਹ ਜਦੋਂ ਸੰਸਾਰ ਦੇ ਉੱਤੇ ਇਹਨਾਂ ਆਮ ਸੰਸਾਰੀ ਜੀਵਾਂ ਨੂੰ ਲੈ ਕੇ ਜਾਂਦੇ, ਤੇ ਜਿਵੇਂ ਬਿੱਲੀ ਦੇ ਦੰਦਾਂ ਵਿੱਚ ਚੂਹਾ ਆਇਆ ਹੁੰਦਾ, ਤੇ ਜਦੋਂ ਕਿਸੇ ਭਗਤ ਨੂੰ ਸੰਸਾਰ ਤੋਂ ਲੈ ਕੇ ਜਾਂਦੇ, ਫਿਰ ਰੇ ਰੇ ਦਰਗਹਿ ਕਹੈ ਨਾ ਕੋ, ਆਓ ਬੈਠ ਆਦਰ ਸੁਭ ਦੇਉ, ਉਹ ਇਸ ਤਰ੍ਹਾਂ ਲੈ ਕੇ ਜਾਂਦੇ ਨੇ। ਸੋ ਖੈਰ ਹਜੂਰ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਮਾਇਆ ਜਿਹੜੀ ਹੈ ਉਹ ਵਿਆਪਦੀ ਨਹੀਂ। ਇੱਕ ਸ਼ਬਦ ਹੈ, ਮਾਇਆ ਨੂੰ ਅਸੀਂ ਦੌਲਤ ਸ਼ਬਦ ਕਹਿੰਦੇ, ਤੇ ਮੇਰੇ ਮਨ 'ਚ ਇੱਕ ਅਰਥ ਆ ਰਿਹਾ ਸੀ ਦੌਲਤ। ਵੈਸੇ ਤੇ ਕਨੌੜਾ ਲੱਗਦਾ, ਪਰ ਜੇ ਇਹਨੂੰ ਥੋੜ੍ਹਾ ਜਿਹਾ ਅਸੀਂ ਹੋੜਾ ਲਾ ਦਈਏ ਤੇ ਦੋ ਲੱਤ ਸ਼ਬਦ ਬਣ ਜਾਂਦਾ ਹੈ। ਤੇ ਦੋ ਲੱਤ ਦਾ ਜਦੋਂ ਅਸੀਂ ਅਰਥ ਕਰੀਏ ਵੀ ਦੋ ਵੱਖਰਾ ਕਰ ਦਿਓ, ਤੇ ਲੱਤ ਦਾ ਅਰਥ ਜਿਵੇਂ ਆਪਾਂ ਕਹਿੰਦੇ ਕਿਸੇ ਨੂੰ ਲੱਤ ਮਾਰਨੀ, ਕਿਸੇ ਨੂੰ ਕਿੱਕ ਮਾਰਨੀ, ਕਿਸੇ ਨੂੰ ਠੁੱਡਾ ਮਾਰਨਾ। ਮਾਇਆ ਦੇ ਕੋਲ ਦੋ ਤਰੀਕੇ ਨੇ, ਜਾਂ ਤੇ ਮਾਇਆ ਹੰਕਾਰ ਦੀ ਲੱਤ ਮਾਰਦੀ ਹੈ, ਬੰਦਾ ਦੁਨੀਆ ਤੋਂ ਪਰੇ ਹੋ ਜਾਂਦਾ ਵੀ ਬਸ ਹੁਣ ਮੈਂ ਹੀ ਮੈਂ ਆ, ਤੇ ਜਾਂ ਫਿਰ ਇਹ ਮਾਇਆ ਲੱਤ ਮਾਰਦੀ ਹੈ ਬੰਦੇ ਨੂੰ ਗਰੀਬੀ ਦੀ, ਵੀ ਜਦੋਂ ਉੱਤੋਂ ਥੱਲੇ ਸੁੱਟਦੀ ਹੈ ਨਾ, ਬਸ ਉਦੋਂ ਵੀ ਬੰਦਾ ਸਮਾਜ ਵਿੱਚ ਖਤਮ ਹੋ ਜਾਂਦਾ ਹੈ। ਦੋ ਲੱਤ, ਇਹਦੇ ਕੋਲ ਦੋ ਹੀ ਲੱਤਾਂ ਨੇ, ਜਾਂ ਤਾਂ ਹੰਕਾਰ ਦੀ ਲੱਤ ਮਾਰਦੀ ਹੈ ਤਾਂ ਵੀ ਦੁਨੀਆ ਤੋਂ ਤੋੜ ਕੇ ਰੱਖ ਦਿੰਦੀ, ਜਾਂ ਫਿਰ ਗਰੀਬੀ ਦੀ ਲੱਤ ਮਾਰਦੀ ਹੈ, ਬਿਲਕੁਲ ਹੀ ਥੱਲੇ ਸੁੱਟ ਦਿੰਦੀ, ਤਾਂ ਵੀ ਦੁਨੀਆ ਤੋਂ ਤੋੜ ਕੇ ਰੱਖ ਦਿੰਦੀ। ਤਾਂ ਹਜੂਰ ਪਾਤਸ਼ਾਹ ਕਹਿੰਦੇ ਪਰਮੇਸ਼ਰ ਜਦੋਂ ਉੱਠਦਾ ਤੇ ਉਹਨੇ ਫਿਰ, ਜਿਹਨੇ ਆਪ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹਨੇ ਫਿਰ ਜੀਵਾਂ 'ਤੇ ਤਰਸ ਕਰਕੇ ਇਸ ਜੀਵ ਨੂੰ, ਜਿਹਨੇ ਉਹਦੇ ਅੱਗੇ ਅਰਦਾਸਾਂ ਕੀਤੀਆਂ, ਜੋਦੜੀਆਂ ਕੀਤੀਆਂ, ਨਾਨਕ ਸੋ ਪ੍ਰਭ ਜਾਪ ਐ ਜੀਵ, ਜਿਨ੍ਹਾਂ ਨੇ ਉਸ ਪ੍ਰਭੂ ਨੂੰ ਜਪਿਆ ਹੈ ਤੂੰ ਵੀ ਜਪਣਾ ਕਰ, ਜਿਨ੍ਹਾਂ ਨੇ ਉਹਦੇ ਅੱਗੇ ਪੁਕਾਰਾਂ ਕੀਤੀਆਂ, ਉਹਨਾਂ ਨੂੰ ਉਸ ਕਰਤੇ ਅਕਾਲ ਪੁਰਖ ਪਰਮੇਸ਼ਰ ਨੇ ਰੱਖ ਲੈਣਾ ਕੀਤਾ ਹੈ। ਪੌੜੀ ਜਾਂ ਪ੍ਰਭ ਭਏ ਦਇਆਲ ਨਾ ਵਿਆਪੈ ਮਾਇਆ। ਜਿਨ੍ਹਾਂ 'ਤੇ ਦਿਆਲੂ ਹੋ ਗਿਆ ਉਹਨਾਂ ਨੂੰ ਮਾਇਆ ਵਿਆਪਦੀ ਨਹੀਂ। ਜਿਵੇਂ ਆਪਾਂ ਕਈ ਵਾਰ ਸੰਸਾਰ ਦੇ ਵਿੱਚ ਕੁਝ ਨਾਂਗੇ ਸਾਧੂ ਤੁਸੀਂ ਵੇਖੇ ਹੋਣੇ, ਇੱਕ ਪਾਸੇ ਆਪਾਂ ਜਾਈਏ ਤੇ ਆਪਣੇ ਦੋ ਦੋ ਕੋਟ ਪਾਏ ਹੁੰਦੇ, ਥੱਲੇ ਇਨਰ ਪਾਇਆ ਹੋਏਗਾ, ਉੱਤੋਂ ਕੋਈ ਮੋਟੀ ਲੋਈ ਚਾਦਰ ਲਈ ਹੋਏਗੀ,
ਉਹਨੂੰ ਪੁੱਛੋ ਤੇ ਉਹਨੇ ਤੇੜ ਲੰਗੋਟੀ ਬੰਨੀ ਹੁੰਦੀ ਤੇ ਸਰੀਰ ਦੇ ਉੱਤੇ ਇੱਕ ਕੱਪੜਾ ਵੀ ਨਹੀਂ ਉਹਨੇ ਪਾਇਆ ਹੁੰਦਾ, ਤੇ ਜਿਹਨੂੰ ਪੁੱਛੋ ਵੀ ਤੈਨੂੰ ਠੰਡ ਨਹੀਂ ਲੱਗਦੀ, ਤੇ ਉਹ ਕਹੇਗਾ ਵੀ ਨਹੀਂ, ਮੈਂ ਇਸ ਠੰਡ ਨੂੰ ਕਦੀ ਮਹਿਸੂਸ ਹੀ ਨਹੀਂ ਕੀਤਾ। ਤੇ ਆਮ ਹੀ ਜਦੋਂ ਠੰਡ ਦੇ ਦਿਨ ਹੁੰਦੇ ਨੇ ਨਾ, ਤਕਰੀਬਨ ਆਪਣੀ ਜ਼ਿੰਦਗੀ 'ਚ ਗੱਲ ਹੋਈ ਹੈ, ਆਪਾਂ ਜੇ ਕੋਈ ਬਾਹਲਾ ਕੰਬਦਾ ਪਿਆ ਹੋਵੇ ਤੇ ਆਪਾਂ ਉਹਨੂੰ ਕਹਿੰਦੇ ਨੇ ਵੀ ਠੰਡ ਨੂੰ ਜਿੰਨਾ ਮਹਿਸੂਸ ਕਰੋਗੇ ਨਾ ਓਨਾ ਲੱਗਦੀ ਹੈ, ਤੂੰ ਸਰੀਰ ਢਿੱਲਾ ਜਿਹਾ ਛੱਡ ਦੇ ਵੇਖੇ ਤੈਨੂੰ ਠੰਡ ਨਹੀਂ ਲੱਗਣੀ। ਇਹ ਆਮ ਜੀ ਗੱਲ ਹੈ, ਆਪਾਂ ਆਮ ਹੀ ਕਰਦੇ ਹਾਂ ਵੀ ਜਿੰਨਾ ਠੰਡ ਨੂੰ ਤੁਸੀਂ ਕਦੀ ਵੀ ਤਜਰਬਾ ਕਰਿਓ, ਹੁਣ ਠੰਡ ਦੇ ਦਿਨ ਆਉਣਗੇ, ਜੇ ਤੁਸੀਂ ਸਰੀਰ ਨੂੰ ਅਕੜਾ ਲਿਆ ਤੇ ਬਦੋ ਬਦੀ ਤੁਹਾਡੇ ਦੰਦ ਜਿਹੜੇ ਨੇ ਆਪਸ 'ਚ ਵੱਜਣ ਲੱਗ ਜਾਣਗੇ। ਸਰੀਰ ਨੂੰ ਢਿੱਲਾ ਜਿਹਾ ਛੱਡ ਦਈਏ, ਕਈ ਵਾਰ ਮਹਿਸੂਸ ਹੀ ਨਾ ਕਰੀਏ, ਚੇਤਾ ਹੀ ਨਾ ਕਰੀਏ ਵੀ ਠੰਡ ਵੀ ਹੈਗੀ, ਤੇ ਕਈ ਵਾਰ ਠੰਡ ਨਹੀਂ ਲੱਗਦੀ ਗੀ। ਸੋ ਇਹੀ ਕਾਰਨ ਹੈ, ਸਾਹਿਬ ਪਾਤਸ਼ਾਹ ਕਹਿੰਦੇ ਜਿਨ੍ਹਾਂ ਤੇ ਦਿਆਲ ਹੋ ਗਿਆ ਨਾ, ਉਹਨਾਂ ਨੂੰ ਮਾਇਆ ਵਿਆਪਦੀ ਨਹੀਂ। ਵਿਆਪਦੀ ਭਾਵ ਉਹਨਾਂ ਕੋਲ ਹੋਵੇ ਪਰ ਉਹ ਚੇਤਾ ਹੀ ਨਹੀਂ ਕਰਦੇ ਸਾਡੇ ਕੋਲ ਹੈਗੀ ਵੀ ਕਿ ਨਹੀਂ। ਦੁੱਖ ਉਹੀ ਚੀਜ਼ ਦਿੰਦੀ ਹੈ ਜਿਹੜੀ ਸਾਡੇ ਜ਼ਿਹਨ ਵਿੱਚ ਵਸ ਜਾਂਦੀ, ਸਾਡੇ ਚਿੰਤਨ 'ਚ ਵਸ ਜਾਂਦੀ ਹੈ। ਤਾਂ ਹਜ਼ੂਰ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਵਿਆਪਦੀ ਨਹੀਂ, ਉਹਨਾਂ ਨੂੰ ਪਹੁੰਚਦੀ ਨਹੀਂ, ਉਹਨਾਂ ਦੀ ਬਿਰਤੀ ਦੇ ਉੱਤੇ ਅਸਰ ਨਹੀਂ ਕਰਦੀ। ਮਾਇਆ ਕਦੀ ਹੱਥਾਂ 'ਤੇ ਬਹੁਤਾ ਅਸਰ ਨਹੀਂ ਕਰਦੀ ਗੀ ਵੀ ਜੇ ਸਾਡੇ ਹੱਥ 'ਚ ਲੱਖ ਰੁਪਈਆ ਫੜਿਆ ਤੇ ਸ਼ਾਇਦ ਅਸੀਂ ਮਨਮੁਖ ਹੋ ਜਾਵਾਂਗੇ, ਨਹੀਂ। ਜਦੋਂ ਸਾਡੀ ਬਿਰਤੀ ਵਿੱਚ ਆਉਂਦੀ ਹੈ ਨਾ, ਫਿਰ ਭਾਵੇਂ ਕਈ ਵਾਰ ਕਿਸੇ ਬੰਦੇ ਦਾ 10,000 ਡਿੱਗ ਪਏ ਤੇ ਉਹ ਪਰਵਾਹ ਨਹੀਂ ਕਰਦਾ, ਤੇ ਕਈ ਵਾਰ ਕਿਸੇ ਦਾ 1 ਰੁਪਈਆ ਡਿੱਗਾ ਹੋਵੇ ਤੇ ਉਹਦੀ ਚਿੰਤਾ ਜਿਹੜੀ ਹੈ ਉਹ ਚਿੰਤਾ ਦੀ ਅੱਗ ਵਿੱਚ ਸੜਦਾ ਪਿਆ ਹੁੰਦਾ ਵੀ ਰੁਪਈਆ ਡਿੱਗ ਪਿਆ। ਭਾਵ ਇਹ ਹੈ ਕਿ ਹਜ਼ੂਰ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਮਾਇਆ ਵਿਆਪਦੀ ਨਹੀਂ ਹੈ ਵੀ ਕੀ ਆਇਆ ਕੀ ਗਿਆ, ਕਿੱਧਰੋਂ ਆਇਆ ਕਿੱਧਰੋਂ ਨਹੀਂ ਆਇਆ ਹੈ। ਉਹਨਾਂ ਦੀ ਸੁਰਤੀ ਬਿਰਤੀ ਐਸੀ ਹੋ ਜਾਂਦੀ ਤੇ ਮਾਲਕ ਉਹਨਾਂ ਤੇ ਫਿਰ ਤਰਸ ਕਰਦਾ। ਕੋਟ ਅਗਾਂਹ ਗਏ ਨਾਸ ਹਰ ਇੱਕ ਤੇ ਆਇਆ, ਜਿਨ੍ਹਾਂ ਨੇ ਉਸ ਇੱਕ ਹਰੀ ਅਕਾਲ ਪੁਰਖ ਪਰਮੇਸ਼ਰ ਨੂੰ ਧਿਆ ਲਿਆ। ਇੱਕ ਤਾਂ ਸਾਹਿਬ ਕਹਿੰਦੇ ਨਾ ਵਿਆਪੈ ਮਾਇਆ, ਸਭ ਤੋਂ ਵੱਡਾ ਫਾਇਦਾ ਉਹਦੀ ਬੰਦਗੀ ਕਰਨ ਦਾ ਇਹ ਹੋਇਆ। ਉਸ ਤੋਂ ਬਾਅਦ ਕਰੋੜਾਂ ਦੁੱਖ ਜਿਹੜੇ ਸੀ ਉਹਨਾਂ ਦੀ ਜ਼ਿੰਦਗੀ ਦੇ ਨਾਸ਼ ਹੋ ਗਏ, ਕਰੋੜਾਂ ਪਾਪ ਜਿਹੜੇ ਸੀ ਉਹਨਾਂ ਦੀ ਜ਼ਿੰਦਗੀ ਵਿੱਚੋਂ ਖਤਮ ਹੋ ਗਏ। ਜਿਸ ਤਰ੍ਹਾਂ ਸਾਹਿਬ ਬਾਣੀ ਅੰਦਰ ਇੱਕ ਜ਼ਿਕਰ ਕਰਦੇ ਨੇ ਕਿ ਮਣਾ ਮੂਹੀ ਲੱਕੜ ਪਈ ਹੋਵੇ, ਉਸ ਲੱਕੜ ਦੇ ਉੱਤੇ ਇੱਕ ਕਿਤੇ ਚਿਨਗ ਜਿਹੜੀ ਹੈ ਉਹ ਸੁੱਟ ਦਿੱਤੀ ਜਾਵੇ, ਕਿਤੇ ਅੱਗ ਦੀ ਚੰਗਿਆੜਾ ਅੱਗ ਦਾ ਸੁੱਟ ਦਿੱਤਾ ਜਾਵੇ ਤਾਂ ਮਣਾ ਮੂਹੀ ਲੱਕੜ ਜਿਹੜੀ ਹੈ ਉਹ ਸੜ ਕੇ ਸਵਾਹ ਹੋ ਜਾਂਦੀ ਹੈ। ਬਸ ਇਸੇ ਤਰ੍ਹਾਂ ਬੰਦਗੀ ਜਿਹੜੀ ਕਿਨਕਾ ਇੱਕ ਜਜ਼ੀਬ ਬਸਾਵੇ ਦੀ ਖੇਡ ਹੈ। ਕਿਨਕਾ ਮਾਤਰ ਇੱਕ ਹਿਰਦੇ 'ਚ ਵਸ ਗਿਆ, ਸਾਰੇ ਦੇ ਸਾਰੇ ਜ਼ਿੰਦਗੀ ਦੇ ਪਾਪ ਗੁਣ ਔਗਣ ਗੁਨਾਹ ਉਹ ਖਤਮ ਹੋ ਜਾਂਦੇ ਨੇ। ਅਜਾਮਲ ਪਾਪੀ ਜਾਂ ਗਣਕਾ, ਇਹਨਾਂ ਨੂੰ ਜਦੋਂ ਅਸੀਂ ਦੇਖਦੇ ਹਾਂ, ਇੱਕ ਕਿਨਕਾ ਅੰਦਰ ਵਸਿਆ, ਨਾ ਉਸ ਗਣਕਾ ਦੇ ਪਾਪ ਵੇਖੇ ਗਏ, ਨਾ ਉਸ ਅਜਾਮਲ ਪਾਪੀ ਦੇ ਪਾਪ ਵੇਖੇ ਗਏ। ਜਦੋਂ ਇੱਕ ਸ਼ਬਦ ਸੱਜਣ ਠੱਗ ਦੇ ਹਿਰਦੇ 'ਚ ਵਸ ਗਿਆ, ਗੁਰੂ ਨਾਨਕ ਪਾਤਸ਼ਾਹ ਨੇ ਉਹਦਾ ਕੋਈ ਔਗਣ ਕੋਈ ਗੁਨਾਹ ਨਹੀਂ ਵੇਖਿਆ, ਉਹਨੂੰ ਬਖਸ਼ ਦਿੱਤਾ। ਜਦੋਂ ਹਜ਼ੂਰ ਪਾਤਸ਼ਾਹ ਬਖਸ਼ਣ ਦੇ ਘਰ ਵਿੱਚ ਆਉਂਦੇ ਨੇ ਤਾਂ ਕੋਈ ਪਾਪ ਦੁੱਖ ਐਬ ਜਿਹੜੇ ਨਹੀਂ ਵੇਂਦੇ। ਬਸ ਇੱਕ ਇੱਥੇ ਸ਼ਰਤ ਹੈ, ਜਿਨ੍ਹਾਂ ਨੇ ਹਰ ਇੱਕ ਧਿਆਇਆ ਉਸ ਇੱਕ ਹਰੀ ਪਰਮੇਸ਼ਰ ਨੂੰ, ਸਾਹਿਬ ਪਾਤਸ਼ਾਹ ਕਹਿੰਦੇ ਧਿਆ ਲਿਆ, ਉਹਨਾਂ ਨੂੰ ਫਿਰ ਅਗਲਾ ਇੱਕ ਬੜਾ ਵੱਡਾ ਬਲ ਜਿਹੜਾ ਸੀ ਪ੍ਰਾਪਤ ਹੋਇਆ। ਨਿਰਮਲ ਭਏ ਸਰੀਰ ਜਨ ਧੂਰੀ ਨਹਾਇਆ, ਉਹਨਾਂ ਦੇ ਸਰੀਰ ਜਿਹੜੇ ਨੇ ਉਹ ਨਿਰਮਲ ਹੋ ਗਏ। ਕਿਹਨਾਂ ਦੇ? ਸਾਹਿਬ ਕਹਿੰਦੇ ਜਨ ਧੂਰੀ ਨਹਾਇਆ, ਜਿਨ੍ਹਾਂ ਨੇ ਕਿਸੇ ਸੱਤ ਪੁਰਖਾਂ ਦੇ ਉਪਦੇਸ਼ ਰੂਪੀ ਧੂੜੀ ਵਿੱਚ ਇਸ਼ਨਾਨ ਕੀਤਾ, ਸਾਧੂਆਂ ਦੀ ਕਮਾਈ ਵਾਲਿਆਂ ਦੀ ਧੂੜੀ ਵਿੱਚ ਇਸ਼ਨਾਨ ਕੀਤਾ। ਜਦੋਂ ਅਸੀਂ ਰੋਜ਼ਾਨਾ ਕੋਈ ਵੀ ਹੋਵੇ, ਭਾਵੇਂ ਉਹ ਕਿਸੇ ਵੀ ਸੰਪਰਦਾ ਨੂੰ ਮੰਨਦਾ ਜੋ ਮਰਜ਼ੀ, ਪਰ ਜਿਹੜਾ ਗੁਰੂ ਨਾਨਕ ਦੀ ਬਾਣੀ ਪੜ੍ਹਦਾ ਹੈ ਉਹ ਜਿੰਨਾ ਮਰਜ਼ੀ ਕਵੇ ਮੈਂ ਸਾਧੂ ਨੂੰ ਨਹੀਂ ਮੰਨਦਾ, ਮੈਂ ਸੰਤ ਨੂੰ ਨਹੀਂ ਮੰਨਦਾ, ਮੈਂ ਕਿਸੇ ਸਾਧ ਨੂੰ ਨਹੀਂ ਮੰਨਦਾ, ਪਰ ਜਦੋਂ ਸੌਣ ਲੱਗਿਆ ਸੋਹਿਲਾ ਸਾਹਿਬ ਦੀ ਬਾਣੀ ਪੜ੍ਹੇਗਾ ਤਾਂ ਉਹਨੂੰ ਸੌਣ ਲੱਗਿਆ ਸੀਸ ਝੁਕਾ ਕੇ ਕਹਿਣਾ ਹੀ ਪਵੇਗਾ, ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। ਉਹਨੂੰ ਕਹਿਣਾ ਹੀ ਪਵੇਗਾ ਰਾਤ ਨੂੰ। ਜੇ ਉਹ ਜਪਜੀ ਸਾਹਿਬ ਅੰਮ੍ਰਿਤ ਵੇਲੇ ਪੜ੍ਹੇਗਾ, ਭਾਵ ਇਹ ਹੈ ਕਿ ਸਾਡੀ ਤੇ ਸੌਣ ਲੱਗਿਆ ਦਿਨ ਦਾ ਖਾਤਮਾ ਜਿਹੜਾ ਤੇ ਰਾਤ ਦੀ ਸ਼ੁਰੂਆਤ ਜਿਹੜੀ ਉਹ ਵੀ ਸੰਤਾਂ ਦੀ ਧੂੜੀ ਮੰਗਦਿਆਂ ਹੁੰਦੀ, ਤੇ ਸਵੇਰ ਦਾ ਸੂਰਜ ਚੜ੍ਹ ਕੇ ਜਦੋਂ ਸਿੱਖ ਜਪਜੀ ਸਾਹਿਬ ਦੀ ਬਾਣੀ ਪੜ੍ਹਦਾ ਉਦੋਂ ਵੀ ਇਹ ਕਹਿੰਦਾ ਜਿਨੀ ਨਾਮ ਤੇ ਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਤੇ ਜਦੋਂ ਵੀ ਸਿੱਖ ਅਰਦਾਸ ਕਰਦਾ ਹੈ, ਜੋ ਮਰਜ਼ੀ ਹੋਵੇ, ਤੂੰ ਮੰਨ ਜਾਂ ਨਾ ਮੰਨ, ਪਰ ਤੇਰੀ ਅਰਦਾਸ ਦੀ ਮੁਕੰਮਲਤਾ ਹੀ ਇੱਥੇ ਜਾ ਕੇ ਹੋਣੀ ਹੈ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ। ਭਾਵ ਇਹ ਹੈ ਸਾਡੀ ਜ਼ਿੰਦਗੀ 'ਚੋਂ ਸਾਧੂ ਕਦੀ ਦੂਰ ਨਹੀਂ ਹੋ ਸਕਦਾ। ਬਸ ਇਹ ਹੈ ਕਿ ਅਸੀਂ ਸਮਾਜ 'ਚ ਇਹ ਕਹਿ ਦਿੰਦੇ ਹਾਂ ਫਲਾਣਾ ਪੂਰਾ ਨਹੀਂ, ਫਲਾਣਾ ਪੂਰਾ ਨਹੀਂ। ਮੈਂ ਇਹ ਕਹਿਣਾ ਹੁੰਦਾ ਵੀ ਕੌਣ ਪੂਰਾ ਕੌਣ ਅਧੂਰਾ ਉਹ ਬਾਅਦ ਦੀ ਗੱਲ ਹੈ, ਪਹਿਲਾਂ ਤੂੰ ਆਪਣੇ ਆਪ ਦੇ ਅੰਦਰ ਝਾਤ ਮਾਰ ਵੀ ਤੂੰ ਅੱਜ ਤੱਕ ਪੂਰਾ ਹੋਇਆ ਕਿ ਨਹੀਂ ਹੋਇਆ। ਸੋ ਖੈਰ ਇੱਕ ਵੱਖਰਾ ਵਿਸ਼ਾ ਹੈ। ਹਜ਼ੂਰ ਪਾਤਸ਼ਾਹ ਇਹੀ ਇੱਥੇ ਸਮਝਾ ਕੇ ਕਹਿੰਦੇ ਨੇ ਜਿਹੜੇ ਸੱਤ ਪੁਰਖਾਂ ਦੀ ਧੂੜੀ ਵਿੱਚ ਜਿਨ੍ਹਾਂ ਇਸ਼ਨਾਨ ਕੀਤਾ ਉਹਨਾਂ ਦੇ ਸਰੀਰ
ਨਿਰਮਲ ਹੋ ਗਏ, ਉਹਨਾਂ ਦੇ ਤਨ ਤੇ ਮਨ ਜਿਹੜੇ ਹਨ ਨਿਰਮਲ ਹੋ ਗਏ। ਤੇ ਪ੍ਰਾਪਤੀ ਕੀ ਹੋਈ? ਮਨ ਤਨ ਭਏ ਸੰਤੋਖ, ਪੂਰਨ ਪ੍ਰਭ ਪਾਇਆ। ਉਹਨਾਂ ਦੇ ਮਨ ਤੇ ਤਨ ਨੂੰ ਸੰਤੋਖ ਆ ਗਿਆ। ਹੁਣ ਤਨ ਨੂੰ ਸੰਤੋਖ ਕੀ ਹੈ? ਜਿਵੇਂ ਆਪਾਂ ਕਾਮ ਜੀ ਕਹਾਵਤ ਵਰਤਦੇ ਹੁੰਦੇ ਨਾ, ਵੀ ਢਿੱਡ ਤੇ ਭਰ ਗਿਆ ਪਰ ਨੀਤ ਨਹੀਂ ਭਰੀ ਹਾਲੇ ਤੱਕ ਇਹਦੀ। ਤਨ ਨੂੰ ਸੰਤੋਖ ਦਾ ਮਤਲਬ ਹੈ ਵੀ ਜੋ ਗ੍ਰਹਿਣ ਕਰ ਲਿਆ ਹੁਣ ਹੋਰ ਲੋੜ ਨਹੀਂ ਹੈਗੀ, ਬਸ ਰੱਜ ਗਏ ਆ। ਕਈ ਵਾਰ ਐਸੇ ਵੀ ਲੋਕ ਨੇ ਜਿਹੜੇ ਇੱਕ ਪ੍ਰਸ਼ਾਦੇ ਤੇ ਸਾਰਾ ਦਿਨ ਕੱਢਦੇ ਨੇ, ਤੇ ਕਈ ਐਸੇ ਵੀ ਨੇ ਜਿਨ੍ਹਾਂ ਨੂੰ ਹਰ 10 ਮਿੰਟ ਬਾਅਦ ਖਾਣ ਲਈ ਚਾਹੀਦਾ ਹੁੰਦਾ, ਉਹ ਰੱਜਦੇ ਫਿਰ ਵੀ ਨਹੀਂ ਆ। ਭਾਵ ਤਨ ਨੂੰ ਵੀ ਸੰਤੋਖ ਆ ਗਿਆ ਕਿ ਜੋ ਮਿਲਿਆ ਉਹਦਾ ਸਬਰ ਸ਼ੁਕਰ ਕਰਕੇ ਉਹਨੂੰ ਗ੍ਰਹਿਣ ਕਰ ਲਿਆ। ਤੇ ਮਨ ਨੂੰ ਵੀ ਸੰਤੋਖ ਆ ਗਿਆ, ਜੋ ਮਾਲਕ ਨੇ ਮੇਰੀ ਜ਼ਿੰਦਗੀ 'ਚ ਦਿੱਤਾ ਹੈ ਉਹ ਮੇਰੇ ਭਲੇ ਲਈ ਦਿੱਤਾ ਹੈ ਤੇ ਮੇਰੇ ਅਨੁਸਾਰ ਦਿੱਤਾ ਹੈ। ਉਹ ਬੜਾ ਸਿਆਣਾ ਹੈ, ਉਹ ਮੇਰੀਆਂ ਸਾਰੀਆਂ ਲੋੜਾਂ ਨੂੰ ਬੜੀ ਚੰਗੀ ਤਰ੍ਹਾਂ ਸਮਝਦਾ ਹੈ। ਜਦੋਂ ਕਿਤੇ ਅਰਦਾਸ ਨਾ ਪੂਰੀ ਹੋਵੇ ਤੇ ਮਨਮੁਖ ਕਹਿੰਦਾ ਹੁੰਦਾ ਰੱਬ ਨੇ ਮੇਰੀ ਸੁਣੀ ਨਹੀਂ। ਪਰ ਜਿਹੜਾ ਗੁਰਮੁਖ ਹੈ ਨਾ, ਉਹਨੂੰ ਜਦੋਂ ਕੋਈ ਦਾਤ ਨਾ ਮਿਲੇ ਤੇ ਉਹ ਪਤਾ ਕੀ ਕਹਿੰਦਾ ਹੁੰਦਾ? ਪਰਮੇਸ਼ਰ ਬੜਾ ਸਿਆਣਾ ਹੈ, ਉਹ ਮੇਰੇ ਤੋਂ ਵੀ ਕਈ ਗੁਣਾ ਵੱਧ ਕੇ ਸਿਆਣਾ। ਉਹਨੂੰ ਪਤਾ ਸੀ ਇਹ ਚੀਜ਼ ਦੀ ਮੈਨੂੰ ਲੋੜ ਹੈ ਜਾਂ ਨਹੀਂ ਹੈਗੀ, ਉਹਨੇ ਕਿਉਂ ਨਹੀਂ ਦਿੱਤੀ। ਉਹਨੂੰ ਪਤਾ ਹੋਏਗਾ ਕਿ ਇਹ ਮੇਰੇ ਲਈ ਨੁਕਸਾਨਦਾਇਕ ਹੋ ਸਕਦੀ ਹੈ। ਅਸੀਂ ਬੱਚੇ ਹਾਂ, ਅਸੀਂ ਜਿੱਦ ਕਰਾਂਗੇ, ਪਰ ਉਹ ਸਾਡਾ ਪਿਤਾ ਉਹ ਬੜਾ ਦਾਨਾ ਸਿਆਣਾ ਹੈ। ਤਾਂ ਸਾਹਿਬ ਪਾਤਸ਼ਾਹ ਕਹਿੰਦੇ, ਜਿਵੇਂ ਸੁਖਮਨੀ ਸਾਹਿਬ 'ਚ ਗੁਰੂ ਅਰਜਨ ਦੇਵ ਪਾਤਸ਼ਾਹ ਕਹਿ ਰਹੇ ਨੇ, ਸਹਿਸ ਖੱਟੇ ਲੱਖ ਕਉ ਉਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਵੀ ਬੰਦੇ ਦੀ ਤਾਂ ਇਹ ਇੱਕ ਬਿਰਤੀ ਬਣ ਚੁੱਕੀ ਹੈ ਕਿ 100 ਤੋਂ 1000 ਹੋਵੇ, 1000 ਤੋਂ ਲੱਖ ਹੋਵੇ, ਕਰੋੜ ਹੋਵੇ। ਜਿਹੜਾ ਕਦੀ 100 ਨਾਲ ਗੁਜ਼ਾਰਾ ਕਰਦਾ ਸੀ, ਉਹ ਜਦੋਂ ਲੱਖਾਂ ਕਮਾਉਣ ਲੱਗ ਪਏ ਉਹਨੂੰ ਪੁੱਛੋ ਤੇ ਉਹ ਕਹਿੰਦਾ ਹੁੰਦਾ ਨਾ ਗੁਜ਼ਾਰਾ ਹੀ ਨਹੀਂ ਹੋ ਰਿਹਾ। 5000 ਤਨਖਾਹ ਤੇ ਵੀ ਗੁਜ਼ਾਰਾ ਕਰਦਾ ਸੀ, ਅੱਜ 25-30 ਹੋ ਜੇ ਤੇ ਫਿਰ ਵੀ ਕਹਿੰਦਾ ਨੇ ਗੁਜ਼ਾਰਾ ਨਹੀਂ ਹੋ ਰਿਹਾ। ਸੋ ਇਸ ਤਰ੍ਹਾਂ ਹਜ਼ੂਰ ਪਾਤਸ਼ਾਹ ਕਹਿੰਦੇ ਉਹਨਾਂ ਦੇ ਮਨ ਤੇ ਤਨ ਨੂੰ ਸੰਤੋਖ ਆ ਗਿਆ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਬਿਨਾਂ ਸੰਤੋਖ ਨਹੀਂ ਕੋ ਰਾਜੇ। ਸੰਤੋਖ ਤੋਂ ਬਿਨਾਂ ਕਿਸੇ ਨੂੰ ਕਦੀ ਰੱਜ ਨਹੀਂ ਆ ਸਕਦਾ। ਤੇ ਜਿਨ੍ਹਾਂ ਨੇ ਉਹਦੇ ਸਿਮਰਨ ਨੂੰ ਕਰ ਲਿਆ, ਸਤਿਪੁਰਖਾਂ ਦੀ ਸੰਗਤ ਕਰ ਲਈ, ਸਾਹਿਬ ਪਾਤਸ਼ਾਹ ਕਹਿੰਦੇ ਉਹਨਾਂ ਦਾ ਮਨ ਤੇ ਤਨ ਸੰਤੋਖ ਨਾਲ ਭਰ ਗਿਆ ਤੇ ਪੂਰਨ ਪ੍ਰਭ ਪਾਇਆ। ਉਹਨਾਂ ਨੇ ਪੂਰੇ ਅਕਾਲ ਪੁਰਖ ਪਰਮੇਸ਼ਰ ਪ੍ਰਭੂ ਨੂੰ ਪ੍ਰਾਪਤ ਕਰ ਲਿਆ। ਤਰੇ ਕੁਟੰਬ ਸੰਗ ਲੋਗ ਕੁੱਲ ਸਬਾਇਆ। ਤੇ ਉਹ ਫਿਰ ਤਰ ਗਏ। ਤੇ ਤਰੇ ਕਿਵੇਂ? ਕੁਟੰਬ ਸੰਗ, ਉਹ ਆਪਣੇ ਪਰਿਵਾਰ ਦੇ ਨਾਲ ਵੀ ਤਰ ਗਏ। ਭਾਵ ਖੇਤੀ ਛੁੱਟੀ ਨਾਲ ਉਹ ਤਰ ਗਏ ਤੇ ਕਈਆਂ ਨੂੰ ਛੁਡਾ ਕੇ ਲੈ ਗਏ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾ। ਉਹ ਆਪ ਵੀ ਤਰੇ। ਭਗਤ ਪ੍ਰਹਿਲਾਦ ਦਾ ਛੋਟਾ ਜਿਹਾ ਇਸ਼ਾਰਾ ਕਰਾ, ਸਮਾਂ ਹੋ ਰਿਹਾ ਵੈਸੇ। ਜਦੋਂ ਭਗਤ ਪ੍ਰਹਿਲਾਦ ਸੱਚਖੰਡ ਜਾਣ ਲੱਗੇ ਤੇ ਉਹਨਾਂ ਨੇ ਆਪਣੇ ਜਿਹੜੇ ਦੇਵਤੇ ਸੀਗੇ ਜੋ ਵੀ, ਉਹਨਾਂ ਨੂੰ ਸ਼ਬਦ ਵਰਤਿਆ ਵੀ ਮੈਂ ਨਰਕਾਂ 'ਚ ਜਾਣਾ। ਉਹ ਕਹਿੰਦੇ ਵੀ ਹੱਦ ਹੋ ਗਈ, ਦੁਨੀਆ ਤੇ ਤਰਸਦੀ ਹੈ ਸਵਰਗਾਂ 'ਚ ਜਾਣ ਵਾਸਤੇ, ਦੇਵਤਿਆਂ ਦੀਆਂ ਪੁਰੀਆਂ ਜਾਣ ਵਾਸਤੇ, ਤੇ ਤੂੰ ਕਹਿੰਦਾ ਮੈਂ ਨਰਕਾਂ 'ਚ ਜਾਣਾ। ਉਹ ਕਹਿੰਦਾ ਵੀ ਮੇਰਾ ਪਿਤਾ ਨਰਕਾਂ 'ਚ, ਹਰਨਾਕਸ਼। ਤੇ ਉਹ ਅੱਗੋਂ ਕਹਿਣ ਲੱਗੇ ਵੀ ਉਹ ਦੁਸ਼ਟੀ ਇੰਨਾ ਸੀਗਾ, ਉਹਨੇ ਭਗਤਾਂ ਨੂੰ ਦੁੱਖ ਦਿੱਤਾ ਹੈ, ਉਹ ਤੇ ਨਰਕਾਂ 'ਚ ਹੀ ਰਹਿਣਾ। ਤੇ ਉਹ ਅੱਗੋਂ ਕਹਿਣ ਲੱਗਾ ਵੀ ਜੇ ਮੇਰਾ ਪਿਓ ਨਰਕਾਂ 'ਚ ਤਾਂ ਫਿਰ ਮੈਂ ਸਵਰਗਾਂ ਹੀ ਨਹੀਂ ਜਾਣਾ। ਭਾਵ ਇਹੀ ਹੁੰਦਾ ਨਾ ਵੀ ਜਿਵੇਂ ਹੁਣ ਸੰਸਾਰ ਦੇ ਵਿੱਚ ਜੇ ਪਿਤਾ ਭੁੰਜੇ ਪਿਆ ਤੇ ਸਿਆਣਾ ਪੁੱਤ ਇਹ ਥੋੜ੍ਹੀ ਆਖੂਗਾ ਵੀ ਮੈਂ ਬੈੱਡ ਤੇ ਪੈ ਜਾਣਾ। ਇਹ ਤੇ ਚਲੋ ਮਾਨਸਿਕਤਾ ਐਸੀ ਹੋ ਗਈ ਨਾ ਵੀ ਜੇ ਮਾਂ ਪਿਓ ਬਾਹਰ ਤੂੜੀ ਵਾਲੇ ਕਮਰੇ 'ਚ ਸੁੱਤਾ ਹੈ ਤੇ ਪੁੱਤ ਅੰਦਰ ਏਸੀ ਚਲਾ ਕੇ ਬੈਠਾ ਹੁੰਦਾ ਹੈ। ਪਰ ਸਿਆਣਾ ਧੀ ਪੁੱਤ ਨਹੀਂ ਐਸਾ ਕਰਦਾ। ਉਹ ਕਹਿੰਦਾ ਜੇ ਪਿਓ ਨਰਕਾਂ 'ਚ ਤੇ ਮੈਂ ਨਹੀਂ ਸਵਰਗਾਂ ਜਾਣਾ, ਫਿਰ ਇਸ ਲਈ ਪਹਿਲਾਂ ਉਹਨੂੰ ਕੱਢ ਕੇ ਲਿਆਓ। ਤਾਂ ਹਜ਼ੂਰ ਪਾਤਸ਼ਾਹ ਇੱਥੇ ਇਹ ਕਹਿੰਦੇ ਨੇ, ਉਹ ਆਪਣੀਆਂ ਕੁੱਲਾਂ ਨੂੰ ਵੀ ਤਾਰਦੇ ਨੇ, ਉਹ ਆਪਣੇ ਅਗਲੇ ਪਿਛਲਿਆਂ ਦਾ ਵੀ ਉਧਾਰ ਕਰਦੇ ਨੇ ਤੇ ਉਹਨਾਂ ਦਾ ਸੰਗ ਕਰਨ ਵਾਲੇ ਸਾਰੇ ਲੋਕ ਜਿਹੜੇ ਹਨ ਉਹ ਤਰ ਜਾਂਦੇ ਹਨ। ਕੌਣ? ਜਿਹੜੇ ਬੰਦਗੀ ਕਰਦੇ ਹਨ। ਇਹ ਹਜ਼ੂਰ ਪਾਤਸ਼ਾਹ ਜੀ ਨੇ ਸਮਝਾਇਆ। ਪਰਮੇਸ਼ਰ ਸਦਾ ਦਿਆਲੂ ਕਿਰਪਾਲੂ ਹੈ, ਉਹ ਜੀਵਾਂ ਤੇ ਦਇਆ ਕਰਦਾ ਹੈ। ਤੂੰ ਇਹ ਨਾ ਕਿਹਾ ਕਰ ਰੱਬ ਨੇ ਮੇਰੇ ਨਾਲ ਬੜੀ ਮਾੜੀ ਕੀਤੀ, ਰੱਬ ਕਹਿਰਵਾਨ ਹੋ ਗਿਆ, ਕੁਦਰਤ ਕਹਿਰਵਾਨ ਹੋ ਗਈ। ਨਹੀਂ, ਸਤਿਗੁਰ ਸਭਨਾਂ ਦਾ ਭਲਾ ਮਨਾਏਦਾ। ਉਹ ਸਦਾ ਹੀ ਦਿਆਲੂ ਕਿਰਪਾਲੂ ਜਿਹੜੇ ਉਹਦੇ ਨਾਲ ਜੁੜਦੇ ਨੇ। ਸਾਹਿਬ ਕਹਿੰਦੇ ਉਹ ਇਹਨਾਂ ਸਾਰੀਆਂ ਬਖਸ਼ਿਸ਼ਾਂ ਨੂੰ ਮੰਨਦੇ ਨੇ, ਉਹਨਾਂ ਨੂੰ ਮਾਇਆ ਨਹੀਂ ਵਿਆਪਦੀ। ਉਹ ਸਾਧੂਆਂ ਦੀ ਧੂੜੀ ਇਸ਼ਨਾਨ ਕਰਦੇ ਨੇ, ਉਹਨਾਂ ਦਾ ਮਨ ਤੇ ਤਨ ਜਿਹੜਾ ਸੰਤੋਖ ਨਾਲ ਭਰ ਜਾਂਦਾ। ਉਹ ਤ੍ਰਿਸ਼ਨਾ ਦੀ ਅੱਗ ਵਿੱਚ ਸੜਦੇ ਨਹੀਂ, ਉਹਨਾਂ ਦੇ ਅੰਦਰ ਹਰੀ ਦਾ ਜਾਪ ਚੱਲਦਾ। ਉਹ ਮਾਇਆ ਵਿੱਚ ਲਿਪਤ ਨਹੀਂ ਹੁੰਦੇ ਤੇ ਉਹ ਆਪਣੇ ਟੱਬਰ, ਕਬੀਲੇ, ਕੁੱਲ, ਪਿੰਡ ਸਾਰਿਆਂ ਨੂੰ ਹਜ਼ੂਰ ਪਾਤਸ਼ਾਹ ਕਹਿੰਦੇ ਤਾਰ ਦਿੰਦੇ ਹਨ। ਇਹ ਮਹਾਰਾਜ ਸਾਹਿਬ ਜੀ ਨੇ ਆਪਣੇ ਨਾ ਪਾਵਨ ਸਥਾਨਾਂ ਤੋਂ ਅੱਜ ਮੁੱਖ ਵਾਕ ਸਾਹਿਬ ਬਖਸ਼ਿਸ਼ ਕਰਕੇ ਨਿਵਾਜਿਆ, ਜਿਸ ਦੀ ਪਾਵਨ ਵਿਚਾਰ ਆਪਾਂ ਸਰਵਣ ਕੀਤੀ। ਮਹਾਰਾਜ ਤਰਸ ਕਰਨ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ ਕੇ ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਤਿਲ ਫੁੱਲ ਭੇਟਾ ਪ੍ਰਵਾਨ ਕਰਕੇ ਆਪਣੀਆਂ ਬਖਸ਼ਿਸ਼ਾਂ ਮਿਹਰਾਂ ਦਾ ਸਿਰ ਤੇ ਰੱਖ ਕੇ ਸਭਨਾਂ ਨੂੰ ਗੁਰਸਿੱਖੀ ਜੀਵਨ ਸੇਵਾ ਸਿਮਰਨ ਭਜਨ ਬੰਦਗੀ ਦੀ ਦਾਤ ਬਖਸ਼ ਨਿਵਾਜਨਾ ਕਰਨ। ਮਾਨ ਤਨ ਭਏ ਸੰਤੋਖ
पूरन प्रभ पाया। तरे कुटुंब संग लोग कुल सबाया। वाहिगुरु जी का खालसा वाहिगुरु जी की फतेह। वाहिगुरु जी राम